आजादी दे लई जूझ रही किसी कौम दे लई पत्रकारी करना सौखा कारज नहीं हुंदा। बिल्कुल एवें ही हुंदा जिवें तुसीं इंसाफ प्राप्त करन दे लई किसी भीड़ दा हिस्सा हो ते गोलियां दी वाछड़ तुहाडे उत्ते होण वाली है। इहो जिहियां घटनावां बारे ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ। वाहिगुरु जी का खालसा वाहिगुरु जी की फतेह। आवाज़े कौम प्रोग्राम देख रहे दर्शकों का निघा स्वागत है। अज दे प्रोग्राम विच हिस्सा पाउण वास्ते मेरे नाल मेरे वीर भाई साबी सिंह जी ते भाई बलजिंदर सिंह जी जुड़े ने। दोनों वीरां नूं सब तो पहला वाहिगुरु जी का खालसा वाहिगुरु जी की फतेह। अज असीं उस कौमी सब तो पहला कौमी शहीद भाई सुखदेव सिंह जी बब्बर जिन्हां ने खालिस्तान के मौजूदा संघर्ष विच अपना वड्डा योगदान पाया ते सब तो जिहड़ी कीमती बंदे कोले चीज़ उसका शरीर उसकी जान होया करदी है, उस नूं भी इस संघर्ष तो निशावर करके अपने आप नूं सुरखरू कीता। अज उस सूरमे नूं याद करना ते श्रद्धांजलि भी देनी आ। सच्ची श्रद्धांजलि शहीदां नूं उन्हां दे लए होए सुपनियां ते काम करन दे वास्ते जो असीं उन्हां दे सुपनियां ते जिउंदा रखदे हां, उन्हां नूं पूर्ति वास्ते जिहड़े काम करदे हां ओह सच्ची श्रद्धांजलि होया करदी है। सो सब तो पहला असीं तुहाडे नाल एक भाई सुखदेव सिंह जी बब्बर की याद विच जो वीडियो एक छोटा जिहा किसी दियां लिखियां हुई 2 सतरां वो सुनिया ने। उस तो बाद असीं अज दे प्रोग्राम का तुहाडे नाल विस्तार दे विच सांझ पावांगे। आओ जी पहलां उन्हां दी जीवन बारे उन्हां दी शहादत बारे लिखियां 2 सतरां आप जी नाल सांझियां करदे हां। हो गया बब्बर सुखदेव सिंह अमर हो गया कौम दी आजादी लई, कौम दी आजादी लई, कौम दी आजादी लई शहीद जो हो गया बब्बरा दा शेरियो दा। भारती हुकूमतां ने कैर कमाया सी, 4 टैंक तक अकाल नूं टुआया सी। At the height of the battle, there were 3 hours of hand-to-hand fighting. The battle at the Gilded Temple has been hard-fought and costly. भारती हुकूमतां ने कैर कमाया सी, 4 टैंक तक अकाल नूं टुआया सी। वेख दिया खोल खून अमड़ी दे जाएगा, रख लिया मान उस गुर फरमाएगा। संघर्षी आजादी लई संघर्षी आजादी लई जो योगदान पा गया बब्बर सुखदेव सिंह अमर
ਸੋ ਆਪ ਜੀ ਨੇ ਸੁਣਿਆ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਕਿਸੇ ਲਿਖਾਰੀ ਵੱਲੋਂ ਲਿਖੀਆਂ ਬੜੀਆਂ ਹੀ ਪਿਆਰੀਆਂ ਦੋ ਸਤਰਾਂ। ਸੋ ਅੱਜ ਮੇਰੇ ਦੋ ਜਿਹੜੇ ਵੀਰ ਨਾਲ ਜੁੜੇ ਨੇ ਉਹਨਾਂ ਨੂੰ ਮੈਂ ਬੇਨਤੀ ਕਰੂੰਗਾ ਕਿ ਆਪ ਜੀ ਭਾਈ ਸਾਹਿਬ ਦੀ ਯਾਦ ਵਿੱਚ ਜੋ ਸਾਡੇ ਦਰਸ਼ਕਾਂ ਦੇ ਨਾਲ ਸ਼ਬਦਾਂ ਦੀ ਸਾਂਝ ਪਾਉਣੀ ਚਾਹੁੰਦੇ ਹੋਗੇ, ਉਸ ਤੋਂ ਬਾਅਦ ਅਸੀਂ ਆਪਣੀ ਗੱਲਬਾਤ ਸ਼ੁਰੂ ਕਰਾਂਗੇ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਭਾਜੀ, ਇਹੋ ਜਿਹੇ ਸ਼ਹੀਦਾਂ ਲਈ, ਸਰਦਾਰ ਸੁਖਦੇਵ ਸਿੰਘ ਬੱਬਰ ਵਰਗੇ ਯੋਧਿਆਂ ਲਈ ਸਾਡੇ ਲਫ਼ਜ਼ ਬਹੁਤ ਛੋਟੇ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ। ਉਹ ਯੋਧੇ ਜਿਹੜੇ ਸੰਘਰਸ਼ ਦੇ ਮੁਖੀ ਸਨ, ਉਹ ਯੋਧੇ ਜਿਨੀ 1984 ਦਾ ਅਟੈਕ ਆਪਣੇ ਪਿੰਡੇ ਤੇ ਹਟਾਇਆ ਤੇ ਬਾਅਦ ਵਿੱਚ ਵੀ ਵਾਰੀ ਕਰਕੇ ਉਹਨਾਂ ਜ਼ਾਲਮਾਂ ਦਾ ਸੋਧਾ ਲਾਇਆ ਜਿੱਦਾਂ ਜਿੱਦਾਂ ਉਹਨਾਂ ਦੀ ਡਿਊਟੀ ਲੱਗੀ। ਸੋ ਬਹੁਤ ਹੀ ਕਹਿਣੀ ਕਰਨੀ ਦੇ ਪੂਰੇ ਯੋਧੇ ਸਨ ਤੇ ਬਹੁਤ ਹੀ ਜ਼ਿਆਦਾ ਇੱਕ ਤਰੀਕੇ ਨਾਲ ਡਿਸਿਪਲਿਨ 'ਚ ਰਹਿ ਕੇ ਚੱਲਣ ਵਾਲੇ ਯੋਧੇ ਸਨ। ਬੱਬਰਾਂ ਬਾਰੇ ਇੱਕ ਕਹਾਵਤ ਬੜੀ ਮਸ਼ਹੂਰ ਹੈ, ਵੱਖ-ਵੱਖ ਜਥੇਬੰਦੀਆਂ ਉਸ ਟਾਈਮ ਤੇ ਉਸ ਹਿੰਦੁਸਤਾਨੀ ਹਕੂਮਤ ਦੇ ਅਗੇਂਸਟ ਲੜ ਰਹੀਆਂ ਸੀ, ਪਰ ਬੱਬਰਾਂ ਬਾਰੇ ਕਹਾਵਤ ਬੜੀ ਮਸ਼ਹੂਰ ਹੈ ਕਿ ਕਿਸੇ ਵੀ ਸਿੰਘ ਤੋਂ ਇੱਕ ਰੱਤਾ ਭਰੀ ਗਲਤੀ ਵੀ ਨਹੀਂ ਹੋਈ, ਕਿਉਂਕਿ ਜਦੋਂ ਤੁਸੀਂ ਹਥਿਆਰਬੰਦ ਸੰਘਰਸ਼ ਨਾਲ ਲੜਦੇ ਆ ਇਹ ਬੜਾ ਸੁਭਾਵਿਕ ਹੈ ਕਿ ਕਿਸੇ ਤਰ੍ਹਾਂ ਦੀ ਗਲਤੀ ਹੋ ਜਾਣੀ ਜਾਂ ਕਿਸੇ ਜਿਹਦਾ ਨਹੀਂ ਕਸੂਰ ਉਹ ਵੀ ਮਾਰਿਆ ਜਾਣਾ। ਜਦੋਂ ਜੰਗਾਂ ਚੱਲਦੀਆਂ ਗੋਲੀ ਦੇ ਨਾਲ ਫਿਰ ਗੋਲੀ ਵਹਿੰਦੀ ਨਹੀਂ ਕਿ ਕੌਣ ਕਸੂਰਵਾਰ ਹੈ ਕੌਣ ਨਹੀਂ, ਜਦੋਂ ਸਾਰੀ ਹਕੂਮਤ ਤੁਹਾਡੇ ਪਿੱਛੇ ਹੋਵੇ। ਪਰ ਬੜੀ ਗੱਲ ਮਸ਼ਹੂਰ ਹੈ ਬੱਬਰਾਂ ਦੇ ਲਈ, ਜਾਂ ਜਦੋਂ ਇਹਨਾਂ ਨੂੰ ਛੱਡ ਕੇ ਵੀ ਜਾਣਾ ਪਿਆ, ਜਦੋਂ ਪੰਜਾਂ ਸਿੰਘਾਂ ਨੇ ਅਰਦਾਸ ਕੀਤੀ, ਜਦੋਂ ਗੋਲੀ ਸਿੱਕਾ ਸਾਰਾ ਬੱਬਰਾਂ ਕੋਲ ਮੁੱਕ ਜਾਂਦਾ, ਜਿਹੜਾ ਘੱਲੂ ਘਾਰੇ ਵੇਲੇ ਦਰਬਾਰ ਸਾਹਿਬ ਤੇ ਜਿਹੜਾ ਅਟੈਕ ਇੰਡੀਅਨ ਗਵਰਨਮੈਂਟ ਵੱਲੋਂ ਕੀਤਾ ਗਿਆ ਸੀ, ਜਦੋਂ ਸਾਰਾ ਅਸਲਾ ਮੁੱਕ ਜਾਂਦਾ ਤੇ ਪੰਜਾਂ ਸਿੰਘਾਂ ਨੇ ਅਰਦਾਸ ਕੀਤੀ ਕਿ ਜਥੇਦਾਰ ਜੀ ਤੁਸੀਂ ਹੁਣ ਨਿਕਲੋ ਇੱਥੋਂ, ਨਿਕਲ ਕੇ ਜਥੇਬੰਦੀ ਫਿਰ ਤਿਆਰ ਕਰੋ, ਫਿਰ ਸਿੰਘਾਂ ਨੂੰ ਤਿਆਰ ਕਰੋ। ਇਹਨੀ ਇਸ ਚੀਜ਼ ਦਾ ਬੜਾ ਵਿਰੋਧ ਕੀਤਾ, ਪਰ ਜਦੋਂ ਪੰਜਾਂ ਸਿੰਘਾਂ ਨੇ ਡਿਊਟੀ ਲਾਈ ਕਿ ਜਥੇਦਾਰ ਸਾਹਿਬ ਤੁਹਾਨੂੰ ਇੱਥੋਂ ਜਾਣਾ ਪੈਣਾ, ਤੇ ਉੱਥੋਂ ਆਪਣਾ ਯਕੀਨੀ ਜਿੱਥੇ ਤੱਕ ਮੈਨੂੰ ਨੌਲੇਜ ਹੈ ਕਿ ਨਹੀਂ ਆਪਣੀ ਸਪੀਚ 2 ਮਿੰਟ ਦੀ ਉਹ ਗੱਲਬਾਤ ਜਿਹੜੀ ਸਿੰਘਾਂ ਨਾਲ ਕੀਤੀ ਉਹਦੇ ਵਿੱਚ ਇਹ ਕਿਹਾ ਵੀ ਜਿੰਨੇ ਵੀ ਸਿੰਘ ਆ, ਖਾਸ ਕਰਕੇ ਅਸੀਂ ਜਿਹੜਾ ਬੱਬਰਾਂ ਦਾ ਗਰੁੱਪ ਸੀ, ਸਾਰੇ ਸਿੰਘ ਅੱਜ ਪ੍ਰਣ ਕਰੋ ਗੁਰੂ ਦੀ ਹਜ਼ੂਰੀ ਦੇ ਵਿੱਚ ਵੀ ਕੋਈ ਵੀ ਘਰ ਨਹੀਂ ਜਾਊਗਾ। ਯਾਨੀ ਘਰ ਛੱਡ ਦਿੱਤਾ, ਉਹ ਸਿਰਫ ਕੌਮ ਦੀ ਲੜਾਈ ਲੜਨਗੇ, ਤੁਸੀਂ ਘਰ ਨਹੀਂ ਜਾਓਗੇ ਜਿੰਨੇ ਸਿੰਘ ਨਿਕਲ ਚੁੱਕੇ ਆ। ਤੇ ਮੇਰਾ ਖਿਆਲ ਹੈ ਮੋਸਟਲੀ ਇਹ ਸਿੰਘ ਸ਼ਹੀਦ ਹੋ ਗਏ ਸੀ, ਜਾਂ ਜਿਹੜੇ ਬਚੇ ਸਿੰਘ ਵੀ ਸੀ ਉਹਨੇ ਵੀ ਇੰਨਾ ਸਿਰ ਨਵਾਇਆ, ਕੋਈ 40 ਸਾਲ ਬਾਹਰ ਰਹਿ ਕੇ ਆਪਣੇ ਘਰਾਂ ਤੋਂ ਪੂਰੇ ਹੋਏ ਪਰ ਉਹ ਘਰੀ ਵਾਪਸ ਨਹੀਂ ਗਏ। ਇਹ ਬੜੀ ਵੱਡੀ ਗੱਲ ਹੁੰਦੀ ਹੈ। ਸੋ ਕਹਿਣੀ ਕਥਨੀ ਦੇ ਪੂਰੇ ਜਿਹੜੇ ਇਹ ਸਿੰਘ ਸਨ, ਸੋ ਅਸੀਂ ਤਾਂ ਸ਼ਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ, ਤੇ ਜੋ ਇਹਨੇ ਕਰ ਲਿਆ ਉਹਨਾਂ ਦੇ ਲਈ ਤਾਂ ਅਸੀਂ ਇਹਨਾਂ ਦੀਆਂ ਲੀਹਾਂ ਤੇ ਤੁਰ ਸਕਦੇ ਹਾਂ, ਪਰ ਹਾਂ ਅਸੀਂ ਇਹਨਾਂ ਦੇ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਪਰ ਹਾਂ ਇਹ ਜ਼ਰੂਰ ਹੈ ਵੀ ਜਿਹੜਾ ਰਾਹ ਉਹਨਾਂ ਸਾਡੇ ਵੀਰਾਂ ਨੇ ਸਾਨੂੰ ਦੱਸਿਆ, ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਉਹਨਾਂ ਰਾਹਾਂ ਤੇ ਤੁਰ ਸਕੀਏ। ਜੀ ਭਾਈ ਸਾਹਿਬ ਜੀ, ਜਿੱਦਾਂ ਤੁਸੀਂ ਸਭ ਭਾਈ ਕਿਹਾ ਭਈ ਕਹਿਣੀ ਕਥਨੀ ਦੇ ਪੂਰੇ ਉਹ ਬਚਨ ਇਹਨਾਂ ਦੀ ਬੱਬਰਾਂ ਦੀ ਲਹਿਰ, ਜਿਹੜੇ ਬੱਬਰਾਂ ਦੇ ਵਿੱਚ ਸਿੰਘ ਜਿਨ੍ਹਾਂ ਨੇ ਵੱਧ ਚੜ ਕੇ ਯੋਗਦਾਨ ਪਾਇਆ, ਸੂਰਬੀਰ ਬਚਨ ਕੇ ਬਲੀ ਜਿਹੜਾ ਸ਼ਬਦ ਆ ਇਹਨਾਂ ਸੂਰਮਿਆਂ ਤੇ ਪੂਰਾ ਢੁਕਤਾ, ਜਿਹੜਾ ਇੱਕ ਵਾਰੀ ਬਿਆਨ ਮੂੰਹ ਚੋਂ ਨਿਕਲ ਗਿਆ, ਕਿਸੇ ਨਾਲ ਕੋਈ ਗੱਲ ਕਹਿਤੀ ਜਾਂ ਉਹਦੇ ਤੇ ਪੂਰਾ ਪਹਿਰਾ ਦੇਣਾ, ਭਾਵੇਂ ਉਹਦੇ ਤੇ ਜਾਨ ਵੀ ਵਾਰਨੀ ਪੈ ਜਾਏ। ਸੋ ਸਿਰ ਝੁਕਦਾ, ਜਿਵੇਂ ਤੁਸੀਂ ਕਿਹਾ। ਭਾਈ ਬਲਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਭਾਈ ਸਾਹਿਬ ਨੂੰ ਯਾਦ ਕਰਦੇ ਹਾਂ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਜਿਹੜੀ ਕਿ ਜਥੇਬੰਦੀ ਬੱਬਰ ਖਾਲਸਾ, ਜੋ ਕਿ ਜਿਨ੍ਹਾਂ ਦਾ ਸਭ ਤੋਂ ਵੱਧ ਜਿਸ ਵੇਲੇ 1978 ਦੇ ਵਿੱਚ ਵਿਸਾਖੀ ਵਾਲੇ ਦਿਨ ਨਿਰੰਕਾਰੀਆਂ ਵੱਲੋਂ ਜਿਹੜਾ ਕਿ ਸਾਖਾ 1978 ਚ ਕੀਤਾ ਗਿਆ, ਉਹਨਾਂ ਦੇ ਵਿੱਚ ਵੀ ਮੋਢੇ ਹੋ ਕੇ ਇਸੇ ਜਥੇਬੰਦੀ ਦੇ ਸਾਰੇ ਸਿੰਘ ਸਨ ਜੀ। ਉਹਨਾਂ ਸਿੰਘਾਂ ਨੇ ਉਦੋਂ 1978 ਤੋਂ ਲੈ ਕੇ 1984 ਤੋਂ ਲੈ ਕੇ ਜਿਸ ਵੇਲੇ ਐਂਡ ਤੱਕ ਦਰਬਾਰ ਸਾਹਿਬ ਤੇ ਵੀ ਪੂਰਾ ਫੌਜ ਦਾ ਮੁਕਾਬਲਾ ਕਰਦਿਆਂ ਹੋਇਆ, ਜਿਸ ਵੇਲੇ ਗੋਲੀ ਸਿੱਕਾ ਮੁੱਕ ਜਾਂਦਾ ਆ,
ਬਾਅਦ ਵਿੱਚ ਆ ਕੇ ਵੀ ਇੱਕ ਜੋ ਕਿ ਜਿੱਦਾਂ ਸਾਬੀ ਭਾਈ ਨੇ ਦੱਸਿਆ ਵੀ ਇੱਕ ਸਿਸਟਮ ਬਣਾ ਕੇ ਜਿਸ ਤਰੀਕੇ ਦੀ ਲੜਾਈ 1984 ਤੋਂ ਲੈ ਕੇ ਇਹ ਸ਼ਹੀਦੀ ਤੱਕ 92 ਤੱਕ ਜਿਹੜੀ ਲੜੀ 8 ਸਾਲ ਦਾ ਜੋ ਸਮਾਂ ਕਿੰਨਾ ਦੇ ਮਤਲਬ ਕਿ ਟਾਈਮ ਝੋਨਾ ਕਿ ਜਿਸ ਵੇਲੇ ਕੋਈ ਸੈੱਲ ਫੋਨ ਨਹੀਂ ਕੋਈ ਚੀਜ਼ ਨਹੀਂ ਸੀ, ਮਤਲਬ ਕਿ ਹਰੇਕ ਚੀਜ਼ ਨੂੰ ਆਪਣੇ ਪਿੰਡੇ ਤੇ ਸਹਾਰਦਿਆਂ ਹੋਇਆਂ ਆਖਰੀ ਸਾਹਾਂ ਤੱਕ ਆਪਣਾ ਜਿਹੜਾ ਸੰਘਰਸ਼ ਚੱਲਿਆ, ਆਪਣਾ ਲੜਿਆ ਸੰਘਰਸ਼ ਇਹਨਾਂ ਨੇ। ਤੇ ਜਿਸ ਕਰਕੇ ਅਸੀਂ ਇਸ ਵੇਲੇ ਅਸੀਂ ਵੀ ਉਹਨਾਂ ਦੀਆਂ ਜੁਲੀਆਂ ਦੇ ਉੱਤੇ ਚੱਲ ਵੇਲੇ ਇਸ ਸੰਘਰਸ਼ ਲੜ ਰਹੇ ਹਾਂ, ਪਰ ਜੋ ਉਹਦੇ ਬਹੁਤ ਹੀ ਜ਼ਿਆਦਾ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਮਤਲਬ ਕਿ ਜੋ ਉਹਨਾਂ ਨੇ ਕੀਤਾ ਉਹ ਤਾਂ ਉਹ ਸਿੰਘ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹਨਾਂ ਦਾ ਆਪਾਂ ਕੰਪੇਅਰ ਨਹੀਂ ਕਿਸੇ ਚੀਜ਼ ਨਾਲ ਕਰ ਸਕਦੇ ਇਹਨੂੰ। ਬਿਲਕੁਲ ਜੀ, ਦੇਖੋ ਗੁਰੂ ਮਹਾਰਾਜ ਦੀ ਇੱਕ ਕਿਰਪਾ ਵੀ ਆ ਤੇ ਇਸ ਚੀਜ਼ ਦਾ ਮਾਣ ਵੀ ਮਹਿਸੂਸ ਆ ਕਿ ਸਾਨੂੰ ਮਹਾਰਾਜ ਨੇ ਇੱਧਰ ਨੂੰ ਪ੍ਰੇਰਿਤ ਕੀਤਾ। ਅਸੀਂ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ ਕਿ ਅੱਜ ਉਹਨਾਂ ਸੂਰਮਿਆਂ ਦੇ ਪਾਏ ਪੂਰਨਿਆਂ ਤੇ ਜਾਂ ਉਹਨਾਂ ਦੀ ਚਲਾਈ ਹੋਈ ਲਹਿਰ ਨੂੰ ਜੀਂਦਿਆਂ ਰੱਖਣ ਦੇ ਵਿੱਚ ਅਸੀਂ ਆਪਣਾ ਬਣਦਾ ਤਿਲ ਫੁੱਲ ਜਿਹੜਾ ਯੋਗਦਾਨ ਆ ਉਹ ਪਾ ਰਹੇ ਹਾਂ। ਤੇ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਇਹ ਵਾਅਦਾ ਸਾਡੇ ਸੁਣਨ ਵਾਲੇ ਤੇ ਸਿੱਖ ਕੌਮ ਨਾਲ ਕਰਦੇ ਹਾਂ ਕਿ ਜਿੰਨਾ ਚਿਰ ਸਵਾਸ ਆ ਇਹਨਾਂ ਸ਼ਹੀਦਾਂ ਨੂੰ ਉਹਨਾਂ ਦੇ ਡੁੱਲੇ ਹੋਏ ਹੱਕ ਦਾ ਲਹੂ ਦਾ ਹੱਕ ਲੈਣ ਵਾਸਤੇ ਹਮੇਸ਼ਾ ਤਤਪਰ ਲਵਾਂਗੇ। ਜਿਸ ਤਰ੍ਹਾਂ ਦਾ ਵੀ ਮੌਕਾ ਬਣਦਾ ਰਹੂਗਾ ਉਸ ਤਰ੍ਹਾਂ ਦੇ ਨਾਲ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਵਾਸਤੇ ਹਮੇਸ਼ਾ ਜਿਹੜਾ ਆ ਉਹ ਯੁੱਧ ਜੰਗ ਛੋਟੀ ਹੋਵੇ ਵੱਡੀ ਹੋਵੇ, ਵੋਟਾਂ ਦੀ ਹੋਵੇ, ਕਿਸੇ ਹੋਰ ਪੱਧਰ ਦੀ ਹੋਵੇ, ਉਸ ਨੂੰ ਕਰਨ ਵਾਸਤੇ ਹਮੇਸ਼ਾ ਹੀ ਜਿਹੜਾ ਆ ਉਹ ਆਪਾਂ ਯੋਗਦਾਨ ਪਾਉਂਦੇ ਰਵਾਂਗੇ। ਸੋ ਇੱਕ ਸਾਡੇ ਵੀਰ ਦੀ ਕਾਲ ਆ ਰਹੀ ਹੈ। ਮੈਂ ਆਪਣੇ ਕਾਲਰਾਂ ਨੂੰ ਬੇਨਤੀ ਕਰੂੰਗਾ ਕਿ ਸਾਨੂੰ ਥੋੜ੍ਹਾ ਜਿਹਾ ਟਾਈਮ ਦਿਓ, ਉਸ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਾਂ ਲਵਾਂਗੇ। ਪਰ ਵੀਰ ਦੀ ਕਾਲ ਆ ਰਹੀ ਆ, ਆਪਾਂ ਚਲੋ ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਔਨ 에ਅਰ ਹੋ ਜੀ। ਮੈਂ ਦਾਸ ਭਾਜੀ ਸਿੰਘ ਬੋਲਦਾ ਜੀ ਭਾਈ ਸਾਹਿਬ ਜੀ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਭਰਾਵਾਂ ਨੂੰ, ਭੈਣਾਂ ਨੂੰ, ਵੀਰਾਂ ਨੂੰ ਫਸਟ ਪਿਆਰ ਭਰੀ ਫਤਿਹ। ਤੇ ਮੇਨ ਆਪਣੀ ਗੱਲ ਹੈਗੀ ਵੀ ਇਸ ਵੇਲੇ ਜੋ ਵੀਰ ਸਾਬੀ ਜੀ ਉਹਨਾਂ ਨੇ ਸਾਰੀਆਂ ਗੱਲਾਂ ਬਾਤਾਂ ਆਪਣਾ ਕੀਤੀਆਂ ਵੀ ਉਹਨਾਂ ਦੀ ਅੱਖ ਦਰਬਾਰ ਸਾਹਿਬ ਤੇ ਆ, ਇਹ ਬਹੁਤ ਵੱਡੀਆਂ ਗੱਲਾਂ। ਇਹ ਉਹੀ ਸਮੇਂ ਨੇ ਜਦੋਂ ਘੱਲੂ ਘਾਰੇ ਪੱਤਾ ਸਿੰਘਾਂ ਦਾ ਬੈਰੀ ਤੇ ਗਰਜਾ ਸਿੰਘ ਬੋਤਾ ਸਿੰਘ ਉਹਨਾਂ ਨੇ ਸਰਪ੍ਰਾਈਜ਼ ਦਿੱਤੀਆਂ। ਉਹੋ ਜਿਹੇ ਸਮੇਂ ਆ ਰਹੇ ਨੇ, ਕੋਈ ਬੜਾ ਸਮੇਂ ਉਹੋ ਹੀ ਨਹੀਂ, ਹਾਲਾਤ ਦੁਨੀਆ ਵਾਤਾਵਰਨ ਚੇਂਜ ਹੋ ਗਿਆ ਜੀ। ਤੇ ਇਸ ਵੇਲੇ ਬਹੁਤ ਲੋੜ 2020 ਦੀ ਆਪਾਂ ਬਹੁਤ ਰਿਸਪੈਕਟ ਕਰਦੇ ਹਾਂ। ਸਾਰੀਆਂ ਗੱਲਾਂ ਨੂੰ ਇੱਕ ਭਾਂਡੇ 'ਚ ਸਿਆਣਪ ਦੇ ਭਾਂਡੇ 'ਚ ਪਾ ਕੇ ਕਿਹੜੇ ਚੈਲੰਜ ਨੇ, ਬੜੇ ਗੰਭੀਰ ਚੈਲੰਜਸ ਨੇ। ਬਹੁਤ ਸਾਰੇ ਜਿਹੜੇ ਬੰਦੇ ਨੇ ਜਿੱਦਾਂ ਮੱਛਰ ਡਿੱਗਦਾ ਏਦਾਂ ਡਿੱਗਣ ਦੇ ਹਿੰਦਾਤਾ ਦੀ ਸਪਰੇਅ ਦੇ ਵਿੱਚ ਜੀ ਜੀ ਜੀ। ਇਹਦੇ ਨਾਲ ਮੈਂ ਇੱਕ ਤੁਹਾਨੂੰ ਸ਼ੇਅਰ ਕਰਨੀ ਗੱਲ, ਜੀ ਕੰਮ ਕਰਨਾ ਪੈਣਾ, ਮਿਹਨਤ ਕਰਨੀ ਪੈਣੀ, ਇਹਨੂੰ ਹੰਕਾਰ ਨਾ ਸਮਝਿਓ। ਮੈਂ ਤੁਹਾਨੂੰ ਇੱਕ ਹੱਡ ਬੀਤੀ ਗੱਲ ਸੁਣਾਉਣ ਲੱਗਾ ਜੀ। ਕੁਝ ਸਾਲ ਪਹਿਲੋਂ ਇੱਕ ਜਨਾਨੀ ਉੱਠੀ ਸੀ, ਤੁਲਸੀ ਗੈਬਟ ਜੀ। ਉਹ ਇੰਨੀ ਤੇਜ਼ੀ ਨਾਲ ਉੱਠੀ, ਇੰਨੀ ਹਿੰਦੂਤਵਾ ਦਾ ਇੰਨਾ RSS ਦਾ ਉਹਦੇ ਮਗਰ ਪੈਸਾ ਸੀ ਵੀ ਇੰਨੀ ਤੇਜ਼ੀ ਉਹ ਅਮਰੀਕਾ ਦੀ ਪ੍ਰੈਜ਼ੀਡੈਂਟ ਬਣ ਚੁੱਕੀ। ਜੀ ਜੀ। ਤੇ ਤੁਹਾਨੂੰ ਭਰਾਵਾਂ ਨੂੰ ਬਹੁਤ ਸਾਰਾ ਪਤਾ ਵੀ ਕਈ ਸਾਲਾਂ ਦੀ ਉਹਦੇ ਖਿਲਾਫ ਮੁਹਿੰਮ ਚਲਾਈ, ਲਿਖਤੀ ਤੇ ਮੁਜ਼ਾਹਰਿਆਂ ਦੀ ਮੁਹਿੰਮ, ਤੇ ਜਿੱਥੇ ਜਿੱਥੇ ਜਾਂਦੀ ਸੀ ਉਹਨੂੰ ਕੁਐਸਚਨ ਕੀਤੇ ਗਏ ਜੀ। ਇੱਥੋਂ ਤਾਈਂ 2 ਮਹੀਨੇ ਬੰਦੇ ਭੇਜ ਕੇ ਹਵਾਈ ਦੇ ਵਿੱਚ ਸਾਰੀ ਉਹਦੀ ਡਿਸਟ੍ਰਿਕਟ ਦੇ ਵਿੱਚ ਉਹਦੇ ਆਪੋਜੀਸ਼ਨ ਨੂੰ ਮਿਲ ਕੇ ਸਾਰੀਆਂ ਗੱਲਾਂ ਦੱਸ ਕੇ ਵੋਟਰਾਂ ਨੂੰ ਸਮਝਾ ਕੇ, ਔਰ ਅੱਜ ਤੁਸੀਂ ਨਿਊਜ਼ ਚੈੱਕ ਕਰੋ ਜੀ ਕਿ ਜਿਹੜੀ ਤੁਲਸੀ ਇੱਕ ਟਾਈਮ ਤੇ ਇੱਕ ਬਹੁਤ ਵੱਡਾ ਇਹਨਾਂ ਦਾ ਰੌਕਟ ਤੇ ਹਿੰਦੂਤਵਾ ਦਾ RSS ਦਾ ਬੜੀ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਇਹਨੂੰ ਕਾਬੂ ਕੀਤਾ ਸੀ। ਜਿਹੜੀ ਅਮਰੀਕਾ ਦੀ ਪ੍ਰੈਜ਼ੀਡੈਂਟ ਦੀ ਜਿੱਤ ਦੀ ਸੁਪਨਾ ਲੈ ਰਹੀ ਸੀ, ਅੱਜ ਦੀ ਰਿਜ਼ਲਟ ਆ ਵੀ ਉਹਦੀ ਡਿਸਟ੍ਰਿਕਟ ਦੇ ਵਿੱਚ
ਕਾਂਗਰਸ ਵੂਮਨ ਖੜੀ ਸੀ ਤੇ ਉੱਥੋਂ ਪ੍ਰਾਇਮਰੀ ਇਲੈਕਸ਼ਨ ਹਾਰ ਗਈ। ਵਾਹ ਜੀ ਵਾਹ। ਸੋ This is ਦੇਖੋ, news. ਮੈਂ ਆਪਣੇ ਵੱਲੋਂ ਵੀ ਦੱਸਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਭਾਈ ਭਜਨ ਸਿੰਘ ਹੁਣੀ ਭਿੰਡਰ, ਜਿਨ੍ਹਾਂ ਨੇ ਪਿਛਲੇ ਵੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਸੀ, ਬੜੇ ਲੰਬੇ ਸਮੇਂ ਤੋਂ ਇਸ ਸੰਘਰਸ਼ ਨਾਲ ਜੁੜੇ ਹੋਏ ਨੇ। ਤੇ ਜਿਹੜਾ ਕੰਮ ਅਸੀਂ, ਜਿਹੜੀ ਗੱਲ ਅਸੀਂ ਥੋੜਾ ਜਿਹਾ ਠਹਿਰ ਕੇ ਸ਼ੇਅਰ ਕਰਨੀ ਸੀ, ਚਲੋ ਇਹਨਾਂ ਨੇ ਉਹ ਮੁੱਦਾ ਸਾਡੇ ਨਾਲ ਇਹ ਸ਼ੁਰੂ ਕਰ ਹੀ ਦਿੱਤਾ। ਅੱਜ ਵੀ ਇੱਕ ਆਰਟੀਕਲ ਜਿਹੜਾ ਅਸੀਂ ਪੜ੍ਹ ਰਹੇ ਸੀ, ਸਭੀ ਭਾਈ ਮੇਰੇ ਨਾਲ ਸੀ, ਦਾ ਹਿੰਦੂ 'ਚ ਲੱਗਿਆ ਸੀਗਾ, ਭਾਰਤ ਦੀਆਂ ਏਜੰਸੀਆਂ ਪ੍ਰਤੀ ਤੇ ਉਹ ਕੀ ਜਿਹੜਾ ਆ ਉਹ ਹੱਥ ਕੰਡੇ ਵਰਤ ਰਹੇ ਨੇ ਸਾਨੂੰ ਤੇ ਸਾਡੇ ਸੰਘਰਸ਼ ਨੂੰ ਬਿਲਕੁਲ ਨੇਸ ਤੋਂ ਨਬੂਸ ਕਰਨ ਵਾਸਤੇ। ਸੋ ਉਹ ਗੱਲਾਂ ਆਪਾਂ ਤੁਹਾਡੇ ਨਾਲ ਥੋੜਾ ਠਹਿਰ ਅਗਲੇ ਪੜਾਅ ਦੇ ਵਿੱਚ ਸ਼ੇਅਰ ਕਰਾਂਗੇ। ਪਰ ਜੋ ਭਾਈ ਭਿੰਡਰ ਹੁਣੀ ਕਹਿ ਰਹੇ ਨੇ, ਇਹ ਵਧਾਈ ਦੇ ਪਾਤਰ ਨੇ, ਕਿਉਂਕਿ ਇਹਨਾਂ ਨੇ ਤੇ ਇਹਨਾਂ ਦੀ ਜਥੇਬੰਦੀ ਜਿਹੜੀ ਇੱਥੇ ਅਮਰੀਕਾ ਦੇ ਵਿੱਚ ਇਹ ਇੱਕ ਜਥੇਬੰਦੀ ਦੇ ਸੰਚਾਲਕ ਨੇ, ਤੇ ਇਹਨਾਂ ਦੇ ਨਾਲ ਗੋਰੇ ਮੂਲ ਦੇ ਬੰਦੇ ਵੀ ਜਿਹੜੇ ਆ ਉਸ ਜਥੇਬੰਦੀ ਦੇ ਵਿੱਚ ਕੰਮ ਕਰਦੇ ਨੇ। ਤੇ ਸਿੰਗਲ ਹੈਂਡਡਲੀ ਇਹਨਾਂ ਨੇ ਉਹ ਤੁਲਸੀ ਗੈਬਰਟ ਜਿਹੜੀ RSS ਦੀ ਪਲਾਂਟ ਕੀਤੀ ਹੋਈ ਇੱਕ ਅਮਰੀਕਾ ਦੀ, ਜਿਵੇਂ ਨਹੀਂ ਦੱਸਿਆ ਕਿ ਪ੍ਰੈਜ਼ੀਡੈਂਟ ਬਣ ਤੱਕ ਉਹ ਨੇੜੇ ਕੰਢਿਆਂ ਤੇ ਸੀਗੀ ਕਿ ਉਹ ਨਾਮੀਨੇਟ ਹੋ ਜਾਂਦੀ, ਪਰ ਇਹਨਾਂ ਦੀ ਸੰਸਥਾ ਨੇ ਵੀ ਬਹੁਤ ਜ਼ੋਰ ਲਾਇਆ ਤੇ ਅੱਜ ਤੁਲਸੀ ਗੈਬਰਟ ਕਿਤੇ ਲੱਭਿਆ ਨਹੀਂ ਲੱਭਦੀ। ਸੋ ਕੰਟੀਨਿਊ ਰੱਖੋ ਭਾਈ ਸਾਹਿਬ ਜੀ। ਮੈਂ ਇਹ ਤਾਂ ਬੇਨਤੀ ਕੀਤੀ ਕਿ ਇਹ ਨਿੱਕੀ ਜਿਹੀ ਗੱਲ ਜੀ, ਅਸੀਂ ਤਾਂ ਸੋਚਿਆ ਤੁਹਾਡੇ ਭਰਾਵਾਂ ਦੀ ਕਰਨਾ ਦੀ ਪੂਰਾ, ਜਿੰਨੀਆਂ ਮੇਰੀਆਂ ਭੈਣਾਂ ਮਾਤਾਵਾਂ ਸੁਣਦੀਆਂ ਨੇ, ਅਸੀਂ ਕੱਖ ਨਹੀਂ ਗਏ। ਮੈਂ ਇਹ ਦਿਲੋਂ ਕਹਿ ਰਿਹਾ, ਢਿੱਡੋਂ ਕਹਿ ਰਿਹਾ ਤੁਹਾਨੂੰ, ਇਹ ਆ ਵੀ ਜਿਹੜੀ 2020 ਦੀ ਸੰਸਥਾ, ਹੋਰ ਸੰਸਥਾਵਾਂ ਆਪਾਂ ਸਿਰ ਜੋੜ ਕੇ ਸਿਆਣਪ ਦੇ ਨਾਲ ਕੱਲੀ ਡਿਸਟ੍ਰਿਕਟ, ਕੱਲੇ ਥਾਂ ਤੇ ਜਿੱਦਾਂ ਇਹ ਉਤਸ਼ਾਹ ਦੇ ਰਹੇ ਨੇ ਸਾਡੀ, ਤਾਂ ਆਪਾਂ ਉਤਸ਼ਾਹ ਦੇ ਕੇ ਕੱਲਾ ਡਿਸਟ੍ਰਿਕਟ, ਕੱਲੇ ਥਾਂ ਤੇ ਇੱਦਾਂ ਫਾਈਟ ਦਈਏ ਕਿ ਪ੍ਰੋਪਰ ਫਾਈਟ ਦੇਣੀ ਹੈ। ਜਿੰਨੀ ਆਪਾਂ ਇੱਥੇ ਤੇਜ਼ੀ ਦੇ ਨਾਲ ਔਰ ਦਿਮਾਗ ਦੇ ਨਾਲ ਸੰਘਰਸ਼ ਲੜਾਂਗੇ, ਉਹਨਾਂ ਸੁੱਖ ਦਾ ਸਾਹ ਕੱਲੇ ਪੰਜਾਬ ਨੂੰ ਨਹੀਂ, ਹੋਰ ਜਿਹੜੇ ਘੱਟ ਗਿਣਤੀ ਉਹਨਾਂ ਨੂੰ ਆਊਗਾ। ਮੈਂ ਤਾਂ ਇਹ ਗੱਲ ਤਾਂ ਸ਼ੇਅਰ ਕੀਤੀ ਆ ਕਿ ਸਟ੍ਰੈਟਜੀ ਬਣਾਈਏ, ਕੱਲੀ ਛੱਕ ਦੀ ਹੱਥੋਂ ਹੱਥੀ ਘਰੋਂ ਘਰੀ ਡੋਰ ਟੂ ਡੋਰ ਫਾਈਟ ਚੱਲਦੀ ਹੈ। ਮੈਂ ਇੱਕ ਵਾਰੀ ਕਦੋਂ ਵੀ ਬੇਨਤੀ ਕੀਤੀ ਆ, ਡੋਰ ਟੂ ਡੋਰ ਫਾਈਟ ਚੱਲਣ ਦੀ ਆ ਜੀ। ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਆ, ਬੜੀ ਇੱਥੋਂ ਤਾਈਂ ਤੁਸੀਂ ਆਵਾਜ਼ ਪੈਂਦੀ ਹੈ ਸਿੱਖਾਂ ਦੀ, ਬਹੁਤ ਵੱਡੀ ਗੱਲ ਆ। ਮੈਂ ਚਾਹੁੰਦਾ ਇਹਦੇ ਵਿੱਚ ਬਹੁਤ ਜ਼ਿਆਦਾ ਇੰਟੈਲੈਕਚੁਅਲ ਮਾਈਟ ਔਰ ਸਟ੍ਰੈਟਜੀ ਜਿਹੜੀ ਹੈਗੀ ਆ, ਆਪਾਂ ਵੱਧ ਤੋਂ ਵੱਧ ਅਸੀਂ ਕੌਮ ਦੇ ਵਿੱਚ ਜਿਹੜੇ ਵੀ ਕੋਈ ਬੰਦਾ, ਇਹਨੂੰ ਆਪਾਂ ਹੋਰ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਔਥੈਂਟਿਸਿਟੀ ਆ, ਚੀਜ਼ ਆ, ਉੱਤੇ ਵੀ ਆਪਾਂ ਨੂੰ ਪਹਿਰਾ ਦੀ। ਇਹ ਜਿਹੜੀ ਪੋਲੀਟਿਕਸ ਆ, 4-5 ਖੇਤਰ ਆ ਜਿੱਥੇ ਸਾਨੂੰ ਫਰਕ ਕਰਨ ਦੀ ਲੋੜ। ਤੇ ਮੈਂ ਇੰਗਲੈਂਡ ਵਾਲੇ ਸਰੋਤਿਆਂ ਨੂੰ ਬੇਨਤੀ ਕਰਦਾ, ਬਹੁਤ ਮਾਣ ਦੇ ਨਾਲ ਖਬਰ ਆਈ ਆ ਕਿ ਉੱਥੇ ਕੋਈ ਮੈਂਬਰ ਆਫ ਪਾਰਲੀਮੈਂਟ ਆ, ਪ੍ਰੀਤੀ ਗਿੱਲ ਜਾਂ ਕੋਈ ਪ੍ਰੀਤ ਗਿੱਲ, ਹਾਂਜੀ, ਦੇਖੋ ਸਾਰੇ ਨੇ ਖਬਰਾਂ ਸ਼ੇਅਰ ਕਰ ਲਈ, ਬੜੇ ਆਨੰਦ ਲਏ। ਕੀ ਇੱਥੇ ਦਾ ਜਿਹੜਾ ਅਮਰੀਕਾ ਦਾ ਜਿਹੜਾ ਖਬਰਾਂ ਸ਼ੇਅਰ ਕਰਦਾ, ਕੀ ਇੱਥੇ ਦਾ ਵੱਡਾ ਵਕੀਲ ਜਾਂ ਹੋਰ ਬਿਜ਼ਨਸਮੈਨ ਜਾਂ ਦੁਕਾਨਦਾਰ ਜਾਂ ਸਾਹਮਣੇ ਵਾਲੇ, ਇਹਨਾਂ ਦਾ ਫਰਜ਼ ਨਹੀਂ ਬਣਦਾ ਸਾਰਿਆਂ ਦਾ ਕਿ ਉਹ ਇੰਨਾ ਆਪਾਂ ਦਮ ਲੜਾਈਏ ਕਿ ਇਲੈਕਸ਼ਨ ਨਾਲ ਦੁਬਾਰਾ ਹਾਰੇ। ਅਸੀਂ ਹੋਰ ਪ੍ਰੀਤੀ ਗੱਲ ਕਿੱਦਾਂ ਬਣਾਈ ਅਮਰੀਕਾ ਵਿੱਚ, ਅਸੀਂ ਉਹ ਕਾਂਗਰਸਮੈਨ ਖੜੇ ਕਰੀਏ, ਚਲੋ ਯੂਬਾ ਸਿਟੀ ਤੋਂ ਸ਼ੁਰੂ ਕਰ ਦਈਏ ਕਿ ਅਸੀਂ ਰਲ ਮਿਲ ਕੇ ਸਾਰੇ ਹਮਲਾ ਮਾਰੀਏ ਕਿ ਸਾਨੂੰ ਇੱਕ ਬੰਦਾ ਉਹ ਜਿਤਾਈਏ ਜਿਹੜਾ ਠੋਕ ਕੇ ਕਵੇ ਕਿ ਸਿੱਖ ਧਰਮ ਜਿਹੜਾ ਅਮਰੀਕਾ ਦਾ ਇੱਕ ਬਹੁਤ ਇੱਕ ਅਣਟੁੱਟਵਾਂ ਅੰਗ ਆ, ਕਿ ਫਰੀਡਮ ਜਿਹੜੀ ਡੈਕਲੇਰੇਸ਼ਨ ਸਾਡਾ ਸਾਰਾ ਕੁਝ ਸਾਡੇ ਹੱਥ। ਸਿਰਫ ਮੈਂ ਭਰਾਵਾਂ ਨੂੰ ਬੇਨਤੀ ਕਰਦਾ, ਹੁਣ ਆਪਾਂ ਨੂੰ ਇਹ ਜਿਹੜੀ ਚੀਜ਼ ਆ ਇਹਨੂੰ ਆਪਾਂ ਹੋਰ ਲੈਵਲ ਤੇ ਲੈ ਕੇ ਚੱਲੀਏ, ਮਿਹਨਤ ਕਰੀਏ ਤੇ ਇੱਕ ਮੁੱਠ ਹੋ ਜਾਈਏ। ਕੋਈ ਫਰਕ ਨਹੀਂ ਗਾ ਕਿਸੇ ਦਾ ਵੀ, ਸਾਰੇ ਡਟੇ ਆਪਾਂ। ਤੇ ਮੈਂ ਇੰਨੀ ਗੱਲ ਤਾਂ ਸ਼ੇਅਰ ਕੀਤੀ ਆ ਵੀ ਜੇ ਆਪਾਂ ਮਿਹਨਤ ਕਰਾਂਗੇ, ਇੱਕ ਬਾਏ ਵਨ ਇਹਨਾਂ ਨੂੰ ਅਸੀਂ ਝਟਕਾ ਸਕਦੇ ਹਾਂ ਜੀ। ਸਿਆਸੀ ਤੌਰ ਤੇ, ਜੋ ਮੈਂ ਫਿਜ਼ੀਕਲ ਤੌਰ ਤੇ ਨਹੀਂ ਕਹਿ ਰਿਹਾ, ਆਪਾਂ ਨੂੰ ਇੱਥੇ ਕਲਮ ਦੇ ਨਾਲ ਇਹਨਾਂ ਨੂੰ ਮਾਰ ਸਕਦੇ ਹਾਂ ਬਾਹਰ। ਇੰਨੀਆਂ ਬੇਨਤੀਆਂ ਕਰਨੀਆਂ, ਬਾਕੀ ਮਾਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਭਾਈ ਸਾਹਿਬ ਤੁਹਾਡਾ ਕਾਲ ਕਰਨ ਦਾ। ਭਾਈ ਸਾਹਿਬ, ਅਸੀਂ ਚਲੋ ਸਾਡਾ ਪ੍ਰੋਗਰਾਮ ਤੋਂ ਇਹ ਥੋੜਾ ਜਿਹਾ ਹਟਵਾਂ ਜੋ ਭਾਈ ਸਾਹਿਬ ਨੇ ਵਿਚਾਰ ਦਿੱਤੇ ਨੇ, ਪਰ ਮੈਂ ਭਾਈ ਸਾਬੀ ਸਿੰਘ ਜੀ, ਤੁਸੀਂ ਜ਼ਰੂਰ ਇਹ ਤੇ ਆਪਣਾ ਜਿਹੜਾ ਹੈਗਾ ਆ ਪ੍ਰਤੀਕਰਮ ਦਿਓ ਜੋ ਭਾਈ ਭਿੰਡਰ ਹੋਣਾ ਨੇ ਗੱਲ ਕੀਤੀ ਹੈ। ਕਿਰਪਾਜੀਤ ਭਾਜੀ, ਇਹ ਸਾਡੀ ਬਾਣੀ ਵੀ ਕਹਿੰਦੀ ਆ ਕਿ ਤੁਸੀਂ ਸਮੇਂ ਦੇ ਨਾਲ ਚੱਲਣਾ, ਜਿਹੜੀ ਸਮੇਂ ਦੀ ਮੰਗ ਆ ਉਹਦੇ ਨਾਲ ਚੱਲਣਾ। ਸਿੱਖ ਨੇ ਇਕੱਲਾ
ਸੰਤੇ ਨਹੀਂ ਬਣਨਾ, ਨਾਲ ਸਿਪਾਹੀ ਵੀ ਬਣਨਾ। ਬੜੇ ਅਣਥੱਕ ਨੇ ਵੀਰ ਮੇਰੇ ਭਿੰਡਰ ਭਾਜੀ, ਹਮੇਸ਼ਾ ਗੱਲਬਾਤ ਸਾਡੀ ਹੁੰਦੀ ਰਹਿੰਦੀ ਆ। ਕੌਮ ਦੇ ਬੜੇ ਅਣਥੱਕ ਸੇਵਕ ਨੇ। ਜਿਹੜਾ ਪਾੜਾ ਸਾਡੇ ਵਿੱਚ ਉਹਨਾਂ ਨੂੰ ਮਿਨੋਰਟੀ ਨੂੰ ਦਲਿਤ ਦਾ ਨਾਂ ਦੇ ਕੇ ਪਾਇਆ ਜਾਂਦਾ, ਈਵਨ ਕਿ ਸਿੱਖ ਦੀ ਕੋਈ ਜਾਤ ਗੋਤ ਨਹੀਂ, ਉਹਨੂੰ ਮਿਟਾਉਣ ਦੇ ਲਈ ਬਹੁਤ ਜ਼ਿਆਦਾ ਕੰਮ ਕੀਤਾ ਰਣਜੀਤ ਭਾਜੀ ਫਰੋਮ ਦਾ ਡੇ 1 ਜੀ ਜੀ। ਇਹਨਾਂ ਦਾ ਜਿਹੜਾ ਵੀ ਰਿਹਾ ਯੋਗਦਾਨ, ਉਹ ਪੋਲੀਟੀਕਲ ਲੈਵਲ ਤੇ ਆਪਣੇ ਬੰਦਿਆਂ ਨੂੰ ਉੱਪਰ ਚੱਕਣ ਨੂੰ, ਆਪਣੇ ਬੱਚਿਆਂ ਨੂੰ, ਆਪਣੇ ਨਵੇਂ ਬੱਚੇ ਪੋਲੀਟੀਕਲ ਲੈਵਲ ਤੇ ਲਿਆਉਣ ਨੂੰ ਬਹੁਤ ਰਿਹਾ। ਕਿ ਤੁਲਸੀ ਗਾਬੜ ਦਾ ਨਾਂ ਲੈ ਰਿਹਾ ਸੀ ਕਿ ਜਿਹੜੀ ਆਲਮੋਸਟ ਡੈਮੋਕ੍ਰੇਟਾਂ ਵੱਲੋਂ ਪ੍ਰੈਜ਼ੀਡੈਂਟ ਨੋਮਨੀ ਹੋਣ ਨੂੰ ਫਿਰਦੀ ਸੀ, ਹੁਣ ਜਿੱਦਾਂ ਨਹੀਂ ਦੱਸਿਆ ਕਿ ਆਪਣੀ ਡਿਸਟ੍ਰਿਕਟ ਦੇ ਵਿੱਚੋਂ ਵੀ ਹਾਰ ਗਈ। ਕੋਈ ਛੋਟੀਆਂ ਗੱਲਾਂ ਨਹੀਂ ਹੁੰਦੀਆਂ, ਕਿਤੇ ਵੀ ਕੋਈ ਪ੍ਰੋਗਰਾਮ ਹੋਵੇ, ਕਿਤੇ ਵੀ ਕੋਈ ਗੱਲ ਹੋਵੇ, ਇਹ ਭਾਜੀ ਭਿੰਡਰ ਭਾਜੀ ਹਮੇਸ਼ਾ ਵੱਧ ਚੜ ਕੇ ਉਹ 'ਚ ਹਿੱਸਾ ਲੈਂਦੇ ਆ। ਗੱਲ ਏਦਾਂ ਹੁੰਦੀ ਆ ਕਿ ਬਹੁਤ ਗਿਣਤੀ ਜਿਹੜੇ ਅਸੀਂ ਸਿੰਘ ਇੱਥੇ ਆਏ ਆ, ਕਈ ਰੁਜ਼ਗਾਰ ਦੀ ਖਾਤਰ ਆਏ ਆ। ਐਜੂਕੇਸ਼ਨ ਲੈਵਲ ਬਾਜੇ ਵੇਲੇ ਇੰਨਾ ਹਾਇਰ ਨਹੀਂ ਹੁੰਦਾ। ਸੋ ਜਿਹੜੇ ਵੀਰਾਂ ਦਾ ਐਜੂਕੇਸ਼ਨ ਲੈਵਲ ਹਾਈ ਆ, ਉਹਨਾਂ ਨੂੰ ਚਾਹੀਦਾ ਕਿ ਇਸ ਮੁਹਿੰਮ ਦੇ ਵਿੱਚ ਜ਼ਰੂਰ ਆਉਣ। ਜੇ ਆਪਣੀ ਗੱਲ ਕਰੀਏ, ਇੱਕ ਟਰੱਕਿੰਗ ਨਾਲ ਰਲਦੇ ਮਿਲਦੇ ਕਿੱਤੇ ਨਾਲ ਸਾਰੀ ਉਮਰ ਕੰਮ ਕਰਕੇ ਜਿਹੜੀ ਕੁਆਲੀਫਿਕੇਸ਼ਨ ਭਿੰਡਰ ਭਾਜੀ ਦੀ, ਉਹ ਸਾਡੀ ਕਦੇ ਨਹੀਂ ਹੋ ਸਕਦੀ। ਅਸੀਂ ਚਾਹੇ ਜਿੰਨਾ ਮਰਜ਼ੀ ਪੈਸੀ ਜਾਈਏ। ਸੋ ਅਸੀਂ ਚਾਹੁੰਦੇ ਆ ਕਿ ਇਹੋ ਜਿਹਾ ਵੀਰ, ਮੈਂ ਉਹਨਾਂ ਮਾਵਾਂ ਨੂੰ ਵੀ ਕਹਿਣਾ ਕਿ ਆਪਣੇ ਬੱਚੇ ਨੂੰ ਸਿਰਫ ਡਾਕਟਰ ਤੇ ਇੰਜੀਨੀਅਰ ਬਣਾਉਣ ਦੀ ਕੋਸ਼ਿਸ਼ ਨਾ ਕਰੋ, ਨਾ ਆਪਣੇ ਬੱਚਿਆਂ ਨੂੰ ਪੋਲੀਟੀਕਲ ਸਾਈਡ ਤੇ ਵੀ ਭੇਜੋ। ਆਪਣੀ ਕੌਮ ਦਾ ਵੀ ਕੁਛ ਦੇਖੋ। ਜਿਹੜੀ ਸਾਡੀ ਭੈਣ ਪ੍ਰੀਤ ਗਿੱਲ ਨੇ ਇੰਗਲੈਂਡ ਤੋਂ ਅੱਜ ਬਿਆਨ ਲਾਇਆ, ਖਾਲਿਸਤਾਨ ਦੀ ਡਿਮਾਂਡ UNO ਦੇ ਚਾਰਟਰ ਥੱਲੇ ਸੇਫ ਆ, UN ਦੇ ਚਾਰਟਰ ਦੇ ਥੱਲੇ ਉਹ ਲੀਗਲ ਆ, ਉਹ ਆਉਂਦੀ ਆ। ਉਹ ਕਿੱਡੀ ਖੁਸ਼ੀ ਦੀ ਗੱਲ ਆ। ਉਹ ਭੈਣ ਸਾਡੀ ਇੱਕ ਅਹੁਦੇ ਤੇ ਹੋ ਕੇ, ਨਿਧੜਕ ਹੋ ਕੇ ਖਾਲਿਸਤਾਨ ਦੀ ਜਿਹੜੀ ਗੱਲ ਕਰਦੀ, ਕਿਉਂਕਿ ਸਾਡੇ ਰੂਟ ਆ, ਸਾਡੇ ਬੱਚੇ ਇਹਦੇ ਨਾਲ ਜੁੜੇ ਹੋਏ, ਇਹਦੇ ਵਿੱਚ ਸ਼ੱਕ ਕੋਈ ਨਹੀਂ। ਕਈ ਵਾਰ ਸਾਡੀ ਦੌੜ ਸਿਰਫ ਲਗਜ਼ਰੀ ਤੱਕ ਲੱਗਦੀ ਆ ਕਿ ਮੈਂ ਆਪਣੇ ਬੱਚੇ ਡਾਕਟਰ ਤੇ ਇੰਜੀਨੀਅਰ ਬਣਾਉਣੇ ਆ, ਉਹਨੂੰ ਕੌਮ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਮੈਂ ਚਾਹੁੰਦਾ ਪੜ੍ਹਿਆ ਲਿਖਿਆ ਵਰਗ ਮੋਹਰੇ ਆਵੇ। ਅਸੀਂ ਚਾਹੁੰਦੇ ਆ ਕਿ ਅਸੀਂ ਇਹ ਸੀਟਾਂ ਨਾ ਮੰਗ ਰੱਖੀਏ। ਕੱਲ ਨੂੰ ਇਹੋ ਜਿਹੇ ਬੱਚੇ ਮੇਰੇ ਮੂਹਰੇ ਆਉਣ ਜਿਹੜੇ ਇੱਥੋਂ ਪ੍ਰਾਇਮਰੀ ਤੋਂ ਲੈ ਕੇ ਆਪਣੇ ਮੇਜਰ ਕਰਨ ਤੱਕ ਇਹਨਾਂ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਜਾਂਦੇ ਆ। ਸੋ ਇਹ ਭਿੰਡਰ ਭਾਜੀ ਕਰਨ ਦੀ ਕੋਸ਼ਿਸ਼ ਕਰਦੇ ਆ। ਅਸੀਂ ਬੜੇ ਧੰਨਵਾਦੀ ਆ, ਸਾਡੇ ਨਾਲ ਰਲ ਕੇ ਚੱਲਦੇ ਨੇ, ਬੜੇ ਰਿਣੀ ਆ। ਸੋ ਇਹਨਾਂ ਦੀ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਬਿਲਕੁਲ ਸਹਿਮਤ ਹੈ ਜਿਨ੍ਹਾਂ ਦੀ ਗੱਲ ਦੇ ਨਾਲ। ਬਿਲਕੁਲ ਜੀ। ਦੇਖੋ, ਅਸੀਂ ਜਿਹੜੀ ਗੱਲ ਕਰਨੀ ਸੀਗੀ ਕਿ ਅੱਜ ਜਿਹੜਾ ਆਰਟੀਕਲ ਹਿੰਦੂ 'ਚ ਲੱਗਾ ਸੀਗਾ, ਉਹ ਰਾਹ ਦੇ ਵੱਲੋਂ ਇੱਕ ਪੱਤਰਕਾਰ ਨੇ ਬੁੱਕ ਲਿਖੀ ਹੈ ਜਿਹੜੀ ਹੈ, ਉਹਦੇ ਵਿੱਚ ਉਹਨੇ ਰਾਹ ਦੇ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਇੰਡੀਆ ਦੀ ਏਜੰਸੀ ਜਿਹੜੀ ਆ ਉਹਨੇ ਜੋ ਕੀਤਾ, ਉਸ ਦੇ ਬਾਰੇ ਬੜੇ ਵਿਸਥਾਰ ਨਾਲ ਲਿਖਿਆ। ਮੈਂ ਇੱਕ ਦੋ ਪੁਆਇੰਟ ਤੁਹਾਡੇ ਨਾਲ ਉਹਦੇ 'ਚੋਂ ਸ਼ੇਅਰ ਕਰਨੇ ਨੇ। ਸੋ ਗੱਲ ਇਹ ਆ ਵੀ ਭਾਵੇਂ ਤੁਸੀਂ ਭਾਰਤ ਵਿੱਚੋਂ, ਜਦੋਂ ਤੁਸੀਂ ਭਾਰਤ ਵਿੱਚੋਂ, ਉਦੋਂ ਤਾਂ ਤੁਹਾਨੂੰ ਤੁਹਾਡੀ ਲਹਿਰ ਨੂੰ, ਤੁਹਾਡੀ ਆਵਾਜ਼ ਨੂੰ ਬੰਦ ਕਰਨ ਵਾਸਤੇ ਉਹਨਾਂ ਕੋਲੇ ਬਹੁਤ ਟੂਲ ਨੇ। ਸੈਂਟਰ 'ਚ ਸਰਕਾਰ ਉਹਨਾਂ ਦੀ ਆ, ਪੰਜਾਬ ਦਾ ਹਰ ਇੱਕ ਜਿਹੜੀ ਆ ਡਿਪਾਰਟਮੈਂਟ ਮੈਨੇ ਰੱਖਦੀ ਆ। ਪੰਜਾਬ 'ਚ ਸਰਕਾਰ ਉਹਨਾਂ ਦੀ ਆ। ਪੰਜਾਬ 'ਚ ਐਜੂਕੇਸ਼ਨ ਤੇ ਉਹਨਾਂ ਨੇ ਪੂਰਾ ਗਲਵਾ ਪਾਇਆ ਹੋਇਆ। ਜਿਵੇਂ ਅਸੀਂ ਪਹਿਲਾਂ ਗੱਲਾਂ ਕਰਦੇ ਰਹਿੰਦੇ ਆ, ਇੱਥੇ ਤੱਕ ਕਿ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਤੇ ਵੀ ਅੱਜ ਕੱਲ੍ਹ ਉਹਨਾਂ ਦਾ ਹੀ ਬੋਲਬਾਲਾ। ਸੋ ਉੱਥੇ ਭਾਰਤ ਵਿੱਚ ਸਿੱਖਾਂ ਦੀ ਆਵਾਜ਼ ਜਿਹੜੀ ਦਬਾਉਣੀ ਆ, ਇੰਡੀਆ ਵਾਸਤੇ ਬੜਾ ਸੌਖਾ ਕੰਮ ਆ। ਜਿਵੇਂ ਕਿ ਹੁਣ UAPA ਵਰਗੇ ਕਾਨੂੰਨ, ਜਿਨ੍ਹਾਂ ਨੂੰ ਜਿਹੜੇ ਦੁਨੀਆ ਦੇ ਲੈਵਲ ਦੇ ਹਿਸਾਬ ਦੇ ਨਾਲ, ਡੈਮੋਕ੍ਰੇਸੀ ਦੇ, ਕਿਸੇ ਵੀ ਡੈਮੋਕ੍ਰੇਸੀ ਦੇ ਹਿਸਾਬ ਦੇ ਨਾਲ ਬੜੇ ਬਰਬੈਰਿਕ, ਬਹੁਤ ਆਊਟਡੇਟਡ ਕਾਨੂੰਨ ਨੇ। ਕਿਸੇ ਦੀ ਬਿਨਾਂ ਸੁਣਾਈ ਤੋਂ, ਬਿਨਾਂ ਪੁੱਛਗਿੱਛ ਤੋਂ ਚੱਕ ਕੇ ਉਹਨੂੰ ਜੇਲ੍ਹ 'ਚ ਲੈ ਜਾਣਾ, ਘਰਦਿਆਂ ਨੂੰ ਵੀ ਨਹੀਂ ਦੱਸਣਾ, ਕੋਈ ਕੇਸ ਵੀ ਨਹੀਂ ਪਾਉਣਾ। ਮਤਲਬ ਟੋਟਲ ਜੇ ਇਹਨੂੰ ਗੁੰਡਾਗਰਦੀ ਦਾ ਲਾ ਕਹਿ ਦਈਏ ਤਾਂ ਕੋਈ ਅੱਤ ਕਥਨੀ ਨਹੀਂ ਹੋਊਗੀ। ਹਾਲੇ ਕਿ ਇਸ ਤੋਂ ਵੀ ਵੱਧ ਆ। ਗੁੰਡਿਆਂ ਦੀ ਵੀ ਕੋਈ ਅਕਾਊਂਟੇਬਿਲਿਟੀ ਹੁੰਦੀ ਆ। ਕੋਈ ਗੁੰਡਾਗਰਦੀ ਕਰਦਾ ਤਾਂ ਉਹਨੂੰ ਵੀ ਡਰ ਹੁੰਦਾ ਵੀ ਮੈਂ ਕਿਤੇ ਫੜਿਆ ਨਾ ਜਾਵਾਂ। ਪਰ ਇਹ UAPA ਦਾ ਜਿਹੜਾ ਕਾਨੂੰਨ ਆ, ਇਸ ਤਾਂ ਇੱਕ ਗੁੰਡਾਗਰਦੀ ਤੋਂ ਵੱਧ ਕੇ ਬਣਾਉਣੀ ਜਿਹੜੀ ਆ, ਇਹ ਸਰਕਾਰ ਨੇ ਆਪਣੇ ਉੱਥੇ ਲੋਕਾਂ ਨੂੰ ਟੂਲ ਦੇ ਛੱਡੇ ਆ, ਮਿਨੋਰਟੀਜ਼ ਦੀ, ਖਾਸ ਕਰਕੇ ਸਿੱਖਾਂ ਦੀ, ਪੰਜਾਬ ਦੇ ਲੋਕਾਂ ਦੀ ਆਵਾਜ਼ ਬੰਦ ਕਰਨ ਵਾਸਤੇ। ਸੋ ਪਰ ਇਹ ਗੱਲ ਹੈਗੀ ਆ ਭਾਰਤ ਦੀ।
ਉੱਥੇ ਤਾਂ ਤੁਹਾਨੂੰ ਫੜ ਕੇ ਥਾਣਿਆਂ 'ਚ ਵੀ ਦੇਂਦੇ ਆ, ਕੁੱਟਮਾਰ ਵੀ ਕਰਦੇ। ਜਿਸ ਹਿਸਾਬ ਨਾਲ ਉਹ ਤੁਹਾਡੀ ਆਵਾਜ਼ ਬਾਹਰਲੇ ਮੁਲਕਾਂ ਦੇ ਵਿੱਚ ਬੰਦ ਕਰਦੇ ਆ, ਉਹ ਟੂਲ ਕੁਝ ਵੱਖਰੇ ਨੇ। ਉਹ ਜਿਹੜੀ ਆ ਉਹ ਜ਼ਿਆਦਾਤਰ ਤੁਹਾਡੇ ਵਿੱਚ ਘੁਸਪੈਠ ਕਰਕੇ ਜਾਂ ਇਹਨਾਂ ਦੇਸ਼ਾਂ ਦੀਆਂ ਸਰਕਾਰਾਂ, ਇਹਨਾਂ ਦੇਸ਼ਾਂ ਦੇ ਸਰਕਾਰਾਂ ਦੇ ਚੁਣਨ ਵਾਲੇ ਜਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਲਾਬੀ ਕਰਕੇ ਝੂਠ ਬੋਲ ਕੇ ਉਹਨਾਂ ਕੋਲ, ਤੇ ਉਹ ਸਰਕਾਰਾਂ ਜਿਹੜੀਆਂ ਨੇ ਰੈਫਰੈਂਡਮ 2020 ਜਿਹੜਾ ਕਿ ਬਿਲਕੁਲ UN, ਅਮਰੀਕਾ, ਕੈਨੇਡਾ, ਇੰਗਲੈਂਡ ਹਰੇਕ ਕੰਟਰੀ ਦੇ ਤੇ UN ਦੇ ਕਾਨੂੰਨ ਦੇ ਆਧਾਰ ਤੇ ਜਿਹੜੀ ਮੂਵਮੈਂਟ ਆ ਉਹ ਚੱਲ ਰਹੀ ਆ, ਪਰ ਉਹਨੂੰ ਵੀ ਟੈਰੋਰਿਜ਼ਮ ਦੇ ਨਾਲ ਜੋੜਨ ਵਾਸਤੇ ਇਹ ਕਿਸੇ ਹੱਦ ਤੱਕ ਲੋਕ, ਇਹ ਜੋ ਭਾਰਤ ਵਾਲੇ ਨੇ, ਇਹ ਕਾਮਯਾਬ ਹੁੰਦੇ ਨੇ। ਉਹ ਜਿਹੜੀ ਕਿਤਾਬ ਉਹ ਸਾਡੇ ਉਹ ਪੱਤਰਕਾਰ ਵੀਰ ਨੇ ਲਿਖੀ ਆ, ਉਹਦੇ ਵਿੱਚੋਂ ਕਾਫੀ ਜਿਹੜੇ ਅਹਿਮ ਹੈ ਖੁਲਾਸੇ ਕਰਦਾ ਕਿ ਜਦੋਂ ਪਹਿਲੀ ਵਾਰੀ 1984 ਵਾਲਾ ਸੰਘਰਸ਼ ਚੱਲਿਆ ਸੀ, ਜਿਹੜਾ ਕਿ ਮੁੜ ਕੇ 1994 ਤੱਕ ਹਥਿਆਰਬੰਦ ਸੰਘਰਸ਼ ਸੀਗਾ, ਉਹ ਕਹਿੰਦਾ ਵੀ ਉਦੋਂ ਸੰਘਰਸ਼ ਤਾਂ ਪੰਜਾਬ 'ਚ ਜਿਹੜਾ ਚੱਲਦਾ ਸੀ, ਜਿਹੜਾ ਬਾਹਰਲੇ ਦੇਸ਼ਾਂ ਦੇ ਵਿੱਚੋਂ ਇਹਨੂੰ ਵੱਡੇ ਪੱਧਰ ਤੇ ਹੁੰਗਾਰਾ ਮਿਲਿਆ। ਬਾਹਰਲੇ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਇਸ ਸੰਘਰਸ਼ ਨੂੰ ਬਹੁਤ ਵੱਧ ਕੇ ਸਪੋਰਟ ਦਿੱਤੀ, ਤੇ ਜਿਹੜੀ ਭਾਰਤ ਦੀਆਂ ਏਜੰਸੀਆਂ ਸੀਗੀਆਂ ਉਹ ਉਸ ਨੂੰ ਫਾਈਟ ਕਰਨ ਵਾਸਤੇ, ਉਸ ਲਾਬੀ ਵਾਸਤੇ ਤਿਆਰ ਨਹੀਂ ਸਨ, ਉਹ ਰੈਡੀ ਨਹੀਂ ਸਨ। ਉਹਨਾਂ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਸਿੱਖ ਜਿਹੜੇ ਆ ਉਹ ਐਡੀ ਵੱਡੀ ਤਰ੍ਹਾਂ ਇਸ ਸੰਘਰਸ਼ ਦੀ ਸਪੋਰਟ ਕਰਨਗੇ ਤੇ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਤੱਕ ਲਾਬੀ ਕਰਕੇ ਆਪਣੇ ਹਮਾਇਤ ਵਿੱਚ ਉਹਨਾਂ ਨੂੰ ਖੜੀਆਂ ਕਰਨਗੇ। ਸੋ ਅੱਗੇ ਉਹ ਜਿਹੜਾ ਅਹਿਮ ਪੁਆਇੰਟ ਦੱਸਦਾ, ਉਹ ਕਹਿੰਦਾ ਵੀ ਜਿਹੜੀ ਹੁਣ ਰੈਫਰੈਂਡਮ 2020 ਦੀ ਲਹਿਰ ਬਾਹਰਲੇ ਦੇਸ਼ਾਂ ਵਿੱਚੋਂ ਉੱਠੀ ਆ, ਇਹਨੂੰ ਜਿਹੜਾ ਟੈਕਲ ਕਰਨ ਵਾਸਤੇ, ਇਹਦਾ ਸਾਹਮਣਾ ਕਰਨ ਵਾਸਤੇ, ਇਹਨੂੰ ਫਾਈਟ ਕਰਨ ਵਾਸਤੇ ਜਿਹੜੀ ਭਾਰਤ ਸਰਕਾਰ ਆ ਉਹ ਪੂਰੀ ਤਰ੍ਹਾਂ ਤਿਆਰ ਆ। ਜਿਹੜੀਆਂ ਮਿਸਟੇਕਾਂ, ਗਲਤੀਆਂ ਉਹਨਾਂ ਨੇ ਪਹਿਲੇ ਸੰਘਰਸ਼ ਦੌਰਾਨ ਬਾਹਰਲੀਆਂ ਸਰਕਾਰਾਂ ਨੂੰ ਆਪਣਾ ਝੂਠ ਸੱਚ ਦੱਸਣ ਤੋਂ ਥੋੜਾ ਉਹਨਾਂ ਨੂੰ ਦੇਰੀ ਹੋ ਗਈ ਸੀ ਜਾਂ ਟਾਈਮ ਸਿਰ ਨਹੀਂ ਸੀ ਦੱਸ ਸਕੇ। ਇਸ ਵਾਰ ਕਹਿੰਦਾ ਰੈਫਰੈਂਡਮ 2020 ਨੂੰ ਜਿਹੜਾ ਰੋਕਣ ਵਾਸਤੇ ਅਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਪੂਰੀ ਤਰ੍ਹਾਂ ਤਿਆਰ ਆ। ਤੇ ਉਸ ਤੇ ਜਿਹੜੇ ਉਹ ਪੁਆਇੰਟ ਦੋ ਦੱਸਦਾ ਆ, ਉਹ ਕਹਿੰਦਾ ਆ ਭਈ ਅਸੀਂ ਭਾਰਤ ਦੀਆਂ ਏਜੰਸੀਆਂ ਦੇ ਜਿਹੜਾ ਖੁਫੀਆ ਏਜੰਸੀਆਂ 219 ਚ ਜਿਹੜੀ ਮੀਟਿੰਗ ਹੋਈ ਆ, ਉਸ ਤੇ ਸਹਿਮਤੀ ਹੋਈ ਆ ਕਿ ਖਾਲਸਾ ਦੇ ਸੰਘਰਸ਼ ਨੂੰ 19 ਦੌਰਾਨ ਢਾਹ ਲਾਈ ਗਈ ਸੀ। ਚਲੋ ਉਹ ਤਾਂ ਗੱਲ ਹੋ ਗਈ। ਹੁਣ ਕਹਿੰਦਾ ਵੀ ਜਿਹੜੀ 2020 ਦਾ ਸੰਘਰਸ਼, ਰੈਫਰੈਂਡਮ 2020 ਦਾ ਸੰਘਰਸ਼ ਚੱਲ ਰਿਹਾ ਆ, ਇਸ ਨੂੰ ਢਾਹ ਲਾਉਣ ਵਾਸਤੇ, ਇਸ ਨੂੰ ਰੋਕਣ ਵਾਸਤੇ ਪੰਜਾਬ ਦੇ ਵਿੱਚ ਤੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਹੜੇ ਲੋਕਾਂ ਨੇ 1980 ਤੇ 90 ਦੇ ਦਹਾਕਿਆਂ ਦੇ ਵਿੱਚ ਖਾਲਿਸਤਾਨ ਦੀ ਪਹਿਲੀ ਮੂਵਮੈਂਟ ਨੂੰ ਸਰਪ੍ਰੈਸ ਕਰਨ ਵਾਸਤੇ ਜਿਹੜੇ ਲੋਕਾਂ ਨੇ ਕੰਮ ਕੀਤਾ ਸੀ, ਉਹਨੂੰ ਕਹਿੰਦਾ ਅਸੀਂ ਦੁਬਾਰਾ ਹਾਇਰ ਕਰ ਰਹੇ ਹਾਂ। ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹਨਾਂ ਦੀਆਂ ਪੋਜੀਸ਼ਨਾਂ ਦੇ ਕੇ, ਤੇ ਜਿਸ ਤਰ੍ਹਾਂ ਉਹਨਾਂ ਨੇ ਪਹਿਲਾ ਸੰਘਰਸ਼ ਰੋਕਿਆ ਸੀ ਤੇ ਉਸ ਤਰ੍ਹਾਂ ਹੀ ਅਸੀਂ ਇਹ 2020 ਦੀ ਜਿਹੜੀ ਲਹਿਰ ਚੱਲ ਰਹੀ ਆ ਇਹਨੂੰ ਵੀ ਦਬਾ ਦਿਆਂਗੇ। ਸੋ ਇਸ ਤਰ੍ਹਾਂ ਦੇ ਕੁਝ ਹੋਰ ਹਵਾਲੇ ਦਿੰਦਾ ਆ, ਜਿਹੜੀਆਂ IB, NIA, ਪੰਜਾਬ ਪੁਲਿਸ ਤੇ ਇਹ ਜਿਹੜੀਆਂ ਸਾਰੀਆਂ ਕਹਿੰਦਾ ਏਜੰਸੀਆਂ ਨੇ ਭਾਰਤ ਸਰਕਾਰ ਦੀਆਂ, ਇਹਨਾਂ ਨੇ ਇਕੱਠੇ ਹੋ ਕੇ ਇੱਕ ਜਿਹੜੀ ਆ ਵਿਉਂਤ ਬਣਾਈ ਆ ਕਿ ਇਹਨਾਂ ਨੇ 2020 ਦੀ ਜਿਹੜੀ ਰੈਫਰੈਂਡਮ 2020 ਦੀ ਲਹਿਰ ਆ, ਇਸ ਨੂੰ ਕਿਸ ਤਰ੍ਹਾਂ ਦਬਾਉਣਾ। ਸੋ ਖਾਲਸਾ ਜੀ, ਇਹ ਇਨਫੋਰਮੇਸ਼ਨ ਜਿਹੜੀ ਆ ਅਸੀਂ ਤੁਹਾਨੂੰ ਕਿਉਂ ਦੇ ਰਹੇ ਹਾਂ, ਇਹ ਨਹੀਂ ਕਿ ਅਸੀਂ ਇਸ ਬਿਆਨ ਤੋਂ ਕਿਸੇ ਤਰ੍ਹਾਂ ਘਬਰੇ ਆ ਜਾਂ ਸਾਨੂੰ ਕੋਈ ਚਿੰਤਾ ਆ। ਦੁਸ਼ਮਣ ਤੁਹਾਡੇ ਨਾਲ, ਅਸੀਂ ਕਈ ਵਾਰੀ ਆਪਣੇ ਪ੍ਰੋਗਰਾਮ ਤੋਂ, ਇਹ ਕਿਤਾਬ ਆਉਣ ਤੋਂ, ਇਹ ਬਿਆਨ ਆਉਣ ਤੋਂ ਪਹਿਲਾਂ ਤੁਹਾਨੂੰ ਕਈ ਵਾਰੀ ਕਹਿ ਚੁੱਕੇ ਆ, ਮੇਰੇ ਨਾਲ ਜਿਹੜੇ ਵੀਰ ਜੁੜੇ ਆ ਉਹ ਦੁਬਾਰਾ ਕਹਿ ਚੁੱਕੇ ਆ ਕਿ ਇਹ ਜਿਹੜੀ ਸਰਕਾਰ ਆ, ਜਿਹੜਾ ਤੁਹਾਡਾ ਦੁਸ਼ਮਣ ਆ,
ਉਹ ਤਾਂ ਆਪਣੀ ਫੁੱਲ ਫੋਰਸ ਨਾਲ ਤੁਹਾਡੇ ਨਾਲ ਲੜ ਰਿਹਾ, ਪਰ ਕਈ ਵਾਰੀ ਸਾਡੇ ਵੱਲੋਂ ਢਿੱਲ ਰਹਿ ਜਾਂਦੀ। ਸੋ ਬਲਜਿੰਦਰ ਭਾਈ, ਕੀ ਕਹਿਣਾ ਚਾਹੋਗੇ ਇਹ ਜੋ ਸਾਰਾ ਬਿਆਨ ਆਇਆ, ਤੇ ਕਿਸ ਤਰ੍ਹਾਂ ਸਿੱਖ ਕੌਮ ਦਾ ਰਿਐਕਸ਼ਨ ਇਹ ਸਾਰੇ ਕਾਰਿਆਕਰਮ ਤੇ ਹੋਣਾ ਚਾਹੀਦਾ? ਭਾਈ ਸਾਹਿਬ ਜੀ, ਜਿਹੜੀ ਕਿ ਇੰਡੀਆ ਦੀਆਂ ਏਜੰਸੀਆਂ ਆ, ਉਹਨਾਂ ਨੇ ਤਾਂ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਉਹਨਾਂ ਨੇ ਤਾਂ ਆਪਣੇ ਫੁੱਲ ਫੋਰਸ ਤੇ ਪੂਰੀ ਤਿਆਰੀ ਕਰਕੇ, ਕਿਉਂਕਿ ਉਹਨਾਂ ਦਾ ਇਸ ਵੇਲੇ ਮਕਸਦ ਹੀ ਇੱਕ ਆ, ਉਹਨਾਂ ਨੂੰ ਇਸ ਵੇਲੇ ਚੁਣੌਤੀ ਇੱਕ ਆ ਕਿ ਜਿਹੜੀਆਂ ਬਾਹਰਲੀਆਂ ਕੰਟਰੀਆਂ 'ਚ ਬੈਠੇ ਫਰੀ ਸਿੱਖ ਆ, ਜਿਹੜੇ ਆਜ਼ਾਦੀ ਜਿਹਨਾਂ ਨੂੰ ਪਤਾ ਆ ਕੀ ਆ, ਜਾਂ ਸਿੱਖ ਫੋਰ ਜਸਟਿਸ ਦੀ ਟੀਮ ਲਾ ਲਓ, ਜਿਹੜੇ ਲੱਗੇ ਹੋਏ ਆ, ਜਿਨ੍ਹਾਂ ਨੇ ਸੰਘਰਸ਼ ਇੱਕ ਇੱਦਾਂ ਦੇ ਲੈਵਲ ਤੇ ਜਾ ਕੇ ਖੜਾ ਕਰਤਾ ਆ ਕਿ ਜਿਸ ਕਿਸੇ ਸਮੇਂ ਪੁਰਾਣੇ 80 ਦੇ ਦਹਾਕੇ 'ਚ 90 ਦਹਾਕੇ 'ਚ ਕੋਈ ਇੱਦਾਂ ਦੀ ਗੱਲ ਕਰਦਾ ਸੀ, ਉਹਨੂੰ ਅੱਤਵਾਦੀ ਦਾ ਨਾਂ ਦਿੱਤਾ ਜਾਂਦਾ ਸੀ। ਹੁਣ ਤੁਸੀਂ ਸਿੱਖ ਐਕਟਿਵਿਸਟ ਹੋ, ਅਸੀਂ ਜਿੰਨੇ ਵੀ ਆਪਣੇ ਕੰਮ ਕਾਰ ਕਰਦੇ ਆ ਉਹ ਲਾਅ ਦੇ ਅੰਡਰ ਕਰਦੇ ਆ, ਤੇ ਇਸ ਕਰਕੇ ਪਰ ਜੋ ਇੰਡੀਆ ਨੇ ਕਰਨਾ ਆ, ਅਸੀਂ ਤਾਂ ਆਪਣਾ ਹਰੇਕ ਕੰਮ ਲਾਅ ਦੇ ਅੰਡਰ ਕਰ ਰਹੇ ਹਾਂ, ਪਰ ਉਹਨਾਂ ਨੇ ਕੋਈ ਵੀ ਕੰਮ ਲਾਅ ਦੇ ਅੰਡਰ ਨਹੀਂ ਕਰਵਾ ਰਹਿ ਕੇ। ਉਹਨਾਂ ਨੇ ਆਪਣੇ, ਜਿੱਦਾਂ ਤੁਸੀਂ ਦੱਸਿਆ ਵੀ UAPA ਵਾਲੇ ਜਿੰਨੇ ਵੀ ਜਿੰਨਾ ਜ਼ੋਰ ਉਹਨਾਂ ਦਾ ਇੰਡੀਆ 'ਚ ਲੱਗਣਾ ਆ, ਉਹ ਤਾਂ ਉਹਨੀ ਮਨੁੱਖੀ ਅਧਿਕਾਰਾਂ ਦਾ ਘਾਣ ਕਰਕੇ ਹੀ ਕਰਨਾ ਆ। ਤੇ ਬਾਹਰ ਜਿਹੜੇ ਸਾਡੇ ਗੁਰਦੁਆਰਾ ਸਾਹਿਬ ਆ, ਜਿੱਥੋਂ ਸਾਡੀਆਂ ਇਹ ਮੂਵਮੈਂਟਾਂ ਚੱਲਦੀਆਂ ਨੇ, ਜਿੱਥੋਂ ਅਸੀਂ ਵੋਟਾਂ ਰਜਿਸਟਰ ਕਰਾਉਂਦੇ ਆ, ਜਿੱਥੇ ਸਾਡੇ ਕੈਂਪ ਲੱਗਦੇ ਆ, ਹੁਣ ਹੌਲੀ ਹੌਲੀ ਉਹਨਾਂ ਦੀ ਟਰਾਈ ਇਹੀ ਹੈ, ਜਦ ਤੁਸੀਂ ਦੱਸਿਆ ਹੀ ਆ ਕਿ ਉਹ ਟਰਾਈ ਕਰਨਗੇ ਕਿ ਗੁਰਦੁਆਰੇ ਦੇ ਪ੍ਰਧਾਨਾਂ ਤੱਕ ਜਾਂ ਕਮੇਟੀਆਂ ਤੱਕ, ਜਾਂ ਜਿਹੜੇ ਆਪਣੇ ਇੱਥੇ ਦੇ ਜਿਹੜੇ ਲਾ ਲਓ ਕਿ ਜਿਹੜੇ ਧਨਾੜ ਬੰਦੇ ਨੇ, ਉਹਨਾਂ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਕਰਨਗੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਚੀਜ਼ ਨੂੰ ਧਾਰ ਲਾਈ ਜਾਵੇ। ਜੀ ਜੀ ਜੀ। ਸੋ ਇਸ ਵਾਸਤੇ ਸਾਬੀ ਭਾਈ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਕਹੋ, ਜਾਂ ਇੰਡੀਆ ਦੇ ਪੰਜਾਬ ਵਿੱਚ ਤਾਂ ਸਾਨੂੰ ਲੋਕ ਸੁਣ ਰਹੇ ਨੇ, ਉਹਦੇ ਨਾਲ ਨਾਲ ਕੈਨੇਡਾ, ਅਮਰੀਕਾ, ਇੰਗਲੈਂਡ, ਇਹਨਾਂ ਕੰਟਰੀਆਂ ਦੇ ਵਿੱਚ ਵੀ ਵੱਡੀ ਮਾਤਰਾ ਤੇ ਲੋਕ ਇਸ ਪ੍ਰੋਗਰਾਮ ਨੂੰ ਸੁਣਦੇ ਨੇ। ਸੋ ਆਪ ਵੀ ਉਹਨਾਂ ਲੋਕਾਂ ਤਾਈਂ ਕੀ ਮੈਸੇਜ ਦੇਣਾ ਚਾਹੋਗੇ? ਰਵਨਜੀਤ ਭਾਜੀ, ਇੱਕ ਦੁਨਿਆਵੀ ਗੱਲਾਂ ਹੁੰਦੀਆਂ ਨੇ, ਇੱਕ ਮੈਂ ਸੋਚਦਾ ਕਿ ਧਾਰਮਿਕ ਗੱਲਾਂ ਹੁੰਦੀਆਂ ਨੇ। ਜਦੋਂ ਕੋਈ ਸਿੱਖ ਗੁਰੂ ਸਾਹਿਬ ਦੇ ਮੂਹਰੇ ਅਰਦਾਸ ਕਰਕੇ ਤੁਰ ਪੈਂਦਾ ਜੀ, ਫਿਰ ਉਹ ਜਿੰਨੀਆਂ ਮਰਜ਼ੀ ਆਪਣਾ ਉਹਦੇ ਰਾਹ ਦੇ ਵਿੱਚ ਆਉਣ, ਗੁਰੂ ਸਾਹਿਬ ਨੂੰ, ਜੇ ਤੁਸੀਂ ਗੁਰੂ ਸਾਹਿਬ ਵੱਲ ਨੂੰ ਇੱਕ ਕਦਮ ਕਰਦੇ, ਤੁਹਾਡੇ ਵੱਲ 2 ਕਦਮ ਕਰਕੇ ਉਹ ਸਹਾਈ ਹੁੰਦੇ ਆ। ਇਹ ਕੌਮ ਦਾ ਕੰਮ ਹੈ, ਏਦਾਂ ਹੀ ਚੱਲੀ ਜਾਣਾ। ਇਹ ਛੋਟੀਆਂ ਛੋਟੀਆਂ ਗਿੱਦੜ ਭਗਤੀਆਂ ਜਿਹੜੀਆਂ ਆ, ਇਹਨਾਂ ਤੋਂ ਡਰਨ ਦੀ ਲੋੜ ਨਹੀਂ, ਪਰ ਦੁਸ਼ਮਣ ਨੂੰ ਕਦੇ ਵੀ ਅੰਡਰ ਐਸਟੀਮੇਟ ਨਾ ਕਰੀਏ। ਪਰ ਇਸ ਗੱਲ ਨਾਲ ਇੱਕ ਗੱਲ ਜ਼ਰੂਰ ਕਲੀਅਰ ਹੁੰਦੀ ਹੈ, ਰਾਹ ਦੇ ਬੰਦੇ ਨੇ, ਉਹਨਾਂ ਦੇ ਹੀ ਰਾਹ ਦੇ ਬੰਦੇ ਨੇ ਬੁੱਕ ਲਿਖੀ ਆ। 2-3 ਗੱਲਾਂ ਇਹਦੇ ਵਿੱਚ ਬੜੀਆਂ ਕਲੀਅਰ ਹੁੰਦੀਆਂ ਨੇ। ਸਿੱਖ ਕੌਮ ਨੂੰ ਏਕੇ ਦੀ ਬੜੀ ਲੋੜ ਹੈ। ਇੱਥੇ ਕੀ ਸਵਾਲ ਪੈਦਾ ਹੁੰਦਾ ਕਿ ਸਿੱਖ ਕੌਮ ਨੂੰ ਏਕੇ ਦੀ ਲੋੜ ਹੈ। ਜਿਹੜਾ ਸਿਆਣਾ ਹੁੰਦਾ ਉਹਨੂੰ ਇਸ਼ਾਰਾ ਕਾਫੀ ਹੁੰਦਾ, ਫਿਰ ਇਹਦਾ ਮਤਲਬ ਸਿੱਖ ਕੌਮ ਦਾ ਏਕਾ ਹੋਣਾ ਚਾਹੀਦਾ। ਜਿੰਨੇ ਵੀ ਮੇਨ ਲੀਡਰ ਨੇ, ਜਿੰਨੇ ਵੀ ਅਗਵਾਈ ਕਰਦੇ ਨੇ ਸਿੱਖ ਕੌਮ ਦੀ, ਉਹਨਾਂ ਵਿੱਚੋਂ ਅੱਧਿਆਂ ਦਾ ਕੁਐਸਚਨ ਇਹੀ ਆ ਜੀ, ਇਹ ਕਿੱਦਾਂ ਕਰੂਗੇ ਜੀ, ਕਿੱਦਾਂ ਹੋਊਗਾ, ਇਹ ਕੰਟਰੀ ਨਾਲ ਕਿੱਦਾਂ ਲੜੂਗੇ, ਇਹ UN ਨੂੰ ਇਹਨਾਂ ਦੀ ਕਿੱਦਾਂ ਹੈਲਪ ਕਰੂਗਾ। ਹੁਣ ਜਦ ਤੁਹਾਡਾ ਬੈਰੀ ਕਹਿ ਰਿਹਾ ਕਿ ਸਾਨੂੰ ਇਹਨਾਂ ਨੂੰ ਨਜਿੱਠਣ ਦੇ ਲਈ ਕਰੜੇ ਹੋਣਾ ਪੈਣਾ, ਜਿੱਥੇ ਤੱਕ ਕਰਾਂਗੇ 5 ਤੋਂ 10 ਮਿਲੀਅਨ ਡਾਲਰ ਉਹ ਮਹੀਨੇ ਦਾ ਅਮਰੀਕਨ ਡਾਲਰ ਵੀ ਖਰਚ ਰਿਹਾ, ਖੁਫੀਆ ਸੂਤਰਾਂ ਤੋਂ ਪਤਾ ਲੱਗਾ। ਪਰ ਤੁਸੀਂ ਇਹ ਸੋਚ ਕੇ ਦੇਖੋ ਕਿ ਉਹਨਾਂ ਦੇ ਸਵਾਲਾਂ ਦਾ ਜਵਾਬ ਸਾਰਿਆਂ ਨੂੰ ਦੇ ਦਿੱਤਾ। ਸਿੱਖ ਕੌਮ ਦੇ ਜਿਹੜੇ ਬਖਰੇਵੇਂ ਸੀ ਉਹ ਤੁਹਾਨੂੰ ਇਕੱਠੇ ਹੋਣ ਦਾ ਮੌਕਾ ਦੇ ਰਿਹਾ। ਬਿਲਕੁਲ ਜਸਟਿਸ ਦਾ ਰੈਫਰੈਂਡਮ ਹੈ, ਇਹ ਤੋਂ ਸਾਨੂੰ ਡਰ ਹੈ, ਇਹਨੂੰ ਕਿਸੇ ਨਾ ਕਿਸੇ ਤਰੀਕੇ ਰੋਕਣਾ ਪੈਣਾ। ਦੂਜੀ ਗੱਲ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਕਿ ਜੇ ਸਿੱਖ ਕੌਮ ਅੱਜ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੀ ਹੋ ਜਾਂਦੀ ਆ, ਜਿੰਨੀਆਂ ਮਰਜ਼ੀ ਰਾਹ, ਜਿੰਨੀਆਂ ਪੰਜਾਬ ਪੁਲਿਸਾਂ, ਜਿੰਨੀਆਂ ਵੀ ਸ਼ੱਕ ਕਿਉਂ ਨਾ ਲਾ ਦੇਣ, ਇੱਕ ਦਿਨ ਦੇ ਵਿੱਚ ਤੁਸੀਂ ਆਪਣੀ ਕੰਟਰੀ ਖੜੀ ਕਰ ਸਕਦੇ। ਸਿਰਫ ਗੱਲ ਇੱਥੇ ਮੁੱਕਦੀ ਆ ਕਿ ਸਾਡੇ ਵਿੱਚ ਏਕਾ ਨਹੀਂ। ਜੇ ਇਹ ਗੱਲਾਂ ਸੁਣ ਕੇ ਵੀ ਤੁਸੀਂ ਏਕੇ ਤੇ ਨਹੀਂ ਆਉਂਦੇ, ਫਿਰ ਟੂ ਲੇਟ ਹੋਊਗਾ। ਸੋ ਮੈਂ ਤੁਹਾਨੂੰ ਪੰਜਾਬੀਆਂ ਨੂੰ ਇਸ ਵੇਲੇ ਜੇ ਲੋੜ ਹੈ ਤੇ ਏਕੇ ਦੀ ਲੋੜ ਹੈ। ਸਾਡਾ ਪੈਰੀ ਸਾਡੀ ਚਾਲ ਨੂੰ ਸਮਝ ਚੁੱਕਾ, ਜਿਹੜੇ ਸੱਜਣ ਆ ਉਹਨਾਂ ਦਾ ਸਮਝਣਾ ਹਾਲੇ ਬਾਕੀ ਆ। ਸਾਨੂੰ ਉਹ ਸਿੱਖ ਸੰਗਤ ਸਾਥ ਦੇ ਰਹੀ ਹੈ, ਪਰ ਜਿਹੜੇ ਲੀਡਰ, ਸੋ ਕਾਲਡ ਲੀਡਰ ਰਾਹ ਦੇ ਵਿੱਚ ਰੋੜੇ ਬਣਦੇ ਨੇ ਕਿ ਕਿੱਦਾਂ ਹੋਊਗਾ, ਮੇਰੇ ਥਰੂ ਹੋਵੇ,
ਹਾਲੇ ਵੀ ਸਿੱਖ ਕੌਮ ਆਪਣੇ ਨੂੰ ਪਈ ਆ। ਬੇਨਤੀ ਕਰਦੇ ਆ ਤੁਹਾਡੇ ਮਾਧਿਅਮ ਰਾਹੀਂ ਵੀਰੋ, ਜਿਹੜੇ ਤੁਸੀਂ ਲੀਡਰ ਬਣੇ ਹੋ, ਜੇ ਸਾਡਾ ਨਿਸ਼ਾਨਾ ਇੱਕ ਹੈ ਤਾਂ ਫਿਰ ਦੋ ਰਾਹ ਕਿਉਂ? ਜੇ ਸਾਡਾ ਸਭ ਦਾ ਨਿਸ਼ਾਨਾ ਇੱਕ ਹੈ, ਜੇ ਸੰਘਰਸ਼ ਵਿੱਚ ਅਸੀਂ ਲੜਿਆ ਸੰਘਰਸ਼, ਅਸੀਂ ਉਹਨਾਂ ਨੂੰ ਸਲੂਟ ਕਰਦੇ ਆ। ਜੇ ਅੱਜ ਅਸੀਂ ਇੱਥੇ ਤੁਸੀਂ ਬੋਲਣ ਡਏ ਜੋ ਸੰਗਤ ਸੁਣ ਰਹੀ ਹੈ, ਇਹ ਤਾਂ ਆ ਕਿਉਂਕਿ ਸਾਡੇ ਯੋਧਿਆਂ ਨੇ ਆਪਣੀਆਂ ਜਾਨਾਂ ਦੇ ਕੇ, ਜਿਹੜੇ ਯੋਧੇ ਦੇ ਦਿਨ ਤੇ ਅੱਜ ਬੈਠੇ ਆ ਸੁਖਦੇਵ ਸਿੰਘ ਬੱਬਰ ਵਰਗੇ ਦੇ ਦਿਨ ਤੇ, ਇਹ ਤਾਂ ਹੀ ਸੰਭਵ ਹੋਇਆ ਜਦ ਸੁਖਦੇਵ ਸਿੰਘ ਬੱਬਰ ਵਰਗੇ ਸੂਰਮਿਆਂ ਨੇ ਆਪਣੀ ਕੁਰਬਾਨੀ ਦਿੱਤੀ ਹੈ ਤੇ ਅਸੀਂ ਉਹਨਾਂ ਨੂੰ ਮੁੱਖ ਰੱਖ ਕੇ ਚੱਲਦੇ ਹਾਂ। ਸਾਡੇ ਨਾਲ ਕਦੇ ਵੀ ਉਹਨਾਂ ਦਾ ਵਖਰੇਵਾਂ ਨਹੀਂ ਹੋ ਸਕਦਾ। ਮੈਂ ਕਹਿੰਦਾ ਜੇ ਕੋਈ ਹੋਰ ਪਾਰਟੀ ਵੀ ਰੈਫਰੈਂਡਮ ਕਰਾਉਂਦੀ ਹੁੰਦੀ ਤਾਂ ਅਸੀਂ ਬਿਲਕੁਲ ਉਹਦੇ ਨਾਲ ਹੋਣਾ ਸੀ। ਸੋ ਜਿੰਨੀਆਂ ਸਾਡੀਆਂ ਇੱਕਾ ਦੁੱਕਾ ਜਿਹੜੀਆਂ ਸੰਸਥਾਵਾਂ ਨੇ, ਉਹਨਾਂ ਦੇ ਲੀਡਰਾਂ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਪਲੇਟਫਾਰਮ ਥੱਲੇ ਇਕੱਠੇ ਹੋਈਏ, ਕਿਸੇ ਦੀਆਂ ਅਫਵਾਹਾਂ ਦੇ ਵਿੱਚ ਨਾ ਆਈਏ। ਇਹ ਉਹਨਾਂ ਦਾ ਮੂਲ ਇਹੀ ਹੈ। ਜਿਹੜੀ ਬੁੱਕ ਦਾ ਕਲਿੱਪ ਅੱਜ ਤੁਸੀਂ ਪੜ੍ਹ ਰਹੇ ਹੋ, ਉਹਨਾਂ ਦਾ ਮੂਲ ਇਹੀ ਹੈ ਕਿ ਇਕੱਲੇ ਇਕੱਲੇ ਗੁਰੂ ਘਰ ਦੇ ਪ੍ਰਧਾਨ ਨਾਲ ਵੀ ਅਸੀਂ ਜਾ ਕੇ ਲੌਬੀ ਕੀਤੀ ਜਾ ਕੇ ਪ੍ਰਧਾਨ ਸਾਹਿਬ 2020 ਤੋਂ ਪਰੇ ਰਹੋ, ਤੇ ਉਹ ਕਾਫੀ ਹੱਦ ਤੱਕ ਨਾ ਸਫਲ ਵੀ ਰਹੇ ਆ। ਸੋ ਜੇ ਸਿੱਖ ਕੌਮ ਅੱਜ ਇਕੱਠੀ ਹੋ ਜਾਂਦੀ ਹੈ, ਇਹ 900 ਸਾਲ ਗੁਲਾਮ ਰਹਿਣ ਵਾਲੀ ਕੌਮ ਦੇ ਵਿੱਚ ਜ਼ਰੂਰਤ ਨਹੀਂ ਕਿ ਸਿੱਖ ਕੌਮ ਨੂੰ ਰੋਕ ਸਕਣ। ਜਿੱਤ ਅਖੀਰ ਤੇ ਸਾਡੀ ਹੋਣੀ, ਜਿੱਤ ਅਖੀਰ ਤੇ ਸਿੱਖ ਕੌਮ ਦੀ ਹੋਣੀ ਆ। ਇਹ ਸਾਰਿਆਂ ਨੂੰ ਪ੍ਰਤੱਖ ਪਤਾ ਕਿ ਗੁਰੂ ਸਾਹਿਬ ਤੁਹਾਡੇ ਨਾਲ ਨੇ, ਕੋਈ ਗਲਤ ਕੰਮ ਨਹੀਂ ਅਸੀਂ ਕਰ ਰਹੇ। ਅਸੀਂ ਆਪਣਾ ਬਦਲਾ ਹੀ ਮੰਗਣਾ ਹੈ, ਅਸੀਂ ਆਪਣਾ ਮੁਲਕ ਮੰਗਣ ਰਹੇ ਹਾਂ, ਅਸੀਂ ਆਪਣੇ 3 ਲੱਖ ਸ਼ਹੀਦਾਂ ਦਾ ਜਿਹੜਾ ਬਦਲਾ ਆਇਆ ਖੂਨ ਦਾ, ਉਹੋ ਹੀ ਮੰਗ ਰਹੇ ਹਾਂ। ਤੁਹਾਨੂੰ ਪਤਾ, ਹਰ ਇੱਕ ਨੂੰ ਪਤਾ, ਬੈਰੀ ਨੂੰ ਵੀ ਪਤਾ ਵੀ ਇਹਨਾਂ ਦੀ ਜਿੱਤ ਹੋਣੀ ਹੈ। ਪਰ ਦੇਖ ਲਓ ਵੀ 900 ਸਾਲ ਗੁਲਾਮ ਰਹਿਣ ਵਾਲੀ ਕੌਮ, ਉਹ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਜਿੱਦਾਂ ਭਾਂਡਾ ਜਿਹੜਾ ਛੋਟਾ ਹੁੰਦਾ ਛੇਤੀ ਉਛਲ ਜਾਂਦਾ, 70 ਸਾਲ ਦੇ ਵਿੱਚ ਹੀ ਉਹ ਰਾਜ ਕਰਨ ਦੇ ਸਮਰੱਥ ਨਹੀਂ ਹੈਗੇ। 70 ਸਾਲ ਦੇ ਵਿੱਚ ਉਹਨੇ ਆਪਣੀ ਹੋਣੀ ਦਿਖਾ ਦਿੱਤੀ ਹੈ। ਇੱਕ ਵੀ ਕਮਿਊਨਿਟੀ ਜਿਹੜੀ ਇੰਡੀਆ ਦੇ ਵਿੱਚ ਹੈ ਇਸ ਵੇਲੇ, ਇੱਕ ਵੀ ਕਹਿ ਦੇਵੇ ਕਿ ਅਸੀਂ ਖੁਸ਼ ਹਾਂ। ਈਵਨ ਕਿ ਹਿੰਦੂ ਵੀ ਜਿਹੜੇ ਖੁਸ਼ ਹੁੰਦੇ ਨੇ, ਉਹ ਫੋਕੇ ਹੀ ਖੁਸ਼ ਹੋ ਜਾਂਦੇ ਨੇ ਜਦੋਂ ਅਸਲੀਅਤ ਪਤਾ ਲੱਗਣੀ ਹੈ। ਚੱਪਾ ਚੱਪਾ ਉਸ ਦੇਸ਼ ਦਾ ਕਰਜ਼ਾਈ ਹੋ ਚੁੱਕਾ, ਉਹਨਾਂ ਨੇ ਵੀ ਗੋਡਿਆਂ ਸਿਰ ਦੇ ਕੇ ਰੋਣਾ। ਜੀ ਬਿਲਕੁਲ ਭਾਈ ਸਾਹਿਬ ਜੀ। ਦੇਖੋ, ਇਹ ਮੈਂ ਤਾਂ ਇੱਥੇ ਇੱਕ ਟਿੱਪਣੀ ਹੋਰ ਕਰਨੀ ਆ, ਬਾਕੀ ਤਾਂ ਮੇਰੇ ਵੀਰਾਂ ਨੇ ਬੜੇ ਵਿਸਥਾਰ ਨਾਲ ਦੱਸ ਦਿੱਤਾ। ਭਾਈ ਇਹ ਜਿਹੜਾ ਆਰਟੀਕਲ ਆ ਤੁਹਾਡੇ ਨਾਲ ਸ਼ੇਅਰ ਕਰਨ ਦਾ ਮਕਸਦ ਸਿਰਫ ਇਹੀ ਸੀਗਾ ਕਿ ਤੁਹਾਡਾ ਦੁਸ਼ਮਣ ਤੁਹਾਨੂੰ ਰੋਕਣ ਵਾਸਤੇ ਕਿੰਨੇ ਮਨਸੂਬੇ ਵਰਤ ਰਿਹਾ ਤੇ ਕਿੰਨੇ ਮਿਲੀਅਨਸ ਡਾਲਰ ਉਹ ਹਰੇਕ ਜਿਹੜੇ ਆ ਮਹੀਨਾ ਪ੍ਰਤੀ ਉਹ ਖਰਚ ਰਹੇ ਨੇ। ਸੋ ਉਹ ਸਾਨੂੰ ਫਿਰ ਵੀ ਰੋਕ ਨਹੀਂ ਪਾਉਣਗੇ ਜੇ, ਜਿਵੇਂ ਸਾਬੀ ਭਾਜੀ ਨੇ ਦੱਸਿਆ, ਵੀ ਸਾਡੀ ਕੌਮ ਇੱਕ ਪਲੇਟਫਾਰਮ ਤੇ ਆ ਜਾਂਦੀ ਆ। ਹਾਂ, ਤੁਸੀਂ ਕੋਈ ਜਥੇਬੰਦੀ ਹੋ, ਰਹੋ ਜੀ, ਸਦਕੇ ਬਹੁਤ ਮੁਬਾਰਕ ਆ, ਅਸੀਂ ਵਧਾਈ ਦੇ ਵੀ ਦਿੰਦੇ ਆ, ਤੇ ਜਿੱਥੇ ਤੁਹਾਡੇ ਨਾਲ ਖੜਨ ਦਾ ਸਮਾਂ ਆ ਉੱਥੇ ਖੜਾਂਗੇ ਵੀ। ਕੋਈ ਸੰਸਥਾ ਆ, ਕੋਈ ਸ਼੍ਰੋਮਣੀ ਕਮੇਟੀ ਆ, ਕੋਈ ਹੋਰ ਆ। ਅੱਜ ਮੌਕਾ ਕੌਮ ਨੂੰ ਇੱਕ ਪਲੇਟਫਾਰਮ ਤੇ ਜੋ ਬਾਬਰੀ ਆਪਣੇ ਉੱਥੇ ਵਰਤਿਆ ਅਯੁੱਧਿਆ ਦੇ ਵਿੱਚ, ਉਸ ਨੂੰ ਦੇਖ ਕੇ ਵੀ ਜੇ ਅਸੀਂ ਨਾ ਜਾਗੇ, ਜਿਹੜਾ ਉਸ ਤੋਂ ਵੱਡਾ ਜਿਹੜਾ ਅਟੈਕ ਆ ਉਹ ਕਿਸੇ ਦੀ ਸਾਵਰਨਟੀ ਤੇ ਨਹੀਂ ਹੋ ਸਕਦਾ ਕਿ ਉਹਨਾਂ ਦੀ ਇੱਕ ਐਡੀ ਪੁਰਾਣੀ ਧਾਰਮਿਕ ਸਥਾਨ ਨੂੰ ਢਾਹ ਢੇਰੀ ਕਰਕੇ ਸਰਕਾਰ ਦੇ ਨੁਮਾਇੰਦੇ ਉੱਥੇ ਪਹੁੰਚ ਕੇ ਆਪਣੇ ਧਰਮ ਦਾ ਸਥਾਨ ਉੱਥੇ ਸਥਾਪਿਤ ਕਰਕੇ ਤਾਂ ਉਹਦੇ ਵਿੱਚ ਫਖਰ ਮਹਿਸੂਸ ਕਰਨ ਤੇ ਆਪਣੀ ਜਿੱਤ ਵਾਂਗੂ ਉੱਥੇ ਮਾਹੌਲ ਬਣਾਉਣ, ਤੇ ਕਿਵੇਂ ਪੰਜਾਬ ਦੇ ਵਿੱਚ ਵੀ ਉਸ ਧਰਮ ਵਾਲਿਆਂ ਨੇ ਲੱਡੂ ਵੰਡੇ ਆ। ਸੋ ਜੇ ਇਹ ਸਾਰਾ ਕੁਝ ਦੇਖਦਿਆਂ ਹੋਇਆਂ ਵੀ ਤੁਹਾਨੂੰ ਇਹ ਸਮਝ ਨਹੀਂ ਆਉਂਦੀ ਭਾਈ, ਜੇ ਅਸੀਂ ਅੱਜ ਇੱਕ ਮੁੱਠ ਹੋ ਕੇ ਆਪਣੀ ਗੱਲ ਨਾ ਕੀਤੀ, ਜੇ ਅਸੀਂ ਅੱਜ ਇੱਕ ਮੁੱਠ ਹੋ ਕੇ ਆਪਣੀ ਆਜ਼ਾਦ ਹੋਣ ਦੀ ਮੁਹਿੰਮ ਦੇ ਨਾਲ ਨਾ ਜੁੜੇ, ਤਾਂ ਅਗਲਾ ਨਿਸ਼ਾਨਾ ਉਹਨਾਂ ਦਾ ਸ੍ਰੀ ਦਰਬਾਰ ਸਾਹਿਬ ਆ, ਜਿਸ ਦੇ ਬਾਰੇ ਗੱਲਾਂ ਕੁਝ ਸਮੇਂ ਤੋਂ ਪਹਿਲਾਂ ਤੋਂ ਹੀ ਸ਼ੁਰੂ ਹੋ ਗਈਆਂ। ਅੱਜ ਹੀ ਮੇਰੇ ਵੀਰ ਨੇ ਇਹ ਸਾਰਾ ਕੁਝ ਦੇਖਦਿਆਂ ਹੋਇਆਂ, ਸਾਡੀ ਗੱਲਬਾਤ ਚੱਲ ਰਹੀ ਸੀ ਤੇ ਉਹਨੇ ਮੈਨੂੰ ਇੱਕ ਕਲਿੱਪ ਭੇਜਿਆ ਸੀ ਜੋ ਕਿ ਉਹਨਾਂ ਦੇ ਹਿੰਦੂਆਂ ਦੀਆਂ ਪ੍ਰੋਮਿਨੈਂਟ ਜਿਹੜਾ ਲੀਡਰਸ਼ਿਪ ਪੋਜੀਸ਼ਨ ਦੇ ਉੱਤੇ ਬੈਠੀ ਉਹ ਇਸਤਰੀ ਆ, ਤੇ ਉਹ ਕਹਿ ਰਹੀ ਸੀ ਕਿ
ਪੁਰਾਣੇ 18ਵੀਂ ਸਦੀ ਦਾ ਹਵਾਲਾ ਦੇ ਕੇ ਕਿ ਇਹ ਇੱਕ ਹਿੰਦੂ ਮੰਦਿਰ ਹੁੰਦਾ ਸੀ। ਸੋ ਖਾਲਸਾ ਜੀ ਜੇ ਨਾ ਸੰਭਲੇ ਤਾਂ ਅਗਲਾ ਜਿਹੜਾ ਟਾਰਗੇਟ ਆ ਉਹਨਾਂ ਦਾ ਬਾਬਰੀ ਮਸਜਿਦ ਤੋਂ ਬਾਅਦ ਉਹ ਤੁਹਾਡਾ ਦਰਬਾਰ ਸਾਹਿਬ ਜਿਹੜਾ ਆ ਉਹਨਾਂ ਦੀਆਂ ਨਿਗਾਹ ਦੇ ਵਿੱਚ ਆ। ਦਰਵਾਜ਼ੇ ਤਾਂ ਦਰਸ਼ਨੀ ਦਿਉੜੀ ਦੇ ਉਹ ਉੱਥੋਂ ਲਿਜਾ ਹੀ ਚੁੱਕੇ ਆ। ਇਹ ਤੁਹਾਨੂੰ ਹਿੰਟ ਹੋਣਾ ਚਾਹੀਦਾ ਸੀ, ਪਰ ਕਈ ਵਾਰੀ ਸਾਬੀ ਭਾਈ ਕਹਿੰਦੇ ਹੁੰਦੇ ਵੀ ਅਸੀਂ ਭੁਲੱਕੜ ਬੜੀ ਆ ਸਾਡੀ ਕੌਮ, ਉਹ ਬਾਰ-ਬਾਰ ਗੱਲ ਯਾਦ ਆਉਂਦੀ ਹੈ ਵੀ ਅਸੀਂ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕਰਦੇ, ਭੁਲਾਉਣੇ ਬਹੁਤ ਛੇਤੀ ਆ। ਸੋ ਇਹ ਜੋ ਅੱਜ ਭਾਈ ਸੁਖਦੇਵ ਸਿੰਘ ਜੀ ਹੁਣਾਂ ਬੱਬਰ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਸਟਾਕਟਨ ਵਿੱਚ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਅੱਜ ਸਮਾਗਮ ਰੱਖੇ ਗਏ ਸੀ ਤੇ ਉਸ ਦੇ ਵਿੱਚ ਵੱਧ ਚੜ੍ਹ ਕੇ ਸਾਰੀਆਂ ਅਮਰੀਕਾ ਦੇ ਵਿੱਚ ਵਸਦੀਆਂ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਤੇ ਬੁਲਾਰਿਆਂ ਦੇ ਵੱਖ-ਵੱਖ ਬੁਲਾਰਿਆਂ ਦੇ ਵਿਚਾਰ ਸੁਣਨ ਨੂੰ ਮਿਲੇ ਜਿਨ੍ਹਾਂ ਦੀ ਟੋਨ ਇੱਕ ਹੀ ਸੀਗੀ ਕਿ ਕੌਮ ਨੂੰ ਅੱਜ ਖਬਰਦਾਰ ਹੋਣ ਦੀ ਲੋੜ ਆ, ਸਾਵਧਾਨ ਹੋਣ ਦੀ ਲੋੜ ਆ ਤੇ ਆਪਣੇ ਦੁਸ਼ਮਣ ਨੂੰ ਪਛਾਣ ਕੇ ਉਹਦੇ ਨਾਲ ਇਕਜੁੱਟਤਾ ਹੋ ਕੇ ਲੜਨ ਦੀ ਲੋੜ ਆ। ਖੁਸ਼ੀ ਇਸ ਗੱਲ ਦੀ ਮਹਿਸੂਸ ਹੋਈ ਕਿ ਵੱਖਰੀਆਂ ਜਥੇਬੰਦੀਆਂ ਜੋ ਪਹਿਲਾਂ ਸੰਪਰਕ ਦੇ ਵਿੱਚ ਨਹੀਂ ਸਨ ਉਹਨਾਂ ਸਾਰੀਆਂ ਨੇ ਉੱਥੇ ਇਕੱਤਰ ਹੋ ਕੇ ਜਿਹੜਾ ਇਹ ਯਾਦ ਲਿਆ ਕਿ ਸਾਰੀਆਂ ਹੀ ਜਥੇਬੰਦੀਆਂ ਵੱਧ ਚੜ੍ਹ ਕੇ ਅੱਜ ਕੱਲ੍ਹ ਦਾ ਜੋ ਹਥਿਆਰ ਕਹਿੰਦੇ ਉਹੀ ਹੁੰਦਾ ਜਿਹੜਾ ਮੌਕੇ ਤੇ ਕੰਮ ਆਵੇ। ਅੱਜ ਕੱਲ੍ਹ ਦਾ ਜੋ ਹਥਿਆਰ ਹੈ ਡੈਮੋਕ੍ਰੈਟਿਕ ਤਰੀਕੇ ਨਾਲ ਕਰਵਾਇਆ ਜਾ ਰਿਹਾ ਰੈਫਰੈਂਡਮ, ਤੇ ਉਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ। ਸੋ ਬਹੁਤ ਵਧੀਆ ਸਮਾਗਮ ਸੀ। ਸੋ ਬੜੀ ਖੁਸ਼ੀ ਹੋਈ ਉੱਥੇ ਸਾਰਿਆਂ ਨੂੰ ਇਕੱਠੇ ਦੇਖ ਕੇ ਤੇ ਆਪਣੀ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਜੋੜਦਿਆਂ ਹੋਇਆਂ। ਸੋ ਇਸ ਦੇ ਨਾਲ ਹੀ ਭਾਈ ਤੁਸੀਂ ਉੱਥੇ ਇੱਕ ਗੱਲ ਆਪਣੇ ਬੋਲਦਿਆਂ ਵੀ ਇਹ ਕਹੀ ਸੀ ਜਿਹੜੀ ਹਰਿਮੰਦਰ ਸਾਹਿਬ ਵਾਲੀ ਜਿਹੜੀ ਭਿੰਡਰ ਸਾਹਿਬ ਵੀ ਮੈਂਸ਼ਨ ਕਰਕੇ ਗਏ ਆ। ਕੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਆਪਣੇ ਸਾਡੇ ਜੁੜੇ ਵੀਰਾਂ ਨੂੰ? ਸਾਬੀ ਭਾਈ ਜੀ ਹਰਮਨਜੀਤ ਭਾਜੀ, ਜਿੱਦਾਂ ਇਹ ਕੋਈ ਅਤਕਥਨੀ ਨਹੀਂ, ਕਿਉਂਕਿ ਜਿਹੜਾ ਬਾਬਰੀ ਮਸਜਿਦ ਨੂੰ ਢਾਹ ਕੇ ਉੱਥੇ ਰਾਮ ਮੰਦਿਰ ਬਣਾਉਣ ਦੀਆਂ ਗੱਲਾਂ ਨੇ ਉਹ ਕੁੱਲ ਜਹਾਨ ਦਾ ਝੂਠ ਹੈ, ਸਾਰੀ ਦੁਨੀਆ ਜਾਣਦੀ ਹੈ। ਇਤਿਹਾਸ ਦੇ ਹਵਾਲੇ ਤੁਸੀਂ ਦੇਖ ਲਓ, ਕੋਈ ਵੀ ਹਵਾਲਾ ਦੱਸ ਦਿਓ ਜਿੱਥੇ ਇਹਨਾਂ ਦਾ ਕੋਈ ਹਿਸਟਰੀ ਦਾ ਕੋਈ ਅੰਗ ਜਾਂ ਕੋਈ ਇਹਨਾਂ ਦੇ ਕੋਲ ਕੋਈ ਇਹਨਾਂ ਦਾ ਗ੍ਰੰਥ ਕਹਿੰਦਾ ਹੋਵੇ ਕਿ ਹਾਂ ਉੱਥੇ ਹੀ ਰਾਮ ਮੰਦਿਰ ਸੀ। ਉਹ ਸਿਰਫ ਇੱਕ ਮਿਨੋਰਟੀ ਨੂੰ, ਮੁਸਲਮਾਨ ਵੀਰਾਂ ਨਾਲ ਨਫ਼ਰਤ ਕਰਕੇ ਉਹਨਾਂ ਨੂੰ ਸਿਰਫ ਦੱਬਣ ਦੀ ਗੱਲ ਹੈ। ਉਹ ਜਦੋਂ ਝੂਠ ਨੂੰ ਇੰਨੇ ਕੌਨਫੀਡੈਂਸ ਨਾਲ ਬੋਲਦੇ ਆ ਕਿ ਝੂਠ ਬੋਲ ਕੇ ਆਉਣ ਵਾਲੀਆਂ ਜਨਰੇਸ਼ਨਾਂ ਦੇ ਦਿਮਾਗ 'ਚ ਪਾਉਂਦੇ ਕਿ ਹਾਂ ਇਹ ਸਾਡਾ ਹੀ ਰਾਮ ਮੰਦਿਰ ਸੀ, ਫਿਰ ਉਹ ਇੱਕੋ ਆਵਾਜ਼ ਦੇ ਵਿੱਚ ਸਾਰੇ ਬੋਲਦੇ ਆ। ਉਹਨਾਂ ਦੇ ਵਿੱਚ ਇਸ ਗੱਲੋਂ ਬੜਾ ਏਕਾ, ਜਦੋਂ ਝੂਠ ਬੋਲਦੇ ਨੇ ਤੇ ਇੱਕ ਦੂਜੇ ਦਾ ਸਾਥ ਰੱਜ ਕੇ ਦਿੰਦੇ। ਸ਼ਰੇਆਮ ਜੋ ਸੀ ਸਾਰਾ ਝੂਠ ਸੀ ਸੇਮ ਡੇ ਤੋਂ, ਕਿਉਂਕਿ ਅੱਜ ਕੱਲ੍ਹ ਸਭ ਤੋਂ ਵੱਡਾ ਜਿਹੜਾ ਤੁਹਾਨੂੰ ਦੁਨੀਆ ਨੂੰ ਜਾਣਨ ਦਾ ਤਰੀਕਾ ਉਹ ਸੋਸ਼ਲ ਮੀਡੀਆ। ਸੇਮ ਦਿਨ ਤੋਂ ਬਾਬਰੀ ਮਸਜਿਦ ਬਣਨ ਵਾਲੇ ਦਿਨ ਤੋਂ ਹੀ ਪੋਸਟਾਂ ਸ਼ੇਅਰ ਹੋਣ ਲੱਗ ਪਈਆਂ ਸੀ ਕਿ ਹਰਿਮੰਦਰ ਸਾਹਿਬ ਵੀ ਵਿਸ਼ਨੂੰ ਦਾ ਮੰਦਿਰ ਸੀ। ਇਹ 'ਚ ਕੋਈ ਅਤਕਥਨੀ ਨਹੀਂ ਕਿ ਉੱਥੇ ਕੁਝ ਵਹਿਮੀ ਭਰਮੀ ਲੋਕਾਂ ਵੱਲੋਂ 19ਵੀਂ ਸਦੀ ਦੇ ਅਖੀਰ ਤੇ 20ਵੀਂ ਸਦੀ ਚੜ੍ਹਦੇ ਤੱਕ ਮੂਰਤੀਆਂ ਪਈਆਂ ਸੀ ਜੋ ਕਿ 1910 ਦੇ ਵਿੱਚ ਚੱਕ ਕੇ ਬਾਹਰ ਸੁੱਟੀਆਂ ਗਈਆਂ। ਇਹਦੇ ਵਿੱਚ ਕੋਈ ਅਤਕਥਨੀ ਨਹੀਂ, ਪਰ ਉਹ ਲੋਕ ਉਹਨਾਂ ਦਾ ਹਵਾਲਾ ਦੇ ਕੇ ਤੁਹਾਨੂੰ ਡਰਾ ਰਹੇ ਨੇ। ਹਰ ਇੱਕ ਲਈ ਹਰਿਮੰਦਰ ਸਾਹਿਬ, ਦਰਬਾਰ ਸਾਹਿਬ ਹਰ ਇੱਕ ਸਿੱਖ ਦਾ ਦਿਲ ਹੈ। ਅਕਾਲ ਤਖਤ ਸਾਹਿਬ ਜਿੱਥੋਂ ਸਾਨੂੰ ਹੁਕਮ ਜਾਰੀ ਹੁੰਦੇ ਨੇ ਉਹਦੇ ਉੱਤੇ ਉਹ ਮੈਲੀ ਅੱਖ ਰੱਖ ਕੇ ਬੈਠੇ ਨੇ, ਤੇ ਹੁੰਦਾ ਉਹੋ ਹੀ ਆ ਜਿਹਦਾ ਕੋਈ ਡੰਡਾ ਹੁੰਦਾ ਤੇ ਉਹਦੀ ਮੱਝ ਹੁੰਦੀ ਆ। ਸੋ ਬੇਸਿਕਲੀ ਉਹ ਇਸ ਵੇਲੇ ਪਾਵਰ 'ਚ ਨੇ, ਕੁਝ ਵੀ ਕਰ ਸਕਦੇ ਨੇ। ਜੇ ਅਸੀਂ ਹੁਣ ਨਾ ਜਾਗੇ ਇਹ ਬੜੀ ਲੇਟ ਗੱਲ ਹੋ ਜਾਊਗੀ ਰਣਜੀਤ ਭਾਜੀ। ਕੋਈ ਅਤਕਥਨੀ ਨਹੀਂ ਹੋਊਗੀ ਕਿ ਬਾਬਰੀ ਮਸਜਿਦ ਤੋਂ ਹਟ ਕੇ ਉਹ ਹੁਣ ਤੁਹਾਡੇ ਵੱਲ ਨੂੰ ਸਿੱਧੇ ਜ਼ਰੂਰ ਹੋਣਗੇ, ਇਸ ਗੱਲ ਦੀ ਗਰੰਟੀ ਆ। ਕਿਉਂਕਿ ਤੁਹਾਡੇ ਲਈ ਤਾਂ ਤੁਹਾਨੂੰ ਤਾਂ ਉਹਨੇ ਕਿਸੇ ਪਾਸੇ ਛੱਡਿਆ ਨਹੀਂ। ਮੁਸਲਮਾਨਾਂ ਨਾਲ ਲੜਾਉਣ ਦੀ ਕੋਸ਼ਿਸ਼ ਕੀਤੀ, ਤੁਹਾਨੂੰ ਦਲਤਾਂ ਤੋਂ ਵੱਖ ਕੀਤਾ। ਉਹ ਕੇਸਾਧਾਰੀ ਹਿੰਦੂ ਇਕਬਾਲ ਚੰਦ ਵਰਗੇ ਜਿਹੜੇ ਕਿੱਡੇ ਵੱਡੇ ਤਖਤ ਦੀ ਡਿਊਟੀ ਨਿਭਾ ਚੁੱਕੇ ਨੇ, ਉਹ ਜਾ ਕੇ ਲਵ ਕੁਸ਼ ਦੀ ਔਲਾਦ ਦੱਸਣ ਡਏ ਨੇ ਇੱਕ ਦੂਜੇ ਨੂੰ, ਤੇ ਉਹ ਸਿੱਖਾਂ ਨੂੰ ਦੱਸਣ ਡਏ ਨੇ ਕਿ ਲਵ ਕੁਸ਼ ਦੀ ਔਲਾਦ ਹੈ।
ਤੇ ਸਿੱਖਾਂ ਨੂੰ ਕਹਿਣ ਡਏ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਆ, ਉਹਨਾਂ ਉੱਤੇ ਉਹ ਸਟੈਂਪ ਲਾ ਰਹੇ ਨੇ। ਸੋ ਇਦਾਂ ਦੇ ਕੱਚੇ ਪਿੱਲੇ ਬਹੁਤ ਆ ਜਾਣਗੇ ਜਿਹੜੇ ਦਰਬਾਰ ਸਾਹਿਬ ਵੱਲ ਨੂੰ ਵੀ ਉਹਨਾਂ ਦਾ ਸਾਥ ਦੇਣਗੇ। ਸੋ ਸੰਗਤ ਨੂੰ ਇਹ ਬੜੀ ਮਿਹਰਬਾਨੀ ਹੈ ਕਿ ਜੇ ਸੰਗਤ ਚਾਹਵੇ ਇੱਕ ਦੇ ਦਿਨ ਨਾ ਆਵੇ ਤਾਂ ਸਾਨੂੰ ਅੱਜ ਹੀ ਜਾਗਣਾ ਪੈਣਾ। ਇੱਕ ਇੱਕ ਦਿਨ ਦਾ ਸਾਡਾ ਜਿਹੜਾ ਹਉ ਪਰੇ ਵਾਲਾ ਕੰਮ ਆ ਉਹ ਤੁਹਾਨੂੰ ਬੜੀ ਦੂਰ ਲੈ ਜਾਊਗਾ। ਉਹ ਤੁਹਾਨੂੰ ਇੱਕ ਦਿਨ ਲਈ ਆਪਣੇ ਉਸ ਦਰਬਾਰ ਸਾਹਿਬ ਤੇ ਉਹਨਾਂ ਦੀ ਮਿਆਲੀ ਅੱਖ ਰੱਖਣ 'ਚ ਰੋਕ ਨਹੀਂ ਸਕੂਗਾ ਜੀ। ਸੋ ਇਹ ਬੇਨਤੀਆਂ ਜਿਹੜੀ ਸੰਗਤ ਹੈ ਉਹਨਾਂ ਨੂੰ ਵੀ ਅਸੀਂ ਕਰਦੇ ਹਾਂ ਬਾਰ-ਬਾਰ, ਖਾਸ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀ ਬੈਠੀ ਸੰਗਤ ਹੈ ਉਹ ਜਾਗ ਚੁੱਕੀ ਆ। ਜਿਹੜੇ ਸਾਡੇ ਪੰਜਾਬੀ ਵੀਰ ਗਰਾਊਂਡ ਜ਼ੀਰੋ ਤੇ ਨੇ ਉਹਨਾਂ ਦਾ ਵੀ ਰੱਜੋ ਰੱਜੀ ਦਾ ਸਾਨੂੰ ਸਾਥ ਹੈ। ਅਸੀਂ ਇਹ ਗੱਲ ਨਹੀਂ ਕਦੇ ਵੀ ਕਵਾਂਗੇ ਕਿ ਉਹਨਾਂ ਦਾ ਸਾਥ ਨਹੀਂ। ਉਹ ਗਰਾਊਂਡ ਜ਼ੀਰੋ ਤੋਂ ਰਹਿ ਕੇ ਜੋ ਵੀ ਉਹਨਾਂ ਕੋਲ ਹੁੰਦਾ ਰੈਫਰੈਂਡਮ 2020 ਦੇ ਚੜ੍ਹਾਈ ਵਾਸਤੇ ਜੋ ਸਿੰਘ ਉਹ ਕਰ ਰਹੇ ਨੇ, ਉਹਨਾਂ ਦਾ ਰਸਤਾ ਬੜਾ ਕਠਿਨ ਹੈ। ਅਸੀਂ ਇਸ ਗੱਲ ਤੋਂ ਮੁਨੱਕਰ ਨਹੀਂ ਹੁੰਦੇ ਕਿ ਸਾਨੂੰ ਐਟਲੀਸਟ ਇਹ ਨਹੀਂ ਹੈ ਇੱਥੇ ਸਾਡੀ ਆਵਾਜ਼, ਸਾਡੀ ਫਰੀडम ਆਫ ਸਪੀਚ ਜਿਹੜੀ ਸਾਡੇ ਕੋਲ ਹੈਗੀ, ਉਹਨਾਂ ਦੇ ਕੋਲ ਤੇ ਉਹ ਵੀ ਨਹੀਂ ਹੈਗਾ। ਸੋ ਉਹਨਾਂ ਦੀ ਜਿਹੜੀ ਹੈਗੀ ਆ ਕੁਰਬਾਨੀ ਉਹ ਸਾਡੇ ਨਾਲ ਕਿਤੇ ਵਾਧੂ ਹੈ। ਪਰ ਵੀਰੋ ਜਿੱਦਾਂ ਜਾਗੇ ਆ ਇਦਾਂ ਹੀ ਜਾਗਦੇ ਰਹਿਣਾ। ਇੱਕ ਤਰੀਕਾ ਜੇ ਲੈ ਕੇ ਤੁਰੇ ਆ ਰੈਫਰੈਂਡਮ 2020 ਦਾ, ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਡੀ ਇਹੋ ਹੀ ਤਰੀਕਾ ਸਾਡੇ ਕੋਲ ਇਸ ਵੇਲੇ ਜਿਹੜਾ ਤੁਹਾਨੂੰ ਦੁਨੀਆ ਦੇ ਵਿੱਚ ਦੁਹਾਈ ਪਾ ਕੇ ਮੁਲਕਾਂ ਦੀ ਹੈਲਪ ਮੰਗ ਕੇ, UN ਦੀ ਹੈਲਪ ਮੰਗ ਕੇ ਇੱਕ ਵੱਖਰਾ ਰਾਜ ਬਣਾਉਣ ਦੀ ਜਿਹੜੀ ਮੰਗ ਹੈ, ਇਹ ਸੁਪਨਾ ਜ਼ਰੂਰ ਸਾਕਾਰ ਹੋਵੇਗਾ। ਜਾਗਦੇ ਰਹੋ। ਇਹ ਹੋਕਾ ਦੇ ਸਕਦੇ ਅਸੀਂ ਤਾਂ ਆਪਣੇ ਦਰਬਾਰਾਂ ਨੂੰ, ਆਪਣੇ ਗੁਰੂ ਘਰਾਂ ਨੂੰ ਬਚਾਈਏ ਇਹਨਾਂ ਤੋਂ ਜੀ। ਜੀ ਹਾਂਜੀ ਭਾਈ ਸਾਹਿਬ ਜੀ, ਇੱਕ ਸਾਡੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਜੀ, ਤੁਸੀਂ ਔਨ 에ਅਰ ਹੋ ਜੀ, ਕੀ ਕਹਿਣਾ ਚਾਹੋਗੇ? ਜੀ ਸਾਰੇ ਵੀਰਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਤੁਹਾਡਾ ਲਾਈਵ ਪ੍ਰੋਗਰਾਮ ਸੁਣਿਆ ਸੀਗਾ ਜੋ ਸਟਾਰਟਨ ਗੁਰਦੁਆਰਾ ਸਾਹਿਬ ਤੋਂ ਜੀ, ਜੋ ਸਭੀ ਵੀਰ ਨੇ ਉੱਤੇ ਕਿਹਾ ਸੀਗਾ ਵੀ ਭਾਈ ਉਹ ਤੁਹਾਡੇ ਹੱਥ ਨਾਲ ਤੁਹਾਡੇ ਦਰਬਾਰ ਸਾਹਿਬ ਤੇ ਹਰਿਮੰਦਰ ਸਾਹਿਬ ਦੇ ਉੱਤੇ ਅੱਗੇ ਵਿਸ਼ਨੂੰ ਮੰਦਿਰ ਬਣਾਉਣਾ। ਦੇਖੋ ਇਹ ਤਾਂ ਬਹੁਤ ਅੱਗੇ ਵੀ ਪਹਿਲਾਂ ਹੋ ਚੁੱਕਾ, ਹੁਣ ਵੀ ਉਹਨਾਂ ਦੀ ਫੁੱਲ ਤਿਆਰੀ ਹੈ। ਸਾਨੂੰ ਸਾਥ ਦੇਣਾ ਚਾਹੀਦਾ ਰਲ ਮਿਲ ਕੇ। ਜਿਹੜਾ ਵੀ ਜਥੇਬੰਦੀ ਕੋਈ ਵੀ ਕੰਮ ਕਰਦੀ ਹੈ ਤੇ ਸਭ ਤੋਂ ਵੱਡੀ ਤਾਂ ਵਧਾਈ ਦੇ ਪਾਤਰ ਅੱਜ ਸਾਰੇ ਵੀਰ ਜਿਹੜੇ ਉੱਥੇ ਪਹੁੰਚੇ ਸੀ ਸਟਾਲਟਨ, ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਨੂੰ, ਮਰਜੀਵੜਿਆਂ ਨੂੰ ਯਾਦ ਕੀਤਾ, ਜਿਨ੍ਹਾਂ ਨੇ ਇਸ ਪੰਥ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਪਰ ਇੱਕ ਸਾਡੇ ਕਾਲਰ ਵੀ ਆਏ ਸੀ ਭਜਨ ਸਿੰਘ, ਮੇਰਾ ਖਿਆਲ ਉਹਨਾਂ ਭਿੰਡਰ ਭਾਜੀ ਸੀਗੇ, ਉਹਨਾਂ ਨੂੰ ਇੱਕ ਸੀਗਾ ਜੀ, ਉਹਨਾਂ ਨੇ ਇੱਕ ਕਮੇਟੀ ਬਣਾਈ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਵਦੀਆਂ ਹੋਈਆਂ ਸੀਗੀਆਂ, ਉਹਨਾਂ ਬਾਰੇ ਉਹਨਾਂ ਨੇ ਉਸ ਕਮੇਟੀ ਬਾਰੇ ਕੁਛ ਨਹੀਂ ਦੱਸਿਆ। ਅਗਰ ਜਦੋਂ ਸੁਣਦੇ ਹੋਣ ਤਾਂ ਉਹਨਾਂ ਨੇ ਜਿਹੜੀ ਉਹ ਬਣਾਈ ਸੀਗੀ ਵੀ ਇਨਵੈਸਟੀਗੇਸ਼ਨ ਕਰਾਂਗੇ ਕੀ ਹੋਇਆ ਕੀ ਨਹੀਂ, ਉਹ ਜੇ ਕਿਤੇ ਫੋਨ ਤੇ ਸੁਣਦੇ ਤਾਂ ਉਹਦੇ ਬਾਰੇ ਵੀ ਮਾੜਾ ਜਿਹਾ ਜ਼ਰੂਰ ਚਾਨਣਾ ਪਾਉਣ। ਪਰ ਜਿਹੜਾ ਉਹਨਾਂ ਨੇ ਕਾਰਜ ਕੀਤਾ ਕਿ ਤੁਸੀਂ ਦੱਸਦੇ ਤੇ ਤੁਸੀਂ ਗਹਿਬਰ ਵਾਲਾ, ਉਸਦੇ ਨਾਲ ਸਾਡਾ ਜਿੰਨਾ ਤੁਸੀਂ ਗਹਿਬਰ ਵਾਲਾ ਸੀਗਾ ਜ਼ਰੂਰੀ, ਉਹਦੇ ਨਾਲ ਸਾਡਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਆਦਗੀਆਂ ਹੋਈਆਂ ਗਏ ਆ, ਉਹਦੇ ਬਾਰੇ ਇਹਨਾਂ ਨੇ ਕਹਿੰਦੇ ਸੀ ਵੀ ਅਸੀਂ ਕਮੇਟੀ ਬਣਾਈ ਆ, ਉਹਦੇ ਬਾਰੇ ਇਨਵੈਸਟੀਗੇਸ਼ਨ ਕਰਕੇ ਦੱਸਾਂਗੇ। ਤਕਰੀਬਨ 6 ਮਹੀਨੇ ਹੋ ਗਏ, ਹਾਲ ਤੱਕ ਦੱਸਿਆ ਨਹੀਂ, ਜ਼ਰੂਰ ਉਹ ਵੀ ਦੱਸਣ। ਧੰਨਵਾਦ ਤੁਹਾਡੇ ਪੀਰਾਂ ਦਾ ਜੀ, ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਦੇਖੋ ਇਸ ਦੇ ਨਾਲ ਹੀ ਜਿਹੜੀਆਂ ਅਸੀਂ ਗੱਲਾਂ ਕਰਦੇ ਹਾਂ, ਠੀਕ ਆ, ਜੋ ਵਾਪਰ ਰਿਹਾ ਉਸ ਤੇ ਗੱਲਬਾਤ ਕਰਨਾ ਜ਼ਰੂਰੀ ਵੀ ਹੁੰਦਾ ਤੇ ਸੰਗਤਾਂ ਦੇ ਤੁਹਾਡੇ ਸਾਰਿਆਂ ਨਾਲ ਵਿਚਾਰ ਸਾਂਝੇ ਪਾਉਣੇ ਵੀ ਹੁੰਦੇ ਆ। ਪਰ ਅਲਟੀਮੇਟਲੀ ਜਿਹੜਾ ਸਾਡਾ ਮਕਸਦ ਆ, ਜੋ ਅੱਜ ਸੰਘਰਸ਼ ਚੱਲ ਰਿਹਾ, ਉਹ ਹੈ ਰੈਫਰੈਂਡਮ ਦਾ। ਕਿੱਥੇ ਪਹੁੰਚਿਆ ਸੰਘਰਸ਼? ਅੱਜ ਵੋਟਾਂ ਦੀ ਰਜਿਸਟ੍ਰੇਸ਼ਨ ਹੋ ਰਹੀ ਆ। ਇਹ 2014 ਦੇ ਵਿੱਚ ਇਸ ਸੰਘਰਸ਼ ਦਾ ਐਲਾਨ ਹੋਇਆ ਸੀ। ਪਿਛਲੇ 6 ਸਾਲ ਜੋ ਲੱਗੇ ਨੇ, ਮਿਹਨਤ ਸਾਰੇ ਵੀਰਾਂ ਨੇ ਕੀਤੀ ਆ ਤੇ ਅੱਜ ਰੈਫਰੈਂਡਮ ਦੀ ਗੱਲ ਘਰ ਘਰ ਪਹੁੰਚ ਗਈ ਆ। ਕੋਈ ਐਸਾ ਘਰ ਹੋਊਗਾ ਜਿਹਨੂੰ ਨਹੀਂ ਪਤਾ ਵੀ ਰੈਫਰੈਂਡਮ ਜਿਹੜਾ ਆ ਉਹ ਸਿੱਖ ਕੌਮ, ਪੰਜਾਬ ਦੇ ਲੋਕ ਇੱਕ ਰੈਫਰੈਂਡਮ ਕਰਾਉਣ ਜਾ ਰਹੇ ਨੇ। ਸੋ ਉਸ ਦੇ ਵਿੱਚ ਵੋਟਾਂ ਜਿਹੜੀਆਂ ਰਜਿਸਟ੍ਰੇਸ਼ਨ ਕਰਾਉਣ ਵਾਸਤੇ ਬੇਨਤੀ ਕਰਨੀ, ਜਿਹੜੀ ਉਹ ਸਾਡਾ ਮੁੱਢਲਾ ਮਕਸਦ ਹੁੰਦਾ ਹੈ ਇਸ ਤੁਹਾਡੇ ਨਾਲ ਜੁੜਨ ਦਾ। ਸੋ ਵੋਟਾਂ ਜਿਹੜੀਆਂ ਰਜਿਸਟਰ ਕਰਾਉਣ ਵਾਸਤੇ ਤੁਸੀਂ ਪੰਜਾਬ ਦੇ ਵਿੱਚ punjabfree.ru ਦੀ ਵੈਬਸਾਈਟ ਜਿਹੜੀ ਆ ਉਸ ਤੇ ਜਾ ਕੇ VPN ਡਾਊਨਲੋਡ ਕਰਨਾ ਪਵੇਗਾ ਉਸ ਵੈਬਸਾਈਟ ਤੇ ਲੌਗਇਨ ਕਰਨ ਵਾਸਤੇ, ਜਾਂ ਤੁਸੀਂ ਸਾਡੇ ਵੀਰਾਂ ਨੂੰ 917-753-3782 ਤੇ ਫੋਨ ਕਰਕੇ ਤੇ ਫਾਰਮ ਮੰਗਾ ਸਕਦੇ ਹੋ। ਫਾਰਮ ਮੰਗਾ ਕੇ
ਤੇ ਆਪਣੀਆਂ ਵੋਟ ਜਿਹੜੀ ਆ ਉਹ ਵੱਧ ਚੜ ਕੇ ਰਜਿਸਟ੍ਰੇਸ਼ਨ ਕਰਾਓ। ਜਿਵੇਂ ਅਸੀਂ ਸਭੀ ਭਾਈ ਤੇ ਅਸੀਂ ਗੱਲ ਕਰਕੇ ਹਟੇ ਆ ਭਈ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਲੋੜ ਆ। ਛੋਟੇ ਛੋਟੇ ਜਿਹੇ ਸਾਡੇ ਵਖਰੇਵੇਂ ਵੀ ਆ ਤੇ ਉਹਨਾਂ ਨੂੰ ਪਿੱਛੇ ਛੱਡ ਕੇ ਅੱਜ ਇੱਕ ਪਲੇਟਫਾਰਮ ਹੋ ਕੇ ਜਿਹੜਾ ਰੈਫਰੈਂਡਮ ਪੰਜਾਬ ਦੀ ਆਜ਼ਾਦੀ, ਜੇ ਅਸੀਂ ਪੰਜਾਬ ਨੂੰ ਆਜ਼ਾਦ ਨਾ ਕਰਾਇਆ ਤੇ ਸਾਡੀ ਹੋਂਦ ਉੱਥੇ ਜਿਹੜੀ ਆ ਉਸ ਨੂੰ ਟੋਟਲੀ ਬਦਲ ਦਿੱਤਾ ਜਾਊਗਾ। ਜੇ ਖਤਮ ਨਾ ਕਰ ਸਕੇ ਤਾਂ ਬਦਲ ਜ਼ਰੂਰ ਦੇਣਗੇ। ਸੋ ਇਸ ਵਾਸਤੇ ਜਿਹੜੀਆਂ ਵੋਟਾਂ ਆਪਣੀਆਂ ਵੱਧ ਚੜ ਕੇ ਰਜਿਸਟਰ ਕਰਾਓ punjabfree.ru ਵੈਬਸਾਈਟ ਤੇ ਜਾ ਕੇ, ਜਾਂ ਫਿਰ 917 753 3782 ਤੇ ਕਾਲ ਕਰਕੇ ਉੱਥੋਂ ਫਾਰਮ ਮੰਗਾਓ ਤੇ ਫਾਰਮ ਜਿਹੜੇ ਆ ਉਹ ਭਰ ਕੇ ਤੁਸੀਂ ਇਸ ਨੰਬਰ ਤੇ ਹੀ ਉਹ ਫਾਰਮ ਤੇ ਸਾਰੀਆਂ ਜਿਹੜੀਆਂ ਇੰਸਟਰਕਸ਼ਨਸ ਲਿਖੀਆਂ ਹੋਈਆਂ ਨੇ ਕਿ ਫਾਰਮ ਤੁਸੀਂ ਕਿਸ ਤਰ੍ਹਾਂ ਮੁੜ ਕੇ ਮੇਲ ਕਰਨੇ ਨੇ। ਤਾਂ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਵੀਰ ਵੱਸਦੇ ਨੇ ਉਹ yes2khalistan.org yes number 2 khalistan.org ਵੈਬਸਾਈਟ ਤੇ ਜਾ ਕੇ ਕਿਸੇ ਟਾਈਮ ਵੀ ਵੋਟਾਂ ਜਿਹੜੀਆਂ ਉਹ ਰਜਿਸਟਰ ਕਰਾ ਸਕਦੇ ਨੇ। ਉਸ ਵਾਸਤੇ ਕਿਸੇ VPN ਦੀ ਜਾਂ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਉਹ ਵੈਬਸਾਈਟ ਉਸ ਤਰ੍ਹਾਂ ਹੀ ਚੱਲਦੀ ਹੈ। ਸੋ ਆਪਣਾ ਅਗਲੇ ਕਾਲਰ ਦੀ ਗੱਲਬਾਤ ਸੁਣਦੇ ਹਾਂ। ਹਾਂਜੀ ਭਾਈ ਸਾਹਿਬ ਜੀ, ਤੁਸੀਂ ਹੁਣ ਏਅਰ ਹੋ ਜੀ। ਹਾਂ ਇਨਵਰਵੀਰ ਜੀ ਭਾਜੀ, ਸਾਬੀ ਭਾਜੀ, ਬੱਲੀ ਭਾਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ ਭਾਜੀ, ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਵੀ ਮੈਂ ਕਈਆਂ ਬੰਦਿਆਂ ਨਾਲ ਇਸ ਮਿਸ਼ਨ ਤੇ ਗੱਲ ਕੀਤੀ ਆ, ਅਸੀਂ ਕੁਐਦ ਰਹਿੰਦੇ ਆ ਜੀ। ਕਈਆਂ ਬੰਦਿਆਂ ਦਾ ਜਵਾਬ ਹੈ ਵੀ ਉਹ ਨਾ ਕਈ ਬੰਦੇ ਜਵਾਬ ਦਿੰਦੇ ਆ ਵੀ ਇਹ ਜੀ ਇਹ ਕੀ ਉਹਦਾ ਨਾਂ ਦਾ ਬਲਦੇਵ ਸਿੰਘ ਨੇ ਉਦੋਂ ਲੈ ਲੈਣਾ ਸੀ ਫਲਾਗ। ਮੈਂ ਉਹਨਾਂ ਕਈਆਂ ਤੁਹਾਡੇ ਰਾਹੀਂ ਮੈਂ ਕਈਆਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਉਦੋਂ ਬਲਦੇਵ ਸਿੰਘ ਦੇ ਆਪਣੇ ਕਾਰਖਾਨੇ ਚੱਲਦੇ ਸੀ ਕਲਕੱਤੇ ਜੇ, ਤੋਂ ਉਹ ਤੇ ਲਾਲਚੀ ਕਰ ਗਿਆ ਵੀ ਮੇਰੇ ਕਾਰਖਾਨੇ ਚੱਲ ਜਾਣੇ ਆ ਜਾਂ ਕੁਛ ਕਰ ਜਾਣਾ। ਮਗਰ ਅੱਜ ਸਾਡੇ ਵੀਰ ਕਈ ਬਹੁਤ ਸਾਰੇ ਜਿਹੜੇ ਪਾਰਟੀਆਂ ਦਾ ਲਾਲਚ ਕਰਦੇ ਨੇ ਵੀ ਅਸੀਂ ਪਾਰਟੀਆਂ ਨਾਲ ਜੁੜੇ ਆ ਜਾਂ ਕਿ ਨਤੀਜੇ ਅੱਜ ਕੱਲ੍ਹ ਤਾਂ ਲਾਲਚ ਅੱਜ ਤਾਂ ਫੇਰ ਸਾਨੂੰ ਮੌਕਾ ਮਿਲਿਆ। ਤਾਂ ਮੈਂ ਉਹਨਾਂ ਵੀਰਾਂ ਨੂੰ ਸਾਰਿਆਂ ਨੂੰ ਤੁਹਾਡੇ ਰਾਹੀਂ ਬੇਨਤੀ ਕਰਨਾ ਚਾਹੁੰਦਾ ਵੀ ਇਹ ਬਲਦੇਵ ਸਿੰਘ ਵਾਲਾ ਦੁਬਾਰਾ ਕੰਮ ਅਸੀਂ ਲਾਲਚ ਦੇ ਨਾ ਵੀ ਇਹ ਅਸੀਂ ਵੀਰਾਂ ਦਾ ਸਾਥ ਦਈਏ। ਧੰਨਵਾਦ ਤੁਹਾਡਾ ਜਿੰਨਾ ਤੁਸੀਂ ਬਹੁਤ ਵਧੀਆ ਮੈਸੇਜ ਦੁਨੀਆ ਤੱਕ ਪਹੁੰਚਾਓ। ਇਹ ਲਹਿਰ ਨੂੰ ਲੈ ਕੇ ਫੇਰ ਚੱਲੇ ਜੀ। ਧੰਨਵਾਦ ਜੀ। ਦੇਖੋ ਜੀ, ਅਗਸਤ ਦਾ ਮਹੀਨਾ ਚੱਲ ਰਿਹਾ। 15 ਅਗਸਤ ਭਾਰਤ ਨੇ ਆਪਣੀ ਆਜ਼ਾਦੀ ਦਾ ਦਿਨ ਮਨਾਉਣਾ ਤੇ ਉਦੋਂ ਬਲਦੇਵ ਸਿੰਘ ਦੀ ਤੇ ਮਾਸਟਰ ਤਾਰਾ ਸਿੰਘ ਦੀ ਤੇ ਹੋਰ ਜੋ ਲੀਡਰਸ਼ਿਪ ਸੀਗੀ ਉਹਨਾਂ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਂਦਾ। ਤੇ ਕਈ ਵੀਰਾਂ ਨੂੰ ਉਹਨਾਂ ਨੇ ਜੋ ਉਦੋਂ ਰੋਲ ਨਿਭਾਇਆ ਬੜਾ ਇੱਕ ਸਾਡੇ ਵਾਸਤੇ ਉਹ ਘਾਤਕ ਹਾਨੀਕਾਰਕ ਜਿਹੜਾ ਸੀਗਾ ਉਹ ਸਾਬਤ ਹੋਇਆ। ਸੋ ਹਾਂਜੀ ਭਾਈ ਸਾਹਿਬ ਜੀ, ਤੁਸੀਂ ਔਨ ਏਅਰ ਹੋ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਿੱਲੀ 'ਚ ਜਿਹੜਾ ਕਤਲੇਆਮ ਕੀਤਾ ਸੀ ਇਹਨਾਂ ਨੇ ਸਰਕਾਰ ਨੇ ਸਿੱਖਾਂ ਦਾ ਜੀ, ਤੇ ਉਸ ਨੂੰ ਜਿਹੜਾ ਇਨਸਾਫ ਦੇਣਾ ਸੀਗਾ ਉਹਦੀ ਰਿਸਪੌਂਸਿਬਿਲਟੀ ਹੁੰਦੀ ਜਿਹੜਾ ਕਮਿਸ਼ਨਰ ਜੱਜ ਹੁੰਦਾ, ਰਾਈਟ ਜੀ। ਤੇ ਇਹ ਫਿਰ ਜਿਹੜੇ ਆ ਕਮਿਸ਼ਨ ਬਣਾਉਂਦੇ ਬਿਠਾਉਂਦੇ ਰਹੇ ਆ, ਨਾਨਾਵਤੀ ਕਮਿਸ਼ਨ, ਉਹ ਤਾਂ ਸਾਰਾ ਢੋਂਗ ਕਰਦੇ ਰਹੇ ਇਹ ਜੀ। ਉਹਦਾ ਪਤਾ ਨਹੀਂ ਇਹਨਾਂ ਨੇ ਕੀ ਕੀਤਾ, ਉਹ ਬਦਲ ਗਿਆ ਹੋਊਗਾ, ਬਦਲਾਤਾ ਹੋਊਗਾ, ਬਦਲੀ ਕਰਾਤੀ ਉਹਦੀ, ਜਾਂ ਫਿਰ ਉਹਦਾ ਆਪਣਾ ਖਰੀਦ ਲਿਆ ਹੋਊਗਾ, ਜਾਂ ਫਿਰ ਡਰਾਤਾ ਹੋਊਗਾ। ਜੀ 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 ਜੀ। ਜਾਂ ਤੇ ਇਹ ਦੇਖ ਲਓ ਇਹ ਸਰਕਾਰਾਂ ਜਿਹਨੂੰ ਇਹ ਡੈਮੋਕ੍ਰੇਸੀ ਕਹਿੰਦੀ ਆ, ਇਹ ਡੈਮੋਕ੍ਰੇਸੀ ਇਹਨਾਂ ਦੀ ਇਹ ਜਿਹੀਆਂ ਸਰਕਾਰਾਂ ਚੱਲਦੀਆਂ ਉਸ ਡੈਮੋਕ੍ਰੇਸੀ ਥੱਲੇ ਜੀ। ਤੇ ਜੀ ਹੁਣ ਆਪਣਾ ਦੇਖੋ ਜੀ, ਜੇ ਹੁਣ ਆਪਾਂ ਅਨਅਫੀਸ਼ੀਅਲ ਹੈਗਾ ਜਿਹੜਾ ਰੈਫਰੈਂਡਮ ਇਹ ਕਾਮਯਾਬ ਹੁੰਦਾ ਤੇ ਫਿਰ ਆਪਣਾ 5 ਸਾਲਾਂ ਬਾਅਦ ਉਹ ਆਪਾਂ ਨੂੰ ਅਫੀਸ਼ੀਅਲ ਦਾ ਦੇ ਦੇਣਗੇ ਕਿ ਤੁਸੀਂ ਕਰਵਾ ਸਕਦੇ ਆ। ਜੇ ਰੱਬ ਕਰਕੇ ਨਾ ਹੋਇਆ ਏਦਾਂ ਤੇ ਫਿਰ 10 ਸਾਲ ਬਾਅਦ ਅਨਅਫੀਸ਼ੀਅਲ ਫਿਰ ਦੁਬਾਰਾ ਕਰਵਾਉਣਗੇ ਇਹ ਜੀ, ਮਤਲਬ ਮੌਕਾ ਦੇਣਗੇ ਜੂਨ ਵਾਲੇ ਕਰਵਾਉਣ ਦਾ। ਜੀ। ਇਹ ਤਾਂ ਸਿਰਫ ਡਰਾ ਰਿਹਾ, ਇਹ ਜਿਵੇਂ ਨੇੜੇ ਵੋਟਾਂ ਤੱਕ ਜਾਣੀ ਨਾ ਗੱਲ, ਤੇ ਇਹਨਾਂ ਨੂੰ ਦੁਨੀਆ ਦਾ ਡਰ ਆ ਵੀ ਸਾਰੀ ਦੁਨੀਆ ਦੇਖੋ ਵੀ ਸਾਡੇ ਇੰਡੀਆ ਵਾਲੇ ਕੀ ਕਰਦੇ ਆ, ਤੇ ਇਹ ਸਿਰਫ ਡਰਾਉਣਗੇ। ਤੋ ਡਰਨਾ ਨਹੀਂ, ਇਹ ਕੋਈ ਸੇਫ ਆ, ਜਮਾਂ ਸੇਫ ਆ ਇਹ ਜੀ। ਤੋ ਸਭ ਕਰੋ ਜੀ, ਆਪਣਾ ਰਜਿਸਟਰ ਕਰੋ, ਵੋਟਾਂ ਤੇ ਪਾਓ। ਧੰਨਵਾਦ ਵੀਰ ਜੀ ਤੁਹਾਡਾ ਕਾਲ ਕਰਨ ਦਾ। ਹਾਂਜੀ ਬਲਜਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਭਾਈ ਸਾਹਿਬ ਦੀ ਕਾਲ ਦੇ ਕਮੈਂਟ? ਭਾਈ ਸਾਹਿਬ ਜੀ, ਜਿਹੜੀ ਇਹਨਾਂ ਨੇ ਇੱਕ ਤਾਂ ਜਸਟਿਸ ਦੀ ਗੱਲ ਕੀਤੀ ਆ, ਉਹ ਤਾਂ ਅਸੀਂ ਭੁੱਲੇ ਜਾਓ, ਕਿਉਂਕਿ ਇਹ ਨਹੀਂ ਹੁੰਦਾ ਕਿ ਜਸਟਿਸ ਕਿੰਨੇ ਲੈਵਲ ਤੇ, ਮਤਲਬ ਕਿ ਕਿਹੜੀ ਚੀਜ਼ ਨੂੰ ਤੁਸੀਂ ਜਸਟਿਸ ਕਹਿੰਦੇ ਆ। ਜਸਟਿਸ ਉਹ ਹੁੰਦਾ ਕਿ ਜਿਹੜਾ ਕੋਈ ਅੱਜ ਕਿਸੇ ਨਾਲ ਧੱਕਾ ਹੋਇਆ ਤੇ ਉਹਦਾ ਜਿਹੜਾ ਰਿਜ਼ਲਟ ਆ ਕੋਰਟ ਦੇ ਵੱਲੋਂ 6 ਮਹੀਨੇ ਬਾਅਦ ਨਹੀਂ ਤੇ ਸਾਲ ਬਾਅਦ ਮੂਹਰੇ ਆ ਜਾਂਦਾ ਹੈ।
ਜੀ 84 ਨੂੰ ਤੁਸੀਂ ਆਪ ਹੀ ਦੇਖ ਲਓ ਵੀ ਕਿੰਨਾ ਟਾਈਮ ਹੋ ਗਿਆ ਆ। ਆਲਮੋਸਟ 37-38 ਸਾਲਾਂ ਦੇ ਲਾਗੇ ਛਾਗੇ ਚੱਲਦੀ ਹੈ ਗੱਲ। ਤੇ ਜਸਟਿਸ ਡਿਲੇਡ ਜਸਟਿਸ ਡਿਨਾਈਡ, ਵੀ ਜੇ ਤੁਹਾਨੂੰ ਡਿਲੇ ਹੋ ਗਿਆ ਜਸਟਿਸ, ਜਿੰਨੇ ਬੰਦੇ ਸੀਗੇ ਉਹ ਆਪਣੀਆਂ ਮੌਤਾਂ ਆਪ ਹੀ ਮਰ ਗਏ ਨੇ। ਇਸ ਕਰਕੇ ਹੁਣ ਜਸਟਿਸ ਦੀ ਗੱਲ ਹੀ, ਹੁਣ ਤਾਂ ਪਾਣੀ ਜਿਹੜਾ ਆ ਉਹ ਬਿਲਕੁਲ ਹੀ ਮਤਲਬ ਕਿ ਸਾਡੇ ਫੁੱਲਾਂ ਤੱਕ ਆ ਚੁੱਕਾ ਆ। ਇਸ ਕਰਕੇ ਹੁਣ ਤਾਂ ਸਿਰਫ ਇੱਕੋ ਇੱਕ ਆ ਜੀ, ਪੂਰਨ ਆਜ਼ਾਦੀ। ਤੇ ਇਸ ਵੇਲੇ ਜਿਹੜਾ ਸਿੱਖ ਫੋਰ ਜਸਟਿਸ ਨੇ ਆਪਣਾ ਰੈਫਰੈਂਡਮ 2020 ਵੋਟ ਦਾ ਹੱਕ ਲੈ ਕੇ ਮੂਹਰੇ ਆਏ ਆ। ਆਪਾਂ ਨੂੰ ਠੀਕ ਆ ਭਾਈ ਸਾਹਿਬ ਨੇ ਇਹ ਵੀ ਗਾਂ ਦੀ ਪ੍ਰੈਡਿਕਸ਼ਨ ਵੀ ਥੋੜੀ ਕਰਤੀ ਆ, ਪਰ ਭਾਈ ਸਾਹਿਬ ਜੀ ਇਹ ਦੱਸਣਾ ਚਾਹੁੰਦੇ ਆ ਵੀ ਜੇ ਕੌਮ, ਜਿੱਦਾਂ ਸਾਬੀ ਭਾਈ ਨੇ ਪਹਿਲਾਂ ਕਿਹਾ ਵੀ ਇੱਕ ਚ ਆ ਜਾਂਦੀ ਆ ਤੇ ਅਸੀਂ ਇੱਕ ਮੁੱਠ ਹੋ ਕੇ ਜਵਾਬ ਦਿੰਦੇ ਆ, ਤੇ ਇਹ ਸਾਨੂੰ ਕੋਈ ਵੀ ਰੋਕ ਨਹੀਂ ਸਕਦਾ ਜੀ। ਹਾਂਜੀ, ਮੈਂ ਅਗਲੇ ਕਾਲਰ ਭਾਈ ਸਾਹਿਬ ਨੂੰ ਬੇਨਤੀ ਕਰੂੰਗਾ, ਤੁਸੀਂ ਔਨ 에ਅਰ ਹੋ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਿੰਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ। ਹਾਂਜੀ, ਬਾਕੀ ਅੱਗੇ ਮੈਂ ਤਾਂ ਇਹੀ ਬੇਨਤੀ ਕਰਦਾ ਜੀ, ਤੁਸੀਂ ਪਿਛਲੀਆਂ ਗੱਲਾਂ ਜਿਹੜੀਆਂ ਹੋ ਗਈਆਂ, ਜਿਵੇਂ ਹੁਣ 84 ਵਾਲੇ, ਉਹ ਤਾਂ ਆਪਾਂ ਨੂੰ ਨਾ ਮਿਲਣਾ ਨਾ ਦੇਣਾ ਹੀ ਆ। ਤੇ ਬਾਕੀ ਗੁਰੂ ਦਾ ਆਸਰਾ ਲੈ ਕੇ ਅਰਦਾਸ ਕਰਕੇ, ਅਗਰ ਤੁਸੀਂ ਹੁਣ ਜਿਹੜਾ ਨਵਾਂ ਹਥਿਆਰ ਚੁੱਕਾ ਹੈ, ਵੋਟਾਂ ਤੁਸੀਂ ਬਣਾਓ। ਜਦੋਂ ਅਰਦਾਸ ਕਰਦੇ ਆ, ਬੇਨਤੀ ਕਰਦੇ ਗੁਰੂ ਅੱਗੇ, ਜਿਵੇਂ ਹੁਣ ਸ਼ਹੀਦ ਬੱਬਰ ਸਾਹਿਬ ਦੀ ਤੁਸੀਂ ਗੱਲ ਬਣਾਈ ਹੈ, ਇਹ ਬਹੁਤ ਸ਼ਕਤੀ ਅੰਦਰ ਆ ਜਾਂਦੀ ਹੈ। ਜੇਕਰ ਥੋੜੀ ਬਹੁਤੀ ਕਿਸੇ ਪੰਜਾਬ ਵਿੱਚ ਵੀਰ ਨੂੰ ਤਕਲੀਫ ਵੀ ਆਉਂਦੀ ਹੈ, ਤਾਂ ਜੇ ਉਹਦੇ ਆਸਰਾ ਲਏਗਾ ਤੇ ਸਾਰੀਆਂ ਤਕਲੀਫਾਂ ਟਲ ਜਾਣਗੀਆਂ। ਗੁਰੂ ਸਿਰ ਤੇ ਹੱਥ ਰੱਖ ਕੇ ਤੇ ਤੁਹਾਡਾ ਕੰਮ ਸਿਰੇ ਚਾੜੇਗਾ, ਤੁਹਾਨੂੰ ਕੋਈ ਤਕਲੀਫ ਨਹੀਂ ਆਉਣ ਦਿੰਦੀ। ਉਸ ਟਾਈਮ ਤੇ ਜਿਹੜੇ ਭੜਕਦੇ, ਜਿਵੇਂ ਅੱਜ ਕੱਲ੍ਹ ਦਿੱਲੀ ਦੇ ਵਿੱਚ ਟੁੱਟੀਆਂ ਪੱਗਾਂ ਜੇ ਬਣ ਕੇ ਜੈ ਸ਼੍ਰੀ ਰਾਮ ਕਹਿੰਦੇ ਨੇ, ਇਹੋ ਜਿਹੇ ਸਿੱਖਾਂ ਨੂੰ ਜ਼ਿਆਦਾ ਮਾਰ ਪਈ ਸੀ। ਜਿਹੜਾ ਅਸਲੀ ਸੀਗਾ, ਨਾਮ ਬਾਣੀ ਪੜ੍ਹਦਾ ਸੀ, 5 ਨਿਤਨੇਮ ਵੀ ਸੀਗਾ, ਕੋਲ ਹਥਿਆਰ ਵੀ ਸੀਗਾ, ਉਹਨਾਂ ਦਾ ਸਹੀ ਬਚਾਅ ਹੋਇਆ ਸੀਗਾ। ਇਸ ਕਰਕੇ ਹੁਣ ਇਹ ਹਥਿਆਰ ਹੈ ਜਾਂ ਵੋਟਾਂ, ਇਹਨੂੰ ਬਿਲਕੁਲ ਤੁਸੀਂ ਆਪਦੇ ਦਿਲੋਂ ਮਨ ਹੋ ਕੇ ਇਹ ਤੁਸੀਂ ਇੱਕ ਫੁੱਲ ਚੋਂ ਇੱਕ ਪਾਸੇ ਵੀ ਹਾਂ ਆਪਣਾ ਲਾਸਟ ਹਥਿਆਰ ਆ ਤੇ ਚਲਾਉਣਾ ਹੀ ਚਲਾਉਣਾ ਵਾ ਜੀ। ਵੋਟਾਂ ਬਣਾਓ ਤੇ ਅਰਦਾਸ ਕਰੋ। ਜਦੋਂ ਗੁਰੂ ਦਾ ਆਸਰਾ ਲੈਂਦੇ ਆ, 15 ਅਗਸਤ ਨੂੰ ਅਰਦਾਸ ਕਰਨੀ, ਉਹਦਾ ਆਸਰਾ ਲੈਂਦੇ ਆ, ਤਾਂ ਗੁਰੂ ਤੁਹਾਡੇ ਤੇ ਹੱਥ ਰੱਖੇਗਾ। ਆ ਛੋਟੀ ਮੋਟੀ ਜੇ ਗੱਲ ਕਿਸੇ ਨੂੰ ਕੋਈ ਪੁਲਿਸ ਵਾਲਾ ਜਾਂ ਪੁੱਛ ਗਿੱਛ ਵੀ ਕਰਦੀ ਆ ਤਾਂ ਕੋਈ ਗੱਲ ਨਹੀਂ, ਇਹ ਗੁਰੂ ਸਾਹਿਬ ਆਪ ਬਚਾਏਗਾ। ਪਰ ਅਰਦਾਸ ਪਹਿਲਾਂ ਨਿਤਨੇਮ ਪਹਿਲਾਂ, ਪਰ ਗੁਰੂ ਉਸ ਪਾਸੇ ਲੱਗ ਜਾਓ ਤੁਸੀਂ। ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਾਹਿਬ ਭਾਈ। ਨਹੀਂ, ਬਹੁਤ ਵਧੀਆ ਵਿਚਾਰ ਹੈ ਜੀ, ਮੇਰੇ ਵੀਰ ਸਿਆਣੇ ਵੀਰ ਲੱਗਦੇ ਆ। ਸੋ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਤੋਰੇ ਵੀ ਦੱਸ ਦਿੱਤਾ ਕਿ ਜਿਹੜਾ ਮਹਾਰਾਜ ਦਾ ਓਟ ਆਸਰਾ ਲੈ ਕੇ ਮਹਾਰਾਜ ਨੂੰ ਅਰਦਾਸ ਕਰਕੇ ਤੁਰਦਾ, ਹਰ ਮੈਦਾਨ ਫਤਿਹ ਹੁੰਦਾ। ਸੋ ਸਾਨੂੰ ਵੀਰਾਂ ਦੀਆਂ ਕਾਲਾਂ ਦੱਸਦੀਆਂ ਨੇ ਕਿੰਨਾ ਜਜ਼ਬਾ ਉਹਨਾਂ ਦੇ ਵਿੱਚ, ਇਹ ਸਾਨੂੰ ਚਾਹੀਦਾ। ਸੋ ਮਹਾਰਾਜ ਕਿਰਪਾ ਕਰੇਗਾ ਜੀ, ਸੱਚੇ ਪਾਤਸ਼ਾਹ ਨਾਲ ਹੋ ਕੇ ਤੁਹਾਡੇ ਅੰਗ ਸੰਗ ਸਹਾਈ ਰਹਿਣਗੇ ਜੀ। ਹਾਂਜੀ ਬਸ ਤੁਸੀਂ ਔਨ 에ਅਰ ਹੋ ਜੀ। ਹਾਂਜੀ, ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਵੀਰ ਜੀ, ਮੈਂ ਥੋੜੀ ਇੱਕ ਮਤਲਬ ਛੋਟੀ ਸਟੋਰੀ ਦੱਸਣਾ, ਕਹਾਣੀ ਦੱਸਣਾ, ਜਿਹੜਾ ਇਹਨਾਂ ਦੇ ਮਤਲਬ ਇਤਿਹਾਸ ਦੀਆਂ ਹੈਗੀਆਂ ਨੇ ਤੇ ਇਹ ਕਿਸ ਤਰ੍ਹਾਂ ਵਰਕ ਕਰਦੇ ਆ। ਕਿ ਇੱਕ ਵਾਰੀ ਨਾ ਚਾਣਕਿਆ ਤੇ ਉਹਦੇ ਚੇਲੇ ਚਾਪ ਤੇ ਇੱਕ ਲੰਘਦੇ ਪਏ ਸੀ ਰਸਤੇ ਤੋਂ, ਤੇ ਉਹਦੇ ਪੈਰ 'ਚ ਕੰਡਾ ਲੱਗਾ ਚਾਣਕਿਆ ਦੇ। ਤੇ ਮੇਰੇ ਚੇਲਿਆਂ ਨੇ ਕਿਹਾ ਕਿ ਜੇ ਤੁਸੀਂ ਕੰਮ ਕਰਦੇ ਹੋ ਤੇ ਆਪਾਂ ਬੂਟਾ ਪੱਟ ਲਈਏ। ਤੇ ਚਾਣਕਿਆ ਨੇ ਕਿਹਾ ਕਿ ਆਪਾਂ ਏਦਾਂ ਨਹੀਂ ਦੁਸ਼ਮਣ ਨੂੰ ਮਾਰਨਾ, ਤੁਹਾਨੂੰ ਮੈਂ ਦੱਸਦਾ ਦੁਸ਼ਮਣ ਕਿੱਦਾਂ ਮਾਰੀਦਾ। ਉਹਨੇ ਕੀ ਕੀਤਾ, ਉਹਨੇ ਮਤਲਬ ਮਿੱਠਾ ਪਾਣੀ ਲਿਆ, ਉਹਦੀਆਂ ਜੜ੍ਹਾਂ 'ਚ ਪਾਤਾ, ਇੱਕ ਫੁੱਲ ਦੇ ਬੂਟੇ ਦੇ ਜੜ੍ਹਾਂ 'ਚ ਪਾਣੀ ਪਾਤਾ। ਤੇ ਜਦੋਂ ਚੇਲਿਆਂ ਨੇ ਕਿਹਾ ਕਿ ਹੁਣ ਕੀ ਕਰਨਾ ਗੁਰੂ ਜੀ, ਫਿਰ ਉਹ ਕਹਿੰਦੇ ਕਿ ਚਲੋ ਆਪਾਂ ਵਾਪਸ ਜਦੋਂ ਆਵਾਂਗੇ ਨਾ ਉਦੋਂ ਦੇਖਾਂਗੇ। ਉਹ 2 ਮਹੀਨੇ ਬਾਅਦ ਜਦੋਂ ਵਾਪਸ ਆਏ ਤੇ ਉਹ ਬੂਟਾ ਸੁੱਕ ਗਿਆ ਸੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਜਦੋਂ ਵੀ ਦੁਸ਼ਮਣ ਤੇ ਵਾਰ ਕਰਨਾ ਨਾ ਤੇ ਉਹਦੇ ਸਾਹਮਣੇ ਮਿੱਠਾ ਹੋ ਗਿਆ ਨਾ ਤੇ ਉਹਦੀਆਂ ਜੜ੍ਹਾਂ ਵੱਢਣੀਆਂ। ਤੇ ਉਹੀ ਅੱਜ ਹਿੰਦੁਸਤਾਨ ਕਰ ਰਿਹਾ। ਭਾਵੇਂ ਉਹ ਸਾਨੂੰ ਕਹੀ ਜਾਣ ਕਿ ਨਹੁੰ ਮਾਸ ਦਾ ਰਿਸ਼ਤਾ, ਪਰ ਅਸਲ ਵਿੱਚ ਉਹ ਸਾਨੂੰ ਦਿਲੋਂ ਨਫ਼ਰਤ ਕਰਦੇ ਨੇ ਵੀਰੋ। ਮੈਂ ਸਾਰੇ ਵੀਰਾਂ ਨੂੰ ਵਿੱਚ ਨਹੀਂ ਲੈ ਰਿਹਾ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਸਾਰੇ ਹਿੰਦੂ ਵੀਰ ਮਾੜੇ ਨੇ, ਹਿੰਦੂ ਵੀਰ ਚੰਗੇ ਬਹੁਤ ਨੇ। ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਉਹ ਬਹੁਤ ਵੀਰ ਹੈਗੇ ਨੇ ਇੱਦਾਂ ਦੇ। ਪਰ ਕਈ ਏਦਾਂ ਦੇ ਜਿਹੜੇ ਹੈਗੇ ਨੇ ਹਿੰਦੂ ਕੱਟੜਪੰਥੀ, ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹੜਾ ਸਿੱਖਾਂ ਦਾ ਹਮੇਸ਼ਾ ਬੁਰਾ ਹੀ ਚਾਹੁੰਦੇ ਨੇ। ਤੇ ਜਿਹੜੇ ਬਾਹਰ ਬੈਠੇ ਵੀਰ ਆ ਉਹਨਾਂ ਨੂੰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਬਾਹਰ ਆ ਗਏ ਹੋ ਪਰ ਇੱਕ ਚੀਜ਼ ਯਾਦ ਰੱਖਿਓ, ਭਾਵੇਂ ਫੁੱਲ ਭਾਵੇਂ ਟੀਚੀ ਤੇ ਵੀ ਲੱਗਾ ਹੋਵੇ ਨਾ, ਤੇ ਜੇ ਉਹਦੀਆਂ ਜੜ੍ਹਾਂ ਸੁੱਕ ਜਾਣ ਤੇ ਉਹ ਫੁੱਲ ਉਹਦੀ ਮਤਲਬ ਲੌਂਗ ਟਾਈਮ ਨਹੀਂ ਰਹਿੰਦਾ, ਉਹ ਫੁੱਲ ਉਹ ਖਤਮ ਹੋ ਜਾਂਦਾ। ਇਹ ਨਾ ਸੋਚੋ ਕਿ ਆਪਾਂ ਬਾਹਰ ਆ ਗਏ ਤੇ ਆਪਾਂ ਹੁਣ ਸੇਫ ਹਾਂ, ਸਾਨੂੰ ਵੋਟਾਂ ਦੀ ਗੱਲ ਕਰਨ ਦੀ ਵੀ ਲੋੜ ਨਹੀਂ ਹੈਗੀ। ਜਿਹੜੇ ਕਈ ਵੀਰ ਏਦਾਂ ਸੋਚਦੇ ਪਏ ਨੇ, ਛੱਡੋ ਭਲਾ ਵੋਟਾਂ ਕੀ ਬਣਾਉਣ, ਕੀ ਕਰਨੀਆਂ ਬਣਾ ਕੇ। ਪਰ ਇਹ ਚੀਜ਼ ਆਪਣੇ ਮਾਇੰਡ 'ਚ ਜ਼ਰੂਰ ਰੱਖਿਓ ਕਿ ਭਾਵੇਂ ਤੁਸੀਂ ਅੱਜ ਮਤਲਬ ਖੁਸ਼ਹਾਲ ਹੋ, ਪਰ ਤੁਹਾਡੀਆਂ ਪੀੜ੍ਹੀਆਂ ਰੁਲ ਜਾਣਗੀਆਂ ਆਉਣ ਵਾਲੇ ਸਮੇਂ 'ਚ। ਤੇ ਬਸ ਮੈਂ ਇੰਨੀ ਗੱਲ ਕਹਿਣੀ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ।
ਧੰਨਵਾਦ ਵੀਰ ਦਾ ਬਹੁਤ ਬਹੁਤ ਕਾਲ ਕਰਨ ਦਾ। ਦੇਖੋ ਉਹਨਾਂ ਨੇ ਇਹਨਾਂ ਦੀ ਨੀਤੀ ਬਾਰੇ ਗੱਲ ਕੀਤੀ ਆ ਜਿਹੜੀ ਕਿ ਸਾਨੂੰ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਆ। ਕਿਵੇਂ ਜੇ ਅੱਜ ਅਸੀਂ ਅਗਸਤ ਮਹੀਨਾ ਹੈ ਤੇ 15 ਅਗਸਤ ਨੂੰ ਯਾਦ ਕਰਨਾ ਹੈ ਤੇ ਕਿਵੇਂ ਦੇਖੋ ਉਦੋਂ ਇਹਨਾਂ ਨੇ ਜਿਹੜੀ ਉਹਨਾਂ ਨੇ ਅੱਜ ਚਾਣਕਿਆ ਨੀਤੀ ਦੀ ਗੱਲ ਕੀਤੀ ਆ, ਕਿਵੇਂ ਗਾਂਧੀ ਨਹਿਰੂ ਨੇ ਤੁਹਾਡੇ ਨਾਲ ਵਾਅਦੇ ਕੀਤੇ, ਤੁਹਾਨੂੰ 9 ਮਾਸ ਦਾ ਰਿਸ਼ਤਾ, ਤੁਹਾਨੂੰ ਇੱਥੇ ਇੱਕ ਆਜ਼ਾਦ ਤੁਹਾਡਾ ਇੱਥੇ ਨਾਰਥ ਦੇ ਵਿੱਚ ਇੱਕ ਮੁਲਕ ਹੋਊਗਾ ਜਿੱਥੇ ਤੁਸੀਂ ਆਪਣੀ ਆਜ਼ਾਦੀ ਦੇ ਨਾਲ ਰਹੋ। ਤਾਂ ਜਦੋਂ ਸਿੱਖਾਂ ਨੇ ਕੁਐਸਚਨ ਵੀ ਕੀਤਾ ਸੀਗਾ ਵੀ ਜੇ ਤੁਸੀਂ ਵੀ ਕੱਲ੍ਹ ਨੂੰ ਮੁੱਕਰ ਗਏ ਤੇ ਫਿਰ ਕਹਿੰਦੇ ਸੀ ਤੁਹਾਡੀ ਸਿੱਖਾਂ ਦੀ ਤਲਵਾਰ ਆ ਤਾਂ ਮੰਨਿਓ ਆ ਦੁਨੀਆ ਤੇ ਸਾਰੇ, ਫਿਰ ਤੁਸੀਂ ਤਲਵਾਰ ਚੱਕ ਲਿਓ। ਪਰ ਇਹ ਧੋਖੇਬਾਜ਼ ਲੋਕਾਂ ਨੇ ਉਦੋਂ ਸਾਡੇ ਕੌਮ ਨੂੰ ਵੱਡਾ ਧੋਖਾ ਦੇ ਕੇ ਸਾਨੂੰ ਇਹਨਾਂ ਨੇ ਆਪਣੇ ਨਾਲ ਜਿਹੜਾ ਗੁਲਾਮ ਬਣਾਇਆ। ਆਪਣੇ ਪਤਾ ਇਹਨਾਂ ਨੂੰ ਉਦੋਂ ਹੀ ਪਤਾ ਸੀਗਾ ਵੀ ਅਸੀਂ ਗੁਲਾਮ ਬਣਾ ਰਹੇ ਹਾਂ। ਸਿਰਫ ਸਾਡੇ ਵੀਰ ਜਿਹੜੇ ਸੀਗੇ ਉਦੋਂ ਵਾਲੀ ਲੀਡਰਸ਼ਿਪ ਸੀਗੀ ਉਹ ਇਹਨਾਂ ਦੀਆਂ ਗੰਦੀਆਂ ਚਾਲਾਂ ਨੂੰ ਨਾ ਸਮਝ ਸਕੇ ਜਾਂ ਵਿਕੇ ਹੋਏ ਸੀ। ਸੋ ਆਪਾਂ ਅਗਲੇ ਵੀਰ ਦੀ ਗੱਲ ਸੁਣਦੇ ਹਾਂ। ਉਸ ਤੋਂ ਬਾਅਦ ਅਸੀਂ 15 ਅਗਸਤ ਨੂੰ ਜੋ ਸਿੱਖਸ ਫॉर ਜਸਟਿਸ ਵੱਲੋਂ ਪ੍ਰੋਗਰਾਮ ਲਿਖ ਕੇ ਗਏ ਨੇ ਉਸ ਤੇ ਮੈਂ ਗੱਲਬਾਤ ਕਰਨਾ ਚਾਹਾਂਗਾ। ਹਾਂਜੀ ਭਾਈ ਸਾਹਿਬ ਤੁਸੀਂ ਆਉਣੇ ਰਹੋ ਜੀ। ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਤਿੰਨਾਂ ਸਿੰਘਾਂ ਨੂੰ ਫਤਿਹ, ਗੁਰੂ ਫਤਿਹ ਪਾਤਸ਼ਾਹ ਦੀ ਕਿਰਪਾ ਰੱਖੇ। ਬੇਨਤੀ ਹੈ ਜੀ ਕਿ ਛੋਟੀ ਜੀ ਜੀ ਆਪ ਜੀ ਦੇ ਚੈਨਲ ਜਿਹੜੇ ਤਿੰਨ ਕੁ ਚਾਰ ਚੱਲ ਰਹੇ ਆ, ਇਹ ਚੈਨਲ ਥੋੜੇ ਜਿਹੇ ਹੋਰ ਵਧਾ ਲਓ ਜੀ। ਥੋੜੇ ਜਿਵੇਂ ਆਪਣੇ ਮੇਰੇ ਹਾਲ ਇਸ ਟਾਈਮ ਤੁਹਾਡਾ ਕੈਲੀਫੋਰਨੀਆ ਤੋਂ ਚੱਲ ਰਿਹਾ ਜੀ। ਹਾਂਜੀ ਹਾਂਜੀ, ਤੇ ਅਮਰੀਕਾ ਤੋਂ ਵੀ ਆਪਣੇ ਇੰਗਲੈਂਡ ਤੋਂ ਵੀ ਆਉਂਦਾ ਸਿੰਘ ਤਾਂ ਆਪਣੇ, ਤੇ ਕੈਨੇਡਾ ਤੋਂ ਵੀ ਆਉਂਦਾ, ਤੇ ਏਦਾਂ ਜਿਵੇਂ ਹੋਰ ਜੋ 3-4 ਕੰਟਰੀਆਂ ਯੂਰਪ ਦੇ ਦੇਸ਼ ਨੇ ਉਹਨਾਂ ਦੇ ਵਿੱਚ ਆਪਣੇ ਸਾਰੇ ਸਿੱਖ ਵਸ ਰਹੇ ਨੇ ਜੀ। ਤੇ ਮੇਰੀ ਤਾਂ ਇਹੀ ਬੇਨਤੀ ਵੀ ਸਾਰੇ ਪਾਸੇ ਇੱਕ ਪਾਸੇ ਇਹਦਾ ਚੈਨਲਾਂ ਦਾ ਨਾ ਚੰਗੀ ਤਰ੍ਹਾਂ। ਹਾਂਜੀ ਭਾਈ ਸਾਹਿਬ ਹੈਲੋ, ਕਾਲ ਕੱਟੀ ਗਈ ਵੀਰ ਦੀ, ਪਰ ਉਹਨਾਂ ਨੇ ਜੋ ਅਸੀਂ ਪ੍ਰੋਗਰਾਮ ਕਰਦੇ ਹਾਂ ਇਹਨੂੰ ਵਧਾਉਣ ਵਾਸਤੇ ਗੱਲ ਕੀਤੀ ਸੀ। ਚਲੋ ਜਿਵੇਂ ਜਿਵੇਂ ਮਹਾਰਾਜ ਕਿਰਪਾ ਕਰੀ ਗਏ ਤਿਵੇਂ ਤਿਵੇਂ ਇਹ ਕਿਰਪਾ ਹੋਈ ਜਾਊਗੀ। ਸੋ ਆਪਾਂ ਇੱਕ ਕਾਲ ਹੋਰ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਗੱਲ ਕਰਨੀ ਹੈ 15 ਅਗਸਤ ਦੀ। ਹਾਂਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ, ਤੁਸੀਂ ਆਉਣੇ ਰਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਭਾਜੀ ਵਾਹਿਗੁਰੂ ਜੀ ਕਾ ਫਤਿਹ। ਭਾਜੀ ਮੈਂ ਗੱਲ ਕਹਿਣੀ ਸੀ ਜੀ ਜੀ। ਜਿਵੇਂ ਕਿ ਆਪਣੇ ਅਨਾਉਂਸਮੈਂਟ ਹੁੰਦੀ ਹੈ ਕਿ 2 ਨੰਬਰ ਆ ਜਿਨ੍ਹਾਂ ਉੱਪਰ ਤੁਸੀਂ ਹੈਲੋ ਲਿਖ ਕੇ ਭੇਜਣਾ ਆ ਜੀ। ਠੀਕ ਹੈ ਵੀਰ ਜੀ। ਪਰ ਫਿਰ ਵੀ ਮੈਂ ਇਹ ਨਹੀਂ ਕਹਿੰਦਾ ਸਾਰੇ ਬੰਦਿਆਂ ਨੂੰ ਪਤਾ ਆ, ਪਰ ਕੁਝ ਕੁ ਬੰਦੇ ਕਹਿੰਦੇ ਸਾਨੂੰ ਪਤਾ ਨਹੀਂ ਲੱਗਦਾ। ਮੈਂ ਉਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ, ਜਦੋਂ ਆ ਤੁਹਾਡੀ ਸੈਂਟਰ ਦੀ ਜਾਂ ਸਟੇਟ ਗਵਰਨਮੈਂਟ ਕੋਈ ਸਕੀਮਾਂ ਕੱਢਦੀ ਆ ਉਦੋਂ ਤਾਂ ਬੜੀ ਜਲਦੀ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿਹੜੇ ਮੋਬਾਈਲ ਤੇ ਕੀ ਕਰਨਾ ਆ। ਉਦੋਂ ਤਾਂ ਬੜੀ ਜਲਦੀ ਪਤਾ ਲੱਗ ਜਾਂਦਾ ਵੀ ਫਲਾਣੇ ਦੇ ਘਰੇ ਮੁੰਡਾ ਪੜ੍ਹਿਆ ਲਿਖਿਆ ਉਹਨੂੰ ਸੱਦੋ ਸਾਡਾ ਫਾਰਮ ਭਰਾ ਦੇ। ਜਦੋਂ ਕੋਈ ਸਰਕਾਰ ਚਾਲਾਂ ਖੇਲਦੀ ਆ ਤੁਹਾਨੂੰ ਆਹ ਸਿਲੰਡਰ ਦੇ ਇੰਨੇ ਪੈਸੇ ਦੇਣੇ, ਉਦੋਂ ਤਾਂ ਬੜੀ ਜਲਦੀ ਪਤਾ ਲੱਗ ਜਾਂਦਾ ਕਿ ਨੰਬਰ ਦਿੱਲੀ ਦਾ ਕਿਹੜਾ ਆ ਤੇ ਨੰਬਰ ਫਲਾਣੀ ਜਗ੍ਹਾ ਦਾ ਕਿਹੜਾ ਆ। ਤੇ ਜਦੋਂ ਸਾਡੇ ਸਿੱਖ ਕੌਮ ਨੂੰ ਇਕੱਠੇ ਜੁੜਨ ਦੀ ਗੱਲ ਆਉਂਦੀ ਆ, ਨਹੀਂ ਜੀ ਸਾਨੂੰ ਫਾਰਮ ਨਹੀਂ ਭਰਨਾ ਆਉਂਦਾ, ਸਾਨੂੰ ਇਹ ਨਹੀਂ ਆਉਂਦਾ, ਉਦੋਂ ਕੀ ਹੋ ਜਾਂਦਾ ਆ। ਜੀ ਜੀ ਮੇਰੇ ਵੀਰੋ ਇਕੱਠੇ ਹੋ ਜਾਓ, ਵੱਧ ਤੋਂ ਵੱਧ ਫਾਰਮ ਭਰੋ। ਜਿੰਨੇ ਵੀ ਬੰਦੇ ਆ ਇਸ ਵੇਲੇ ਸਰ ਜੀ ਇੰਟਰਨੈਸ਼ਨਲ ਪੂਰੀ ਦੁਨੀਆ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਸਿੱਖਸ ਫॉर ਜਸਟਿਸ ਕੀ ਕੰਮ ਕਰਨ ਡਈ ਆ। ਤੇ ਆ ਸਾਡੇ ਗੌਰਮੈਂਟਾਂ ਯਾਰ, ਤੁਸੀਂ ਜੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਮੰਨ ਲਓ ਕਿਸੇ ਨੂੰ ਨਹੀਂ ਪਸੰਦ, ਤੁਸੀਂ ਨੋ ਚ ਵੋਟਾਂ ਪਾ ਦਿਓ, ਪਰ ਤੁਸੀਂ ਲੋਕਾਂ ਨੂੰ ਇਹ ਨਾ ਕਹੋ ਅਸੀਂ ਟੈਰਰਿਸਟ ਕਰ ਰਹੇ ਆ। ਜੀ ਜੀ ਜੀ। ਤੇ ਮੇਰੇ ਵੀਰ ਜਿਹੜੇ ਕਹਿੰਦੇ ਸਾਨੂੰ ਨੰਬਰ ਨਹੀਂ ਪਤਾ ਲੱਗਦਾ, ਤੁਸੀਂ ਏਦਾਂ ਨਾ ਕਹੋ ਸਾਨੂੰ ਪਤਾ ਨਹੀਂ ਲੱਗਦਾ, ਸਭ ਪਤਾ ਵਾ ਤੁਹਾਨੂੰ, ਸਭ ਸਿਆਣੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ ਮਹਾਰਾਜ ਜੀ ਹਾਂਜੀ ਸਭੀ ਭਾਈ ਕੀ ਕਹਿਣਾ ਚਾਹੋਗੇ ਵੀਰ ਦੀ ਕਾਲ? ਬਹੁਤ ਵਧੀਆ ਵਿਚਾਰ ਆ ਜੀ ਵੀਰ ਦੇ, ਜਿਨ੍ਹਾਂ ਨੂੰ ਲਗਾ ਹੁੰਦਾ ਉਹ ਇਹੋ ਜਿਹਾ ਕੁਐਸਚਨ ਕਰਦੇ। ਵੀਰ ਨੂੰ ਪੂਰਾ ਲਗਾ ਆ ਕੰਪੇਨ ਦੇ ਨਾਲ। ਸੋ ਵੀਰਾਂ ਨੂੰ ਬੇਨਤੀ ਕਰਦਾ, ਹੋ ਸਕਦਾ ਸਾਡਾ ਕਈ ਤਬਕਾ ਜਿਹੜਾ ਸਿਆਣੀ ਉਮਰ ਦੇ ਬਜ਼ੁਰਗ ਨੇ ਉਹਨਾਂ ਬੰਦਿਆਂ ਨੂੰ ਬੇਨਤੀ ਕਰਦੇ ਕਿ ਹੋ ਸਕਦਾ ਪਰ ਇੱਕ ਦੂਜੇ ਦੀ ਹੈਲਪ ਲਓ। ਹਰ ਇੱਕ ਘਰ ਦੇ ਵਿੱਚ ਬੱਚੇ ਪੜ੍ਹੇ ਲਿਖੇ ਨੇ, ਖਾਸ ਕਰਕੇ 2-2 ਸੈੱਲ ਫੋਨ ਨੇ ਇੱਕ ਘਰ ਦੇ ਵਿੱਚ ਐਵਰੇਜ ਆਉਂਦੇ ਪੰਜਾਬ ਦੇ ਵਿੱਚ। ਸੋ ਇਦਾਂ ਦੀ ਦਿੱਕਤ ਆਉਣੀ ਨਹੀਂ ਚਾਹੀਦੀ। ਤੇ ਬਾਕੀ ਜਿਹੜੀ ਵੀਰ ਨੇ ਗੱਲ ਕਿ ਰੈਫਰੈਂਡਮ ਵੀਰ ਜੀ ਹੈ ਹੀ ਉਹ, ਜੇ ਤੁਸੀਂ ਵਿਰੋਧ ਦੇ ਸਾਨੂੰ ਅੱਤਵਾਦੀ ਕਹਿਣਾ ਬੰਦ ਕਰੋ, ਤੁਸੀਂ ਨਾ ਚ ਵੋਟਾਂ, ਤੁਹਾਡੀ ਵੋਟ ਵੀ ਚਾਹੀਦੀ ਹੈ ਸਾਨੂੰ ਕਿ ਲੈਜਿਟ ਲੱਗੂਗਾ। ਸਾਨੂੰ ਪਤਾ ਸਿੱਖ ਕੌਮ ਨੇ ਸਾਰੀ ਨੇ ਹਾਂ ਚ ਵੋਟ ਪਾਉਣੀ ਆ, ਪਰ ਨਾ ਵਾਲੇ ਵੀ ਚਾਹੀਦੇ ਆ। ਅੱਤਵਾਦੀ ਕਹਿਣ ਦੀ ਬਜਾਏ ਉਹ ਨਾ ਚ ਵੋਟ ਬਣਾਓ। ਜੀ ਜੀ ਹਾਂਜੀ ਭਾਈ ਸਾਹਿਬ ਜੀ ਤੁਸੀਂ ਔਨ 에ਅਰ ਹੋ ਜੀ। ਭਾਈ ਤੁਹਾਡੀ ਆਵਾਜ਼ ਨਹੀਂ ਸੁਣ ਰਹੀ, ਥੋੜਾ ਜਿਹਾ ਉੱਚੀ ਬੋਲਿਓ। ਹੈਲੋ
ਹੈਲੋ ਹੈਲੋ। ਹਾਂਜੀ ਹਾਂਜੀ ਹੁਣ ਠੀਕ ਆ ਜੀ। ਹੈਲੋ ਖਾਲਸਾ ਜੀ, ਆਈ ਆਵਾਜ਼? ਆ ਗਈ ਜੀ, ਆ ਗਈ। ਹਾਂਜੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਕੱਲ ਮੈਂ ਨਾ ਨਿਊਜ਼ ਤੇ ਦੇਖੀ ਇੱਕ ਵੀਡੀਓ, ਇੰਨਾ ਦਿਲ ਦੁਖਿਆ। ਦੇਖੋ ਜੀ, ਪੰਜਾਬ ਵਿੱਚ ਖਾਲਿਸਤਾਨ ਜਿੰਦਾਬਾਦ ਕਰਨ ਵਾਲੇ ਬੰਦੇ ਨੂੰ ਦੱਸਾਂ ਕੀ ਕਹਿੰਦੇ ਜੀ। ਜੇ ਹੁਣ ਖਾਲਿਸਤਾਨ ਬਣਨ ਦੀ ਗੱਲ ਆ ਗਈ, ਚਲੋ ਨਾਲ ਮੋਢਾ ਲਾ ਕੇ ਕਰਨਾ, ਇਹਨਾਂ ਨੂੰ ਇਹ ਪ੍ਰਧਾਨਗੀ ਨਹੀਂ ਦਿੰਦੇ, ਇਹਨੂੰ ਦੱਸਦੇ ਨਹੀਂ ਕੋ। ਗੁਰੂ ਸਾਹਿਬ ਜੀ ਦੀ ਬਚਾਉਣ ਦੀ ਗੱਲ ਆ, ਅਸੀਂ ਸਾਨੂੰ ਕਰਨਾ। ਕੱਲ ਭਾਈ ਬਹੁਤ ਜ਼ਿਆਦਾ ਦਿਲ ਦੁਖਿਆ। ਮੈਂ ਉਹ ਮੰਨਦਾ ਕਮੇਟੀ ਨੂੰ ਕਿ ਚਲੋ ਨਾ ਕੋਈ ਤਾਂ ਪੰਜਾਬ 'ਚ ਹੈਗਾ ਵਾ ਬਾਰੇ ਗੱਲ, ਪਰ ਕੱਲ ਇਹਨਾਂ ਨੇ ਬੜਾ ਦੁੱਖ ਗਿਆ ਕਿ ਇਹਨਾਂ ਨੇ ਇੱਦਾਂ ਗਿਆ। ਚਲੋ ਬਾਕੀ ਮਹਾਰਾਜ ਦੇ ਹੱਥ ਨੂੰ, ਮਹਾਰਾਜ ਇਹਨਾਂ ਕਿੰਨੇ ਕੁ ਹੋਣਗੇ ਕਮੇਟੀ, 1000 ਹੋਊਗਾ, 2000 ਹੋਊਗਾ, 2000 ਮੈਂ ਕਿਤੇ ਖਾਲਸਾ ਦੇ ਨਾਲ ਹੀ ਰੁਕ ਜਾਣਾ। ਪਰ ਭਾਜੀ ਬਹੁਤ ਵਧੀਆ ਕੰਮ ਕਰਨੇ ਭਾਈ, ਦਿਲ ਪੂਰਾ ਕੀਤਾ ਭਾਈ ਵੀ ਜਲਦੀ ਤੋਂ ਜਲਦੀ ਕਿਸੇ ਕੰਮ ਕਰੀਏ, ਪੰਜਾਬ ਆਪਣਾ ਲੱਗ। ਤੇ ਭਾਈ ਕੋਈ ਵੀ ਕੰਮ ਕਰੋ ਵੀਰੇ ਆਪਣੇ ਭਾਈ ਲੱਗੇ ਆ, ਕਾਪੀ ਲਾਈ ਆਪਾਂ ਨਾ ਤੋਂ ਨਾਂ ਲਿਖੀ ਜਾਂਦੀ, ਕਿਹੜੇ ਕਿਹੜੇ ਬੰਦੇ ਆਪਣੇ ਨਾਲ ਆ, ਸਾਰਾ ਲਿਖ ਕੇ ਆਪਾਂ ਰੱਖਿਆ ਜੀ। ਧੰਨਵਾਦ ਵੀਰ ਜੀ, ਬਹੁਤ ਬਹੁਤ ਕਾਲ ਕਰਨ ਦਾ। ਦੇਖੋ ਬੜੇ ਜਜ਼ਬਾਤਾਂ ਨਾਲ ਵੀਰ ਨੇ ਜਿਹੜੀ ਆ ਆਪਣੀ ਗੱਲ ਰੱਖੀ ਆ। ਹੁਣ ਜਿਹੜੇ ਕਮੇਟੀ ਦੀ ਗੱਲ ਕੀਤੀ ਆ, ਜੇ ਕੋਈ ਵਿਰੋਧਤਾ ਕਰਦਾ ਤੇ ਉਹਦੇ ਵਾਸਤੇ ਸਾਨੂੰ ਬਹੁਤਾ ਜਿਹੜਾ ਆ ਉਹ ਦੁਖੀ ਜਾਂ ਸੈਡ ਹੋਣ ਦੀ ਲੋੜ ਨਹੀਂ। ਹੁਣ ਅੱਜ ਜਿਹੜੀ ਗੱਲ ਆ, ਇਕੱਲੇ ਬੰਦੇ ਦੇ ਹੱਥ ਵਿੱਚ ਜਿਹੜਾ ਟੂਲ ਆ ਪਹੁੰਚ ਗਿਆ। ਇੱਕ ਕਮੇਟੀ ਦੀ ਜਿਵੇਂ ਤੁਸੀਂ ਦੱਸਿਆ ਵੀ 1000 ਵੋਟ ਹੋਊਗੀ, ਨਹੀਂ ਉਹਨਾਂ ਨੇ ਕਹਿ ਦਿੱਤਾ ਆਪਣੇ ਪੁਜਾਰੀਆਂ ਨੂੰ ਬਣਾਉਣ ਨੂੰ, ਤੇ ਉਹ ਨਾ ਬਣਾਉਣ, ਕੋਈ ਚੱਕਰ ਨਹੀਂ ਗਾ। ਬਾਕੀ ਜਿਹੜੀ ਆਮ ਪਬਲਿਕ ਆ ਉਹ ਵੱਧ ਚੜ ਕੇ ਵੋਟਾਂ ਜਿਹੜੀਆਂ ਉਹ ਰਜਿਸਟਰ ਕਰਾਉਣ। ਸੋ ਇਸ ਦੇ ਨਾਲ ਹੀ ਆਪਾਂ ਜਿਹੜੀ ਸਭੀ ਭਾਈ ਜਿਹੜਾ 15 ਆਪਣਾ ਫੋਨ ਕਿਹਦਾ ਪਿੱਛੇ ਚੱਲਦਾ ਜੀ, ਕਿਸੇ ਨੂੰ ਮੜਾ ਕਰਿਓ ਬੰਦ। ਤੇ ਸਭੀ ਭਾਈ ਜਿਹੜੀ ਹਾਂਜੀ ਭਾਜੀ ਫੀਡਬੈਕ ਆ ਰਹੀ ਹੈ ਜੀ ਭਾਈ ਸਾਹਿਬ ਜੀ, ਆਪਣੇ ਟੈਕਨੀਕਲ ਟੀਮ ਨੂੰ ਮੈਂ ਕਰੂੰਗਾ ਬੇਨਤੀ ਕਿ ਫੀਡਬੈਕ ਆ ਰਹੀ ਹੈ ਜੀ। ਬਲਜਿੰਦਰ ਸਿੰਘ ਜਾਂ ਸਭ ਭਾਈ ਤੁਹਾਡੇ ਵੱਲੋਂ ਤੇ ਨਹੀਂ ਕੋਈ ਫੋਨ? ਨਹੀਂ ਜੀ, ਫੋਨ ਤੇ ਆਫ ਹੈ ਜੀ, ਪਰ ਫੋਨ ਬੰਦ ਹੈ। ਠੀਕ ਹੈ ਜੀ। ਹਾਂਜੀ, ਤੁਸੀਂ 15 ਅਗਸਤ ਬਾਰੇ ਜਿਹੜਾ ਪ੍ਰੋਗਰਾਮ ਸਿੱਖ ਗੁਰਜਸ ਵੱਲੋਂ ਲਿਖਿਆ ਗਿਆ ਅੰਬੈਸੀਆਂ ਵਾਲਾ, ਤੇ ਦੂਸਰਾ ਜਿਹੜਾ ਆਪਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਦਮਦਮਾ ਸਾਹਿਬ ਅਰਦਾਸ ਕਰਨੀ ਆ, ਉਹਦੇ ਬਾਰੇ ਬੇਨਤੀ ਜ਼ਰੂਰ ਕਰੋ ਜੀ ਸੰਗਤਾਂ ਨੇ। ਜੀ ਬੇਨਤੀ ਕਰਦੇ ਆ ਜੀ, ਪਹਿਲਾਂ ਤਾਂ ਜਿਹੜੀਆਂ ਵਿਦੇਸ਼ਾਂ 'ਚ ਵੱਸਦੀਆਂ ਸੰਗਤਾਂ ਨੇ, ਖਾਸ ਕਰਕੇ ਜਿਹੜੀਆਂ ਵੀ ਕੰਟਰੀਆਂ ਨੇ ਜਿੱਥੇ ਇਹਨਾਂ ਦੀਆਂ ਅੰਬੈਸੀਆਂ ਨੇ ਹਿੰਦੁਸਤਾਨ ਦੀਆਂ, ਸੋ ਇਹ ਇੱਕ ਆਪਣਾ ਤਰੀਕਾ ਜੀ ਰੋਸ ਜ਼ਾਹਰ ਕਰਨ ਦਾ। ਤੇ ਮੈਂ ਬੇਨਤੀ ਕਰੂੰਗਾ ਕਿ ਸਾਰੇ ਸਿੱਖਾਂ ਨੂੰ 15 ਅਗਸਤ ਸ਼ਨੀਵਾਰ ਆ ਰਹੀ ਹੈ, ਵੱਖਰੇ ਵੱਖਰੇ ਕੰਮਾਂ 'ਚ ਸਾਡੇ ਜਿਹੜੇ ਮੁਲਕ ਨੇ ਇਹਨਾਂ ਦੇ ਵਿੱਚ ਮੇਰਾ ਖਿਆਲ ਸੈਚਰਡੇ ਮੋਸਟਲੀ ਛੁੱਟੀ ਹੁੰਦੀ ਹੈ। ਸੋ ਵੀਰਾਂ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਮਹਾਮਾਰੀ ਦੇ ਹੁੰਦੇ ਹੋਏ ਵੀ ਕਾਨੂੰਨਾਂ ਦਾ ਧਿਆਨ ਰੱਖ ਕੇ, ਆਪਣੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਤੁਸੀਂ ਆਪਣਾ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਉਹਨਾਂ ਦੇ ਮੂਹਰੇ ਕਰਨਾ, ਉਹਨਾਂ ਨੂੰ ਦੱਸਣਾ ਕਿ 15 ਅਗਸਤ ਨਾਲ ਸਿੱਖਾਂ ਦਾ ਕੋਈ ਲੈਣ ਦੇਣ ਨਹੀਂ, ਇਹ ਤੁਹਾਡਾ ਨਿਸ਼ਾਨਾ ਬਿਨੋ ਤੀਰ ਵਾਂਗ ਨਾ ਲੱਗਣਾ। ਅਸੀਂ ਸਿਰਫ ਇਹ ਦੱਸਣਾ ਚਾਹੁੰਦੇ ਹਾਂ ਕਿ ਸਿੱਖ ਦਾ 15 ਅਗਸਤ ਦੀ ਆਜ਼ਾਦੀ ਨਾਲ ਕੋਈ ਲੈਣ ਦੇਣ ਨਹੀਂ। ਇਹ ਹੀ ਸਾਡਾ ਜਿਹੜਾ ਆ ਉੱਥੇ ਰੋਸ ਮੁਜ਼ਾਹਰਾ ਹੋਊਗਾ। ਜਿਹੜੇ ਵੀਰਾਂ ਦੀਆਂ ਨਹੀਂ ਵੋਟਾਂ ਬਣੀਆਂ, ਉਹਨਾਂ ਦੀਆਂ ਵੋਟਾਂ ਉਹਨਾਂ ਦੀ ਐਮਬੈਸੀ ਦੇ ਮੋਹਰੇ ਰਜਿਸਟਰ ਕੀਤੀਆਂ ਜਾਣਗੀਆਂ। ਤੋ ਜਿਹੜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਅਰਦਾਸ ਕਰਨ ਦੀ ਗੱਲ ਕੀਤੀ ਆ, ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਚੜ ਕੇ ਪਹੁੰਚੋ। ਕਮੇਟੀਆਂ ਨੂੰ ਕਹੂੰਗਾ, ਜਥੇਦਾਰਾਂ ਨੂੰ ਕਹਿਣਾ ਚਾਹੁੰਦਾ ਕਿ ਵੀਰੋ ਸਾਡਾ ਸਾਥ ਦਿਓ। ਜਿੱਦਾਂ ਮਰਜ਼ੀ ਨੇ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਜਥੇਦਾਰ ਨੇ ਅਕਾਲ ਤਖਤ ਸਾਹਿਬ ਦੇ ਬੜਾ ਡਟ ਕੇ ਸਾਥ ਦਿੱਤਾ। ਸੋ ਕਈ ਵਿਵਾਦ ਚੱਲਦੇ ਰਹਿੰਦੇ ਆ, ਪਰ ਵੀਰੋ ਆਪਣੇ ਜ਼ਮੀਰ ਨੂੰ ਜਗਾਈਏ, ਸਭ ਦਾ ਸਾਥ ਦਈਏ, 15 ਅਗਸਤ ਨੂੰ ਕਾਲੇ ਦਿਨ ਵੱਲੋਂ ਮਨਾਈਏ। ਸੋ ਅਸੀਂ ਨਹੀਂ ਚਾਹੁੰਦੇ ਕਿ ਇਹ 15 ਅਗਸਤ ਜਿਹੜੀ ਆ ਸਿੱਖ ਆਪਣੀ ਆਜ਼ਾਦੀ ਸਮਝਣ, ਅਨਲੈਸ ਕਿ ਕੌਲੀ ਚੱਟ ਹੁੰਦੇ ਆ ਸਿਰਸੇ ਵਰਗੇ ਜਾਂ ਜੀਕੇ ਵਰਗੇ, ਤੇ ਉਹਨਾਂ ਤੇ ਤਾਂ ਕਿਰਪਾ ਉਹਨਾਂ ਦੀ, ਉਹ ਆਪਣੀਆਂ ਕੋਸ਼ਿਸ਼ਾਂ ਕਰਕੇ ਇਹਨੂੰ ਆਪਣੀ ਆਜ਼ਾਦੀ ਦਿਵਸ ਕਹਿਣ ਡਿਆ। ਇੱਕਾ ਦੁੱਕਾ ਨੂੰ ਛੱਡ ਕੇ ਮੈਂ ਸਾਰਿਆਂ ਨੂੰ ਇਹ ਕਹੂੰਗਾ ਕਿ ਵੀਰੋ ਵੱਧ ਚੜ ਕੇ ਐਮਬੈਸੀਆਂ ਮੂਹਰੇ ਜਾ ਕੇ ਦੱਸੀਏ ਕਿ ਸਾਡੇ ਲਈ ਇਹ ਕਾਲਾ ਦਿਨ ਹੈ ਜੀ। ਸੋ 15 ਤਰੀਕ ਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਜਿੱਥੇ ਵੀ ਭਾਰਤ ਦੀ ਅੰਬੈਸੀ ਹੈ, ਉੱਥੇ ਜਾ ਕੇ ਵੋਟਾਂ ਰਜਿਸਟਰ ਕਰਾਈਆਂ ਜਾਣਗੀਆਂ ਤੇ ਜੋ ਇਕੱਤਰਤਾ ਕਰਕੇ ਪੰਜਾਬ ਦੇ ਰੈਫਰੈਂਡਮ ਦੀ ਗੂੰਜ ਜਿਹੜੀ ਆ ਉਹ ਪਾਈ ਜਾਊਗੀ।
ਸੋ ਬੇਨਤੀ ਆ ਕਿ ਜਿਹੜੇ ਵੀਰ ਵੀ ਕਿਸੇ ਵੀ ਕੰਟਰੀ ਵਿੱਚ ਵਸਦੇ ਹੋ, ਤੁਹਾਡੇ ਸਿੱਖਸ ਫॉर ਜਸਟਿਸ ਦੇ ਵਲੰਟੀਅਰ ਜਿਹੜੇ ਏਰੀਆ ਦੇ ਹਨ ਉਹਨਾਂ ਨਾਲ ਸੰਪਰਕ ਕਰਕੇ ਤੇ ਪਤਾ ਕਰਕੇ ਕਿਹੜੀ ਐਮਬੈਸੀ ਦਾ ਤੇ ਕੀ ਟਾਈਮ ਆ, ਉੱਥੇ ਜ਼ਰੂਰ ਪਹੁੰਚੋ ਜੀ। ਸੋ ਇਸ ਦੇ ਤੋਂ ਬਾਅਦ ਅਸੀਂ ਜਿਹੜੀ ਗੱਲਬਾਤ ਕਰਨੀ ਸੀਗੀ, ਉਹ ਜਿਹੜਾ ਅਗਲਾ ਮੁੱਦਾ ਸੀਗਾ ਸਾਡਾ, ਜੀ 15 ਅਗਸਤ ਦੇ ਲਈ ਸਾਰੀਆਂ ਸੰਗਤਾਂ ਨੂੰ ਫਿਰ ਬੇਨਤੀ ਕਰਦੇ ਹਾਂ, ਖਾਸ ਕਰਕੇ ਆਪਣੇ ਏਰੀਏ ਤੋਂ ਜਿੱਥੇ ਅਸੀਂ ਰਹਿ ਰਹੇ ਨੇ ਬੇਏਰੀਏ ਦੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਘਰਾਂ ਤੋਂ ਸਿਰਫ 15-20 ਮਿੰਟ ਤੋਂ ਵਾਧੂ ਦੀ ਵਾਟ ਨਹੀਂ ਹੋਵੇਗੀ। ਉਸ ਐਮਬੈਸੀ ਦੇ ਮੋਹਰੇ ਤੁਸੀਂ ਇਕੱਠੇ ਹੋ ਕੇ, ਜਿੱਥੇ ਸਿੱਖ ਵਿਰੋਧੀ ਤਾਕਤਾਂ ਨੇ ਉਹਨਾਂ ਨਾਲ ਰਲ ਕੇ ਆਪਣਾ 15 ਅਗਸਤ ਮਨਾਉਣਾ ਹੈ, ਉੱਥੇ ਤੁਸੀਂ ਬਾਈਕਾਟ ਕਰਨਾ, ਉੱਥੇ ਤੁਸੀਂ ਦੱਸਣਾ ਕਿ ਇਹ ਦਿਨ ਸਾਡੇ ਲਈ ਜਿਹੜਾ ਆ ਉਹ ਕਾਲੇ ਦਿਨ ਵਜੋਂ ਅਸੀਂ ਮਨਾਉਣੇ ਆ। ਸਿੱਖ ਇਹਨੂੰ ਆਪਣਾ ਆਜ਼ਾਦੀ ਦਾ ਦਿਨ ਨਹੀਂ ਮੰਨਦਾ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਓ, ਵੱਧ ਚੜ ਕੇ ਪਹੁੰਚੋ। ਉੱਥੇ ਲੰਗਰ ਪਾਣੀ ਦਾ ਪ੍ਰਬੰਧ ਵੀ ਜਿੰਨਾ ਹੋ ਸਕੂਗਾ ਸੰਗਤਾਂ ਕਰ ਰਹੀਆਂ ਨੇ। ਮੈਂ ਮੰਨਦਾ ਕਿ ਕਈ ਕਾਨੂੰਨੀ ਦਾਇਰੇ ਵੀ ਨੇ, ਤੁਹਾਨੂੰ ਸੋਸ਼ਲ ਡਿਸਟੈਂਸਿੰਗ ਰੱਖਣੀ ਪੈਣੀ ਹੈ, ਪਰ ਪਰਮਿਟ ਲੈ ਗਏ ਨੇ। 9:30 ਤੋਂ 10 ਵਜੇ ਤੱਕ ਤੁਸੀਂ ਜਿਹੜਾ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨੀ, ਤਾਂ ਕਿ ਅਸੀਂ ਉਹਨਾਂ ਦੇ ਸਾਹਮਣੇ ਸ਼ਾਂਤਮਈ ਜਿਹੜਾ ਰੋਸ ਮੁਜ਼ਾਹਰਾ ਉਹ ਕਰ ਸਕੀਏ ਜੀ। ਹਾਂਜੀ, ਤੇ ਇੱਕ ਜਿਹੜਾ ਸਾਰਿਆਂ ਨੂੰ ਇੱਕ ਬੇਨਤੀ ਇਹ ਆ ਕਿ ਜਿਸ ਤਰ੍ਹਾਂ ਪਹਿਲੇ ਟਾਈਮ ਦੇਖਿਆ ਕਿ ਇੰਡੀਆ ਦੇ ਵੱਖਰੇ ਵੱਖਰੇ ਜਿੰਨੇ ਵੀ ਦਲਾਲ ਆ ਜਾਂ ਜਿੰਨੇ ਵੀ ਹੈਗੇ ਆ ਪੰਜਾਬ ਦੇ ਵਿੱਚੋਂ ਵੀਡੀਓ ਪਾਉਂਦੇ ਆ ਕਿ ਕੈਨੇਡਾ ਦੇ ਵਿੱਚ ਹੁਣ ਇਹਨਾਂ ਨੂੰ ਬਾਹਰ ਕੱਢਤਾ ਆ ਤੇ ਆਹ ਕੰਟਰੀ ਚੋਂ ਬਾਹਰ ਕੱਢਤਾ ਆ, ਉਹਨਾਂ ਨੂੰ ਵੀ ਇਹ ਸ਼ੋਅ ਦੱਸਣਾ ਚਾਹੁੰਦੇ ਆ ਕਿ ਜਿਹੜੀ ਇਹ ਸ਼ਾਂਤਮਈ ਤੇ ਇੱਕ ਵੋਟ ਦੀ ਮੁਹਿੰਮ ਆ, ਉਹ ਕੋਈ ਨਹੀਂ ਰੋਕ ਸਕਦਾ, ਕੋਈ ਕੰਟਰੀ ਨਹੀਂ ਉਹਨੂੰ ਬੰਦ ਕਰ ਸਕਦੀ, ਕਿਉਂਕਿ ਆਪ ਉਹਨਾਂ ਕੰਟਰੀਆਂ ਦੇ ਵਿੱਚ ਹੀ ਰੈਫਰੈਂਡਮ ਹੋ ਰਿਹਾ। ਇਸ ਕਰਕੇ ਇਹ ਚੀਜ਼ ਦਾ ਵੀ ਇੰਡੀਆ ਦੇ ਮੂਹਰੇ ਥੱਪੜ ਹੋਊਗਾ ਜਿਸ ਵੇਲੇ ਕੈਨੇਡਾ ਦੇ ਵਿੱਚ ਹਰੇਕ ਐਮਬੈਸੀ ਦੇ ਮੂਹਰੇ ਵੋਟਰ ਰਜਿਸਟ੍ਰੇਸ਼ਨ ਕੈਂਪ 15 ਅਗਸਤ ਨੂੰ ਲੱਗਿਆ ਹੋਊਗਾ। ਤੇ ਬਾਕੀ ਜੇ ਹੋਰ ਵੀ ਕੋਈ ਇਨਫੋਰਮੇਸ਼ਨ ਮੇਰਾ ਖਿਆਲ ਕੋਈ ਤਕਨੀਕੀ ਖਰਾਬੀ ਕਰਕੇ ਆਵਾਜ਼ ਨਹੀਂ ਆ ਰਹੀ ਸਾਡੇ ਵੀਰ ਦੀ। ਸੋ ਜੀ ਸੋ ਬੇਸਿਕਲੀ ਜਿੰਨਾ ਚਿਰ ਸਾਡੇ ਵੀਰ ਜੀ ਫਿਕਸ ਕਰਦੇ ਨੇ ਸਿਸਟਮ ਨੂੰ, ਸੋ ਸੰਗਤਾਂ ਨੂੰ ਬੇਨਤੀ ਕਰਦਾ, ਕਾਲਾਂ ਕਰਨ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਵੀਰੋ ਤੁਹਾਡਾ ਬੜਾ ਧੰਨਵਾਦ ਜਿਹੜੇ ਜਜ਼ਬੇ ਨਾਲ ਤੁਸੀਂ ਆਉਣੇ ਹੋ। ਸੋ ਅੱਜ ਸਾਰਾ ਦਿਨ ਲਗਾਤਾਰ ਸਰਗਰਮੀਆਂ ਦੇ ਵਿੱਚ ਰਿਹਾ। ਅੱਜ ਸਵੇਰ ਤੋਂ ਲੈ ਕੇ ਗਦਰੀ ਬਾਬਿਆਂ ਦੇ ਗੁਰੂ ਘਰ ਵੀਰ ਸਮਾਣਾ ਜੋ ਕਿ ਹਮੇਸ਼ਾ ਕੌਮ ਨਾਲ ਦਰਦ ਰੱਖਦੇ ਨੇ, ਉਹਨਾਂ ਵੱਲੋਂ ਭਾਈ ਸੁਖਦੇਵ ਸਿੰਘ ਬੱਬਰ ਉਹਨਾਂ ਦੀ ਸ਼ਹੀਦੀ ਤੇ ਪ੍ਰੋਗਰਾਮ ਰਖਾਏ ਗਏ ਸਨ। ਸੋ ਸੰਗਤਾਂ ਨੂੰ ਵਾਰ-ਵਾਰ ਇਹੀ ਮੈਸੇਜ ਹੈ ਕਿ ਜਿਹੜੇ ਬੰਦਿਆਂ ਨੇ ਹਾਲੇ ਆਪਣੀਆਂ ਵੋਟਾਂ ਜਾਂ ਮੇਰੀਆਂ ਭੈਣਾਂ ਨੇ ਨਹੀਂ ਬਣਾਈਆਂ, ਖਾਸ ਕਰਕੇ ਬਾਹਰ ਵਸਦੇ ਸਿੱਖਾਂ ਲਈ, ਤੁਹਾਡੇ ਲਈ, ਪੰਜਾਬ ਤੋਂ ਬਾਹਰ ਵਸਦੇ, ਇੰਡੀਆ ਤੋਂ ਬਾਹਰ ਵਸਦੇ ਸਾਰੇ ਸਿੱਖਾਂ ਲਈ ਬਹੁਤ ਸੌਖੀ ਵੈਬਸਾਈਟ ਹੈ ਤੇ ਤੁਹਾਡੀ ਮੇਰਾ ਖਿਆਲ ਵਿਦਿਨ ਮਿੰਟ ਦੇ ਵਿੱਚ ਜਿਹੜੀ ਤੁਹਾਡੀ ਆਈਡੀ ਆ ਉਹ ਬਣ ਕੇ ਤੁਹਾਡੀ ਜਿਹੜੀ ਆ ਈਮੇਲ ਤੇ ਆ ਜਾਂਦੀ ਹੈ। ਉਹਦੇ ਵਿੱਚ ਤੁਹਾਡੀ ਫੋਟੋ ਆਪਸ਼ਨਲ ਹੈ, ਤੁਸੀਂ ਲਾ ਸਕਦੇ ਹੋ ਜਾਂ ਨਹੀਂ ਲਾ ਸਕਦੇ, ਤੁਹਾਡੀ ਮਰਜ਼ੀ ਹੈ। ਪਰ www.yes2khalistan.org ਦੇ ਉੱਤੇ ਤੁਸੀਂ ਜਾਣੇ ਆ। ਮੇਰਾ ਖਿਆਲ ਹੈ ਕਿ ਜੇ ਘਰ ਦੇ ਵਿੱਚ ਇੱਕ ਬੱਚਾ ਵੀ ਚਾਹਵੇ ਤੇ 8-10 ਵੋਟਾਂ ਮੇਰੇ ਹਿਸਾਬ ਨਾਲ 20 ਮਿੰਟ ਤੋਂ ਵਾਧੂ ਟਾਈਮ ਨਹੀਂ ਲੱਗਦਾ। ਐਟ ਲੀਸਟ ਅਸੀਂ ਜਿਹੜੇ ਆ ਬਾਹਰ ਬੈਠੇ ਆਪਣਾ ਫਰਜ਼ ਪਹਿਲਾਂ ਪੂਰਾ ਕਰੀਏ। ਸਾਡੀਆਂ ਵੋਟਾਂ ਉਹਨਾਂ ਵੀਰਾਂ ਤੋਂ ਬਹੁਤ ਪਹਿਲਾਂ ਬਣਨੀਆਂ ਚਾਹੀਦੀਆਂ ਨੇ।
ਬੜਾ ਭਰਵਾਂ ਹੰਗਾਰਾ ਆ ਰਿਹਾ ਪੰਜਾਬ ਤੋਂ, ਹਰਿਆਣਾ ਤੋਂ, ਦਿੱਲੀ ਤੋਂ, ਜੰਮੂ ਕਸ਼ਮੀਰ ਤੋਂ, ਜਿੱਥੇ ਜਿੱਥੇ ਵੀ ਅਸੀਂ ਵੋਟਾਂ ਰਜਿਸਟਰ ਕਰਾਉਣ ਦੀ ਗੱਲ ਕੀਤੀ ਹੈ, ਸਾਨੂੰ ਬੜਾ ਭਰਵਾਂ ਹੰਗਾਰਾ ਉਹਨਾਂ ਵੀਰਾਂ ਦਾ ਜਿਹੜਾ ਮਿਲਿਆ। ਬੜੀਆਂ ਜ਼ਿਆਦਾ ਤਾਦਾਦ ਦੇ ਵਿੱਚ ਵੋਟਾਂ ਰਜਿਸਟਰ ਹੋ ਰਹੀਆਂ ਨੇ। ਥੋੜੀ ਰਹਿ ਗਿਆ ਵੀਰ ਨੇ, ਮੈਂ ਨਹੀਂ ਚਾਹੁੰਦਾ ਕੋਈ ਵੀਰ ਬਿਹਾਈਂਡ ਰਵੇ ਇਸ ਗੱਲ ਤੋਂ। ਇਹ ਤੁਹਾਡੀ ਲਾਈਫ ਦਾ ਇੱਕ ਸੁਨਹਿਰੀ ਚਾਂਸ ਰਹੂਗਾ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਇਹ ਨਾਂ ਲਿਖੇ ਜਾਊਗੇ, ਤੁਹਾਡੇ ਬੱਚੇ ਤੁਹਾਨੂੰ ਇਹ ਪੁੱਛਣਗੇ ਜੇ ਤੁਸੀਂ ਵੋਟ ਨਹੀਂ ਬਣਾਉਂਦੇ ਕਿ ਬਈ ਪਿਤਾ ਜੀ ਜਾਂ ਮਾਤਾ ਜੀ ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਵੋਟਾਂ ਬਣਦੀਆਂ ਸੀ। ਸੋ ਇਹ ਵੀਰੋ ਜ਼ਰੂਰੀ ਆ, ਆਪਣਾ ਹੱਕ ਅਸੀਂ ਯੂਜ਼ ਕਰਨਾ। ਸੋ UN ਦੇ ਚਾਰਟਰ 1 ਥੱਲੇ ਲੈ ਕੇ ਰੈਫਰੈਂਡਮ ਲੈ ਕੇ ਆਏ ਆ। ਚਾਹੇ ਕੋਈ ਕਿਸੇ ਤਰੀਕੇ ਨਾਲ ਤੁਹਾਨੂੰ ਉਲਝਾਉਣ ਦੀ ਕੋਸ਼ਿਸ਼ ਕਰੇ, ਤੁਸੀਂ ਵੋਟ ਜ਼ਰੂਰ ਰਜਿਸਟਰ ਕਰਨੀ ਹੈ। ਜਦੋਂ ਪਾਉਣ ਦਾ ਟਾਈਮ ਆਊਗਾ ਉਦੋਂ ਤੁਹਾਨੂੰ ਇਹਦੇ ਨਾਲ ਤੁਹਾਨੂੰ ਟਾਈਮਿੰਗ ਦੱਸੀ ਜਾਊਗੀ। ਨਵੰਬਰ ਮਹੀਨੇ ਸ਼ੁਰੂ ਹੋਣ ਵਾਲੀ VOTING ਵਾਰੀ ਸਾਰੇ ਜਗ੍ਹਾ VOTING ਇਹਦੀ ਜਿਹੜੀ ਆ ਜਿਹੜੇ ਵੀ ਤਰੀਕੇ ਨਾਲ ਹੋਊਗੀ ਸੰਗਤਾਂ ਨੂੰ ਉਸ ਤਰੀਕੇ ਨਾਲ ਦੱਸਿਆ ਜਾਊਗਾ। ਸੋ ਹਾਂਜੀ, ਬਾਕੀ ਜਿੱਦਾਂ ਕਿ ਸਾਬੀ ਭਾਜੀ ਨੇ ਦੱਸਿਆ ਸਾਰੀਆਂ ਗੱਲਾਂ ਕਿ 15 ਅਗਸਤ ਨੂੰ ਹਰੇਕ ਅੰਬੈਸੀ ਦੇ ਮੋਹਰੇ ਜੋ ਕੈਨੇਡਾ, ਅਮਰੀਕਾ, ਯੂਰਪ, ਆਸਟ੍ਰੇਲੀਆ ਤੇ ਮੋਹਰੇ ਰਜਿਸਟ੍ਰੇਸ਼ਨ ਕੈਂਪ ਲੱਗਣੇ ਆ। ਹਰੇਕ ਅੰਬੈਸੀ ਦਾ ਟਾਈਮ ਥੋੜਾ ਵੱਖਰੇ ਤੋਂ ਵੱਖਰਾ, ਇਸ ਕਰਕੇ ਜਿਹੜੀ ਵੀ ਤੁਹਾਡੇ ਨਜ਼ਦੀਕ ਅੰਬੈਸੀ ਹੈ ਉਹ ਸਾਡੇ ਵੈਬਸਾਈਟਾਂ ਦੇ ਉੱਤੇ ਤੇ ਸਾਡੇ ਜਿੰਨੇ ਵੀ ਫੇਸਬੁੱਕ ਪੇਜ ਆ ਤੇ ਉਹਨਾਂ ਦੇ ਉੱਤੇ ਅਸੀਂ ਅਪਡੇਟ ਕਰ ਦਿੱਤਾ ਆਲਰੇਡੀ ਤੇ ਕਿਹੜੇ ਟਾਈਮ ਤੋਂ ਕਿਹੜੇ ਟਾਈਮ ਤੱਕ ਪਰਮਿਟ ਆ। ਕਿਉਂਕਿ ਹਰੇਕ ਚੀਜ਼ ਜੋ ਵੀ ਅਸੀਂ ਕਰਦੇ ਹਾਂ ਉਹ ਲੀਗਲ ਤਰੀਕੇ ਨਾਲ ਕਰਦੇ ਹਾਂ ਤੇ ਹਰੇਕ ਚੀਜ਼ ਦਾ ਪਰਮਿਟ ਹੁੰਦਾ ਉਸ ਵੇਲੇ। ਤੇ ਜਿੰਨਾ ਵੀ ਇਹ ਕੈਂਪ ਲੱਗਣੇ ਆ ਉਹ COVID-19 ਕਰਕੇ ਇੱਕ ਤਾਂ ਸੋਸ਼ਲ ਡਿਸਟੈਂਸ ਦਾ ਬਿਲਕੁਲ ਧਿਆਨ ਰੱਖਣਾ ਆ ਤੇ ਦੂਜਾ ਟਾਈਮ ਦਾ ਬਿਲਕੁਲ ਧਿਆਨ ਰੱਖਣਾ ਪੈਣਾ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਆਪਣਾ ਟਾਈਮ ਸਿਰ ਪਹੁੰਚਣ ਉੱਥੇ, ਤਾਂ ਕਿ ਅਸੀਂ ਇਹਨਾਂ ਨੂੰ ਹਿੰਦੂ ਗੌਰਮੈਂਟ ਨੂੰ ਦੱਸ ਸਕੀਏ ਕਿ ਸਿੱਖ ਪੰਥ ਜਿਹੜਾ ਉਹ ਇੱਕ ਪਲੇਟਫਾਰਮ ਤੇ ਆ ਕੇ ਖੜਾ ਆ। ਤੇ ਆਪਣਾ ਜੇ ਹੋਰ ਵੀ ਕੋਈ ਅਪਡੇਟ ਹੈਗੀ ਸਾਬੀ ਭਾਈ ਤੁਸੀਂ ਕਰੋ ਗੱਲਬਾਤ। ਸੋ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈ ਸੰਗਤ ਜੀ ਨੂੰ ਜਾਂ ਕੋਈ ਵੈਬਸਾਈਟ ਬਾਰੇ ਕੁਐਸਚਨ ਹੈ, ਸਾਡੇ ਲਗਾਤਾਰ ਪ੍ਰੋਗਰਾਮ ਵੀਕ ਦੇ ਵਿੱਚ 3 ਜਾਂ 4 ਵੇਲਾ ਚੱਲਦੇ ਨੇ। ਇੱਥੋਂ ਬ੍ਰੌਡਕਾਸਟ ਹੁੰਦਾ, ਕੈਨੇਡਾ ਤੋਂ ਹੁੰਦਾ, ਇੰਗਲੈਂਡ ਤੋਂ ਹੁੰਦਾ ਤੇ ਨਿਊਯਾਰਕ ਤੋਂ ਹੁੰਦਾ। ਸੋ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਜਦੋਂ ਤੁਸੀਂ ਪ੍ਰੋਗਰਾਮ ਸਾਰੇ ਵੇਖਦੇ ਆ, ਜੇ ਕੋਈ ਵੈਬਸਾਈਟ ਦੇ ਵਿੱਚ ਹੁੰਦੀ ਆ ਤਬਦੀਲੀ ਤੁਹਾਨੂੰ ਰਾਈਟ ਵੇ ਦੱਸਿਆ ਜਾਂਦਾ। ਬੇਸਿਕਲੀ ਮੇਰਾ ਖਿਆਲ ਨਹੀਂ ਹੁਣ ਹੋ ਰਹੀ, ਹੁਣ ਤੇ ਲਗਾਤਾਰ ਇੱਕ ਵੈਬਸਾਈਟ ਜਿਹੜੀ ਪੰਜਾਬ ਦੇ ਵਿੱਚ ਚੱਲ ਰਹੀ ਆ। ਸੋ ਉਹਦੇ ਆਧਾਰ ਦੇ ਉੱਤੇ ਤੁਸੀਂ ਆਪਣੀਆਂ ਵੋਟਾਂ ਜਿਹੜੀਆਂ ਨੇ ਰਜਿਸਟਰ ਕਰਨੀਆਂ ਨੇ। ਸੋ ਇਹਦੇ ਵਿੱਚ ਤੁਹਾਡੀ ਸਭ ਤੋਂ ਵੱਡੀ ਮਦਦ ਇਹ ਹੋਵੇਗੀ, ਮਾਈਕ ਮਦਦ ਜਾਂ ਤੁਹਾਡੀ ਪਰਸਨਲੀ ਫਿਜ਼ੀਕਲੀ ਮਦਦ ਦੇ ਨਾਲ ਇਹ ਹੈ ਕਿ ਤੁਸੀਂ ਸਿਰਫ ਤੇ ਸਿਰਫ ਆਪਣੀ ਵੋਟ ਬਣਾਉਣੀ ਹੈ। ਉਹ ਆਪਣੀ ਵੋਟ ਰਜਿਸਟਰ ਕਰੋ। ਸੋ ਤੁਹਾਡੀ ਵੋਟ ਹੀ ਇਸ ਵੇਲੇ ਜਿਹੜੀ ਹੈ ਉਹ ਸਾਡੇ ਲਈ ਸਾਰਾ ਕੁਝ ਹੈ। ਸੋ ਅਸੀਂ ਤੁਹਾਡੀ ਵੇਟ ਕਰਾਂਗੇ ਕਿ ਵੱਧ ਤੋਂ ਵੱਧ ਵੋਟਾਂ ਜਿੱਦਾਂ ਤੁਸੀਂ ਰਜਿਸਟਰ ਕਰਦੇ ਹੋ ਉੱਦਾਂ ਹੀ ਸਾਡੀ ਟੀਮ ਦੇ ਕੋਲ ਪਹੁੰਚਦੀਆਂ ਨੇ। ਬੜੀ ਹੱਲਾਸ਼ੇਰੀ ਸਾਨੂੰ ਮਿਲਦੀ ਹੈ, ਤੁਸੀਂ ਵੋਟਾਂ ਪੂਰੀ ਤਾਦਾਦ ਦੇ ਵਿੱਚ ਰਜਿਸਟਰ ਕਰਦੇ ਹੋ। ਸੋ ਇੱਦਾਂ ਹੀ ਵੀਰੋ ਗਾਂਹ ਵਾਸਤੇ ਇਹਨੂੰ ਲਗਾਤਾਰ ਰੱਖਣਾ। ਸੋ ਮੈਨੂੰ ਸ਼ੋਰ ਹੈ ਕਿ ਸਾਡੇ ਕਾਲਰ ਵੀਰ ਵੀ ਜਿਹੜੇ ਹੋਲਡ ਹੋਏ ਹੋਣਗੇ, ਕਿਉਂਕਿ ਰਵਨਜੀਤ ਵੀਰ ਦੇ ਕੋਲ ਕੋਈ ਤਕਨੀਕੀ ਖਰਾਬੀ ਕਰਕੇ ਨਹੀਂ ਵਾਪਸ ਆ ਸਕੇ। ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਹੈਂਗ ਟਾਈਟ ਰਹੋ ਵੀਰੋ, ਜ਼ਰੂਰ ਉਹ ਫਿਕਸ ਕਰਨ ਰਹੇ ਨੇ, ਸਾਡੀ ਜਿਹੜੀ ਟੈਕਨੀਕਲ ਟੀਮ ਉਹ ਫਿਕਸ ਕਰਨ ਰਹੀ ਆ। ਸੋ ਤੁਹਾਡੀਆਂ ਕਾਲਾਂ ਲੈਣ ਲਈ ਦੁਬਾਰਾ ਤੁਹਾਡੇ ਨਾਲ ਅਸੀਂ ਹਾਜ਼ਰ ਹੁੰਨੇ ਆ। ਸੋ ਤਦ ਤੱਕ ਨਾ ਸਾਰੇ ਵੀਰ ਅੱਜ ਉਹ ਮਹਾਨ ਕੌਮ ਦੇ ਯੋਧੇ ਨੂੰ ਸੁਖਦੇਵ ਸਿੰਘ ਬੱਬਰ ਨੂੰ ਸ਼ਰਧਾਂਜਲੀ ਦਈਏ, ਆਪਣੇ ਦਿਲੋਂ 1 ਮਿੰਟ ਕੱਢ ਕੇ, ਅੱਧਾ ਮਿੰਟ ਕੱਢ ਕੇ ਉਹਦੀ ਆਤਮਾ ਲਈ ਸ਼ਾਂਤੀ ਦਈਏ, ਅਰਦਾਸ ਕਰੀਏ ਉਹ ਸਾਡੇ ਵੀਰ ਲਈ ਜਿਹਨੇ ਐਡਾ ਵੱਡਾ ਤੁਹਾਡੇ ਲਈ ਜਿਹੜਾ ਸਟੈਪ ਚੱਕਿਆ, ਜਿਹੜਾ ਤੁਹਾਡੇ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਹਨਾਂ ਯੋਧਿਆਂ ਨੂੰ ਸਲਾਮ ਕਰੀਏ, ਆਪਣੇ ਬੱਚਿਆਂ ਨੂੰ ਦੱਸੀਏ ਕੌਣ ਸੀ ਉਹ ਯੋਧੇ, ਤਾਂ ਕਿ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਸਮਝ ਸਕੇ ਉਹਨਾਂ ਯੋਧਿਆਂ ਨੇ ਸਾਡੇ ਲਈ ਕੀ ਕੀਤਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਲੈ ਕੇ ਭਾਈ ਸੁਵੇਗ ਸਿੰਘ ਤੋਂ ਲੈ ਕੇ ਪਹਿਲੇ ਸ਼ਹੀਦ ਮਹਿੰਗਾ ਸਿੰਘ ਬੱਬਰ ਤੋਂ ਲੈ ਕੇ ਇਹਨਾਂ ਵੀਰਾਂ ਦੀ ਕਹਾਣੀ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੀਏ, ਆਪਣੇ ਘਰਾਂ ਦੇ ਵਿੱਚ ਸਮਝਾਈਏ ਕਿ ਕੌਣ ਸੰਤ, ਕੀ ਉਹਨੇ ਸਾਡੇ ਲਈ ਕੀਤਾ ਤੇ ਕਿਉਂ ਸਾਡੇ ਲਈ ਕੀਤਾ, ਤੇ ਅੱਜ ਸਾਡੇ ਕੀ ਹੱਕ ਬਣਦੇ ਨੇ ਜਿਹੜੇ ਅਸੀਂ ਲੈਣੇ ਨੇ, ਜਿਨ੍ਹਾਂ ਲਈ ਅਸੀਂ ਕੀ ਕਰਨਾ, ਕੀ ਅਸੀਂ ਉਹਨਾਂ ਦੇ ਲਈ ਬੈਟਰ ਕਰ ਸਕਦੇ ਹਾਂ ਜੀ। ਹੈਲੋ
ਆਜ਼ਾਦੀ ਲਈ ਸ਼ਹੀਦ ਜੋ ਹੋ ਗਿਆ ਬੱਬਰਾਂ ਦਾ ਸ਼ੇਰੀਓ ਭਾਰਤੀ ਹਕੂਮਤਾਂ ਨੇ ਕਹਿਰ ਕਮਾਇਆ ਸੀ 4 ਟੈਂਕ ਤੱਕ ਅਕਾਲ ਨੂੰ ਢੋਇਆ ਸੀ At the height of the battle, there were 3 hours of hand-to-hand fighting. The battle at the Gilded Temple has been hard fought and costly. ਭਾਰਤੀ ਹਕੂਮਤਾਂ ਨੇ ਕਹਿਰ ਕਮਾਇਆ ਸੀ 4 ਟੈਂਕ ਤੱਕ ਅਕਾਲ ਨੂੰ ਢੋਇਆ ਸੀ ਵੇਖ ਗਿਆ ਕਾਲ ਖੂਨ ਅਮੜੀ ਦੇ ਜਾਏਗਾ ਰੱਖ ਲਿਆ ਮਾਣ ਉਸ ਗੁਰ ਫਰਮਾਏਗਾ ਸੰਘਰਸ਼ੀ ਆਜ਼ਾਦੀ ਲਈ ਸੰਘਰਸ਼ੀ ਆਜ਼ਾਦੀ ਲਈ ਜੋ ਯੋਗਦਾਨ ਪਾ ਗਿਆ ਬੱਬਰ ਸੁਖਦੇਵ ਸਿੰਘ ਅਮਰ ਅੱਜ ਹੋ ਗਿਆ ਬੱਬਰ ਸੁਖਦੇਵ ਸਿੰਘ ਅਮਰ ਅੱਜ ਹੋ ਗਿਆ ਬੱਬਰਾਂ ਦਾ ਸ਼ੇਰ ਯੋਧਾ ਕੰਢੇ ਦਰਿਆਵਾਂ ਵਾਲੇ ਹਾਂਜੀ ਭਾਈ ਮਾਫੀ ਚਾਹਾਂਗੇ ਜੀ, ਉਹ ਥੋੜਾ ਕੋਈ ਸਾਊਂਡ ਦਾ ਇਸ਼ੂ ਆ ਗਿਆ ਸੀ, ਮੇਰੇ ਖਿਆਲ ਹੁਣ ਸੁਣਦਾ ਤੇ ਠੀਕ ਆ, ਆਵਾਜ਼ ਸੁਣਦੀ ਹੈ ਜੀ? ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਆ। ਸੌਰੀ ਮਾਫੀ ਚਾਹੁੰਦੇ ਆ। ਸਾਡੇ ਕਾਲਰ ਇੱਕ ਟੀਚਰ ਦੇ ਵੇਟ ਕਰ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਉਸ ਤੋਂ ਬਾਅਦ ਆਪਾਂ ਨੂੰ ਗੱਲਬਾਤ ਕੰਟੀਨਿਊ ਰੱਖਾਂਗੇ। ਹਾਂਜੀ ਭਾਈ ਸਾਹਿਬ, ਤੁਸੀਂ ਆਨ 에ਅਰ ਹੋ? ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ ਜੀ। ਭਾਜੀ ਮੈਂ ਇੱਕ ਗੱਲ ਕਹਿਣੀ ਸੀਗੀ। ਕਰੋ ਜੀ ਕਰੋ। ਇਹ ਭਾਜੀ ਗੱਲ ਏਦਾਂ ਵਾ ਕਿ ਆਪਣੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਸਰਪੰਚ ਆ ਪੰਚ ਆ ਜੋ ਵੀ ਆ ਉਹਨਾਂ ਨੂੰ ਇੱਕ ਗੱਲ ਸਮਝਾ ਦਿਓ ਕਿ ਨਿੱਕੀਆਂ ਜਾਤਾਂ ਵਾਲਿਆਂ ਨੂੰ ਤੰਗ ਨਾ ਕੀਤਾ ਜਾਵੇ। ਠੀਕ ਆ, ਜਿੱਦਾਂ ਹੋ ਗਏ ਜਲਾਏ ਹੋ ਗਏ ਦੂਜੇ ਹੋ ਗਏ, ਬਾਕੀ ਸਾਰਿਆਂ ਨੂੰ ਇਹਨਾਂ ਨੂੰ ਬੇਨਤੀ ਕਰੋ ਕਿ ਨਾ ਤੰਗ ਕੀਤਾ ਜਾਵੇ। ਇਹਨਾਂ ਨੇ ਬਹੁਤ ਤੰਗ ਕਰ ਰੱਖਿਆ ਸਰਕਾਰ ਨੇ। ਵੋਟ ਜਿਨ੍ਹਾਂ ਦੀ ਦੋ ਵੋਟਾਂ ਨੇ ਜਿਨ੍ਹਾਂ ਦੀਆਂ, ਉਹਨਾਂ ਦੀਆਂ 100 ਫੁੱਟ ਦੀਆਂ ਗਲੀਆਂ ਬਣਦੀਆਂ, ਠੀਕ ਹੈ, ਤੇ ਜਿਨ੍ਹਾਂ ਦੇ 60 ਵੋਟਾਂ ਨੇ ਉਹਨਾਂ ਦੀ 25 ਫੁੱਟ ਗਲੀ ਬਣਦੀ ਆ। ਜੀ ਜੀ। ਬਾਕੀ ਗਲੀ ਬਣਾਉਣ ਦਾ ਕੋਈ ਇਹਨਾਂ ਦਾ ਕੋਈ ਮਕਸਦ ਨਹੀਂ ਆ। ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਥੋੜੀ ਜਿਹੀ ਬੇਨਤੀ ਕੀਤੀ ਜਾਵੇ ਕਿ ਤੁਸੀਂ ਇਹਨਾਂ ਦਾ ਖਹਿੜਾ ਛੱਡੋ, ਆਪਣੀ ਜਾਤੀ ਵਾਲੇ ਪਾਸੇ ਆਓ। ਹਾਂਜੀ ਹਾਂਜੀ। ਭਾਜੀ ਤੰਗ ਕੌਣ ਕਰ ਰਿਹਾ ਜੀ? ਸਰਕਾਰ ਤੰਗ ਕਰ ਰਹੀ, ਕੌਣ ਤੰਗ ਕਰ ਰਿਹਾ? ਇਹ ਪਿੰਡਾਂ ਵਾਲੇ ਕਰਦੇ ਆ, ਜਿਹੜੇ ਸਰਪੰਚ ਪੰਚ ਆ ਜੀ। ਠੀਕ ਹੈ ਜੀ ਭਾਈ ਸਾਹਿਬ, ਦੇਖੋ ਧੰਨਵਾਦ ਤੁਹਾਡਾ ਬਹੁਤ ਬਹੁਤ। ਗੱਲ ਐ ਹੁੰਦੀ ਆ ਵੀ ਜਿੰਨਾ ਚਿਰ ਤੁਹਾਡੇ ਕੋਲੇ ਪਾਵਰ ਨਹੀਂ ਗੀ, ਉਹਨਾਂ ਚਿਰ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਕੰਟਰੋਲ ਤੋਂ ਬਾਹਰ ਹੁੰਦੀਆਂ ਨੇ। ਗੁਰੂ ਮਹਾਰਾਜ ਕਿਰਪਾ ਕਰਨਗੇ, ਜਿਹੜਾ ਪੰਜਾਬ ਦਾ ਰਾਜ ਪ੍ਰਬੰਧ ਆ ਉਹ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਆਊਗਾ, ਤਾਂ ਕਿ ਇਸ ਨੂੰ ਇੱਕ ਬੜੇ ਸੁਚੱਜੇ ਢੰਗ ਨਾਲ ਚਲਾਇਆ ਜਾ ਸਕੇ। ਇਹ ਜਿਹੜੀ ਛੋਟੀਆਂ ਪੰਚਾਂ ਸਰਪੰਚਾਂ ਤੱਕ ਜਿਹੜੀ ਗੱਲ ਜਦੋਂ ਪਹੁੰਚਦੀ ਆ, ਇਹ ਸ਼ੁਰੂ ਟਾਪ ਤੋਂ ਹੀ ਹੁੰਦੀ ਹੈ। ਭਾਰਤ ਕੰਟਰੋਲ ਕਰਦਾ ਕਿ ਪੰਜਾਬ ਦੀ ਗੌਰਮੈਂਟ ਨੇ ਕਿਸ ਤਰ੍ਹਾਂ ਚੱਲਣਾ। ਪੰਜਾਬ ਦੀ ਗੌਰਮੈਂਟ ਕੰਟਰੋਲ ਕਰਦੀ ਹੈ ਕਿ ਉਹਨਾਂ ਨੇ ਗਾਂ ਜਿਹੜੇ ਨੁਮਾਇੰਦੇ ਬਣਾਏ ਹੋਏ ਨੇ ਉਹਨਾਂ ਨੇ ਕਿਸ ਤਰ੍ਹਾਂ ਚੱਲਣਾ। ਉਹਨਾਂ ਨੂੰ ਪੁਲਿਸ ਤੇ ਆ ਜਾਂਦੀ ਗੱਲ ਹੈ, ਫਿਰ ਤਹਿਸੀਲਾਂ ਤੇ ਹੋਰ, ਫਿਰ ਗਾਂ ਸਰਪੰਚਾਂ ਪੰਚਾਂ ਤੇ ਇੱਕ ਕਲਚਰ ਬਣ ਕੇ ਰਹਿ ਜਾਂਦਾ। ਸੋ ਇਸ ਵੇਲੇ ਸਾਡੇ ਕੋਲੇ ਕੋਈ ਏਦਾਂ ਦਾ ਮਾਧਿਅਮ ਨਹੀਂ ਗਾ ਵੀ ਅਸੀਂ ਇੱਥੇ ਚੇਂਜ ਲਿਆ ਸਕੀਏ। ਚੇਂਜ ਸਿਰਫ ਉਦੋਂ ਹੀ ਆਊਗੀ ਜਦੋਂ ਪੰਜਾਬ ਦਾ ਕੰਟਰੋਲ ਪੰਜਾਬ ਦੇ ਲੋਕਾਂ ਦੇ ਹੱਥ ਆ ਗਿਆ ਤੇ ਆਜ਼ਾਦ ਪੰਜਾਬ ਦੇ ਵਿੱਚ ਸਾਡਾ ਆਪਣਾ ਰਾਜ ਹੋਊਗਾ। ਅਸੀਂ ਉਹ ਹਰੇਕ ਲੈਵਲ ਤੇ ਕੰਟਰੋਲ ਕਰ ਸਕਾਂਗੇ। ਜਿਵੇਂ ਆਪ ਨੂੰ ਪਤਾ ਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਨਾਲ ਕੋਈ ਚੀਜ਼ ਨਹੀਂ, ਸੋ ਕੋਈ ਜਾਤ ਪਾਤ ਨਹੀਂ ਹੋਊਗੀ ਨਵੀਂ ਬਣਨ ਵਾਲੀ ਕੰਟਰੀ ਦੇ ਵਿੱਚ। ਉਹ ਸਭ ਇੱਕ ਤਕੜੀ ਦੇ ਵਿੱਚ ਇੱਕ ਬਰਾਬਰ ਤੋਲੇ ਜਾਣਗੇ। ਆਲ ਪੀਪਲ ਆਰ ਇਕੁਅਲ। ਹਾਂਜੀ, ਬਾਕੀ ਗੱਲ ਏਦਾਂ ਜੀ ਕਿ ਇਹਨਾਂ ਨੂੰ
ਇਹਨਾਂ ਨੂੰ ਇੰਨਾ ਨਹੀਂ ਲੱਗਦਾ ਵੀ ਸਾਨੂੰ ਜਿਨ੍ਹਾਂ ਨੇ ਵੋਟਾਂ ਪਾਈਆਂ ਅਸੀਂ ਇਹਨਾਂ ਕੋਲ ਸਵਾਰ ਹੀ ਇਹਨਾਂ ਨੂੰ ਬਸ ਆਪਣੇ ਜਿਹੜੇ ਮੇਨ ਜਿਹੜੇ ਇਹਨਾਂ ਦੇ ਮੇਨ ਬੰਦੇ ਆ ਜਿਹਨਾਂ ਕੋਲ ਪੈਸਾ ਧੇਲਾ ਜਾਂਦਾ ਵਾ ਉਹਨਾਂ ਦੀ ਸੁਣਵਾਈ ਆ, ਦੂਜੇ ਬੰਦੇ ਦੀ ਕੋਈ ਸੁਣਵਾਈ ਨਹੀਂ, ਕੋਈ ਉਹਨੂੰ ਪੁੱਛਦਾ ਨਹੀਂ, ਕੋਈ ਪੁੱਛਦਾ ਨਹੀਂ। ਬਾਕੀ ਮੈਂ ਕਹਿੰਦਾ ਖਾਲਿਸਤਾਨ ਵੱਧ ਤੋਂ ਵੱਧ ਬਣੇ, ਸਾਰਿਆਂ ਤੋਂ ਪਹਿਲਾਂ ਖਾਲਿਸਤਾਨ ਬਣੇ। ਬਾਕੀ ਦੂਜੀ ਗੱਲ ਇਹ ਕਿ ਜੇ ਤੇ ਖਾਲਿਸਤਾਨ ਬਣੇ ਤੇ ਸਾਰਿਆਂ ਨੂੰ ਹੱਕ ਬਰਾਬਰ ਦੇ ਹੋਣ, ਕੋਈ ਕਿਸੇ ਤੇ ਪਰਚਾ ਨਾ ਕਰਾਵੇ, ਹਾਂਜੀ ਕੋਈ ਕਿਸੇ ਤੇ ਪਰਚਾ ਨਾ ਕਰਾਵੇ, ਕੋਈ ਵੱਡਾ ਨਹੀਂ ਕੋਈ ਨਿੱਕਾ ਨਹੀਂ, ਸਾਰਿਆਂ ਨੂੰ ਇੱਕ ਲੈਵਲ ਤੇ ਰੱਖਿਆ ਜਾਵੇ। ਬਸ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ। ਮਹਾਰਾਜ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਨਾਲ ਸਭ ਭਾਈ ਕਿਸ ਤਰ੍ਹਾਂ ਲੱਗਿਆ ਵੀਰ ਦੀ ਗੱਲ? ਨੇ ਬਹੁਤ ਵਧੀਆ ਗੱਲ ਹੈ ਜੀ। ਵੀਰ ਦੀ ਕੰਪਲੇਂਟ ਹੈ ਤਾਂ ਬਹੁਤ ਛੋਟੀ ਹੈ, ਪਰ ਵੀਰ ਜੀ ਇਦਾਂ ਹੁੰਦਾ ਬਈ ਜਦੋਂ ਤੁਹਾਡੇ ਹੱਥ ਦੇ ਵਿੱਚ ਪਾਵਰ ਨਹੀਂ, ਤੇ ਜਿਹੜੇ ਪੰਚ ਸਰਪੰਚ ਨੇ ਪਿੰਡਾਂ ਦੇ ਵਿੱਚ ਤੁਹਾਡੇ ਲਈ ਇਹ ਅਫੀਸ਼ੀਅਲ ਨੇ, ਪਰ ਇਹਨਾਂ ਦੇ ਉੱਪਰ ਕਿੰਨੇ ਬੈਠੇ ਨੇ ਤੁਹਾਨੂੰ ਨਹੀਂ ਦੱਸਦੇ। ਹਰ ਕੋਈ ਪੰਚ ਸਰਪੰਚ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਤੇ ਉਸ ਪਾਰਟੀ ਨੂੰ ਕੋਈ ਲੈਣ ਦੇਣ ਨਹੀਂ। ਪਾਰਟੀ ਦਾ ਹੈੱਡ ਕੀ ਆ ਤੁਸੀਂ ਦੇਖੋ, ਤੁਹਾਡੇ ਮੁੱਖ ਦੇ ਵਿੱਚ ਇਸ ਵੇਲੇ ਹੋ ਕੀ ਰਿਹਾ। ਉਸ ਇੰਡੀਆ ਦੇ ਵਿੱਚ ਇੱਕ ਲੈਵਲ ਤੇ ਮਿਨੋਰਿਟੀ ਨੂੰ ਮਾਰਿਆ ਜਾ ਰਿਹਾ। ਜਿਹੜਾ ਅਯੋਧਿਆ ਦਾ ਮਸਲਾ, ਜਿਹੜਾ ਬਾਬਰੀ ਮਸਜਿਦ ਦਾ ਮਸਲਾ, ਉਹੀ ਰੂਲ ਤੁਹਾਡੇ ਤੇ ਅਪਲਾਈ ਕੀਤਾ ਜਾਂਦਾ। ਤੁਸੀਂ ਮਿਨੋਰਿਟੀ ਦੇ ਵਿੱਚੋਂ ਉਹੀ ਰੂਲ ਤੁਹਾਡੇ ਤੇ ਅਪਲਾਈ ਕੀਤਾ ਜਾਂਦਾ। ਜੋ ਕੰਮ ਉਹ ਅਯੋਧਿਆ ਦੇ ਮਸਲੇ ਤੇ ਬਾਬਰੀ ਮਸਜਿਦ ਤੇ ਕਰ ਰਹੇ ਨੇ ਉਹੀ ਤੁਹਾਡੇ ਨਾਲ ਹੋ ਰਿਹਾ। ਸੋ ਬੇਸਿਕਲੀ ਤੁਹਾਡੇ ਸਰਪੰਚ ਪੰਚ ਇਹਨਾਂ ਸਾਰਿਆਂ ਦਾ ਹੈੱਡ ਉੱਥੇ ਜਾ ਕੇ ਗਾਂ ਬਲਾਕ ਸੰਮਤੀ ਵਾਲੇ ਹੋਣਗੇ, ਗਾਂ ਹੋਰ ਅਫੀਸ਼ੀਅਲ ਹੋਣਗੇ, ਇਹਨਾਂ ਦੇ ਜਾਂਦੇ ਜਿੱਥੇ ਤੇ ਗੱਲ ਪਹੁੰਚਦੀ ਹੈ, ਜਿਨ੍ਹਾਂ ਦੇ ਇੰਨੀ ਪੰਚਾਂ ਸਰਪੰਚਾਂ ਨੇ ਕੰਮ ਕਰਾਉਣੇ ਹੁੰਦੇ ਨੇ, ਉਹ ਜੋ ਉਹਨਾਂ ਨੂੰ ਆਰਡਰ ਕਰਦੇ ਨੇ ਉਹੋ ਹੀ ਹੁੰਦਾ। ਅਸੀਂ ਗੱਲ ਕਰਦੇ ਹਾਂ ਮਾਡਲ ਦੀ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ, ਜਿਹਦੀ ਆਈਡੀਓਲੋਜੀ ਜਿਹੜੀ ਅਮਰੀਕਾ ਵਾਂਗ ਹੋਵੇਗੀ, ਫਰੀडम ਆਫ ਸਪੀਚ ਹੋਊਗੀ, ਕਿਸੇ ਵੀ ਧਰਮ ਦੀ ਪ੍ਰੈਕਟਿਸ ਕਰਨ ਦੀ ਆਗਿਆ ਹੋਊਗੀ, ਕੋਈ ਊਚ ਨਹੀਂ ਕੋਈ ਨੀਚ ਨਹੀਂ ਹੋਵੇਗਾ, ਜਿਹਦਾ ਸੰਵਿਧਾਨ ਗੁਰੂ ਗ੍ਰੰਥ ਸਾਹਿਬ ਹੋਵੇਗਾ। ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ ਅਸੀਂ ਉਸ ਬੇਗਮਪੁਰੇ ਦੀ ਗੱਲ ਕਰਦੇ ਹਾਂ ਜਿਹੜੇ ਬਾਰੇ ਭਗਤ ਰਵਿਦਾਸ ਜੀ ਨੇ ਕਿਹਾ ਅਸੀਂ ਉਸ ਗੁਰੂ ਗ੍ਰੰਥ ਸਾਹਿਬ ਨੂੰ ਸੰਵਿਧਾਨ ਮੰਨ ਕੇ ਚੱਲਾਂਗੇ। ਵੀਰੋ ਸਾਡੇ ਕੋਲ ਕੋਈ ਤਰੀਕਾ ਨਹੀਂ ਕਿ ਤੁਹਾਨੂੰ ਅਸੀਂ ਦਿਖਾ ਸਕੀਏ ਵੀ ਆਪਣੀ ਕੋਈ ਚੀਜ਼ ਖੋਲ ਕੇ ਕੋਈ ਛਾਤੀ ਪਾ ਕੇ ਤੁਸੀਂ ਸਾਡੇ ਭਰਾ ਆ, ਪਰ ਜਿਹੜਾ ਖਾਲਿਸਤਾਨ ਦਾ ਡੈਫੀਨੇਸ਼ਨ ਆ ਨਾ ਉਹਨੂੰ ਬੜੀ ਗਲਤ ਕਰਕੇ ਪੇਸ਼ ਕੀਤਾ ਗਿਆ। ਮੈਂ ਆਪਣੇ ਵੀਰਾਂ ਨੂੰ, ਮੈਂ ਆਪਣੇ ਲਤਾੜੇ ਵੀਰਾਂ ਨੂੰ, ਉਹਨਾਂ ਗਰੀਬ ਵੀਰਾਂ ਨੂੰ ਕਹਿਣਾ ਜਿਨ੍ਹਾਂ ਨੂੰ ਤੁਸੀਂ ਮਿਨੋਰਿਟੀ ਕਹਿੰਦੇ ਹੋ, ਤੁਸੀਂ ਮੂਲ ਨਿਵਾਸੀ ਹੋ, ਤੁਹਾਡੇ ਨਾਲ ਸਭ ਤੋਂ ਵੱਧ ਧੱਕਾ ਹੋ ਰਿਹਾ। ਸੋ ਸਾਡਾ ਸਾਥ ਦਿਓ। ਅਸੀਂ ਉਹ ਸੰਕਲਪ ਲੈ ਕੇ ਆਵਾਂਗੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੀ, ਤੇ ਸੰਵਿਧਾਨ ਮੰਨਾਂਗੇ ਗੁਰੂ ਗ੍ਰੰਥ ਸਾਹਿਬ ਨੂੰ, ਜਿਹਦੇ ਵਿੱਚ ਹਰ ਇੱਕ ਜਾਤ ਨਾਲ ਸੰਬੰਧਿਤ ਭਗਤ, ਹਰ ਇੱਕ ਜਾਤ ਨਾਲ ਸੰਬੰਧਿਤ ਗੁਰੂ ਬੈਠੇ ਨੇ। ਉਸ ਤਰੀਕੇ ਦਾ ਸੰਵਿਧਾਨ ਅਸੀਂ ਤੁਹਾਨੂੰ ਲੈ ਕੇ ਆਵਾਂਗੇ। ਫਿਰ ਨਹੀਂ ਮੈਨੂੰ ਲੱਗਦਾ ਕਿ ਤੁਹਾਨੂੰ ਕੋਈ ਵੀ ਕੁਐਸਚਨ ਰਹੇਗਾ ਜੀ। ਸਾਡੇ ਨਾਲ ਇੱਕ ਕਾਲਰ ਜੁੜੇ ਨੇ, ਉਹਨਾਂ ਦੀ ਕਾਲ ਤੇ ਗੱਲ ਕਰ ਲਈਏ, ਉਸ ਤੋਂ ਬਾਅਦ ਆਪਾਂ ਪ੍ਰੋਗਰਾਮ ਦਾ ਸਾਡਾ ਟਾਈਮ ਵੀ ਪਹਿਲਾਂ ਦੂਰ ਹੋ ਗਿਆ। ਹਾਂਜੀ ਭਾਈ ਸਾਹਿਬ ਤੁਸੀਂ ਕੌਣ ਹੈ? ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਜੀ, ਮੈਂ ਸੋਚਦਾ ਜੇ ਕੌਮੇ ਗੱਲ ਸਮਝਦੀ ਵੀ ਜਿਹੜਾ ਇਹ ਦੁਸ਼ਮਣ ਦਾ ਪਹਿਲਾ ਸੀਗਾ ਲੜਾਈ ਵਿੱਚ ਰਾਮ ਤੇ ਪਰਮੇਸ਼ਵਰੀ ਵਾਲਾ ਸੀ, ਜਿਹੜਾ ਸੀਗਾ ਜਿਹਦੇ ਵਿੱਚ ਇੰਨੀ ਸਾਰੀ ਨੌਕਰਸ਼ਾਹੀ ਨੂੰ ਆਪਣੇ ਅੰਡਰ ਲਿਆ, ਆਪਣੀਆਂ ਸਰਕਾਰਾਂ ਵੀ ਬਣਾ ਲਈਆਂ, ਸਾਰੀ ਆਰਮੀ, ਸਾਰਾ ਸਿਸਟਮ ਜਿਹਦੇ ਵਿੱਚ ਇਹਨੇ ਸਾਡੇ ਅੰਦਰ ਫੁੱਟ ਪਾਈ, ਪਾਣੀ ਖੋਏ, ਸਾਨੂੰ ਨਸ਼ੇ ਖਿਲਾਏ, ਖੁਦਕੁਸ਼ੀਆਂ ਕਰਾਈਆਂ, ਗੁਰਦੁਆਰੇ ਢਾਏ, ਸਾਰੇ ਮੁੰਡਿਆਂ ਨੂੰ, ਇਨੋਸੈਂਟ ਮੁੰਡਿਆਂ ਨੂੰ ਮਾਰਿਆ, ਹੱਕ ਦਬਾਏ, ਜ਼ਮੀਨਾਂ ਨਸ਼ੇੜੀ ਕੀਤੀਆਂ, ਝੂਠੇ ਬਾਬੇ ਲੈ ਕੇ ਆਂਦੇ ਮਤਭੇਦ ਪੈਦਾ ਕਰਨ ਲਈ, ਤੇ ਜਿੱਥੇ ਸਿੱਖੀ ਸਿਧਾਂਤਾਂ ਨੂੰ ਗੁਰੂਆਂ ਦੇ ਉੱਪਰ ਪ੍ਰਸ਼ਨ ਉਠਾਏ, ਜਿੱਦਾਂ ਢੰਡਰੀਆਂ ਵਾਲਾ ਲੈ ਕੇ ਆਂਦਾ, ਜਾਂ ਪੰਜਾਬ ਵੰਡਿਆ, ਸਾਨੂੰ ਅਨਪੜ੍ਹਤਾ ਗਿਆਨਤਾ ਵੱਲ ਭੇਜਿਆ। ਇਹ ਭਾਜੀ ਇਹਨਾਂ ਦਾ ਫੇਜ਼ ਖਤਮ ਹੈ ਪਹਿਲਾਂ, ਹੁਣ ਹੋਇਆ ਫੇਜ਼ 2 ਸ਼ੁਰੂ। ਇਹ ਬੜਾ ਹੀ ਘਾਤਕ ਹੋਣਾ। ਇਸ ਫੇਜ਼ 2 ਦੇ ਵਿੱਚ ਭਾਜੀ ਇਹਨਾਂ ਦੀਆਂ ਪ੍ਰਾਪਰਟੀਆਂ ਵੀ ਖੋਣਗੇ, ਇਹਨਾਂ ਦੇ ਹੱਥੀ ਵੀ ਪੈਣਗੇ, ਇਹਨਾਂ ਨੂੰ ਹੁਣ ਫਿਜ਼ੀਕਲੀ ਟੌਰਚਰ ਤੇ ਅਟੈਕ ਕੀਤੇ ਜਾਣਗੇ। ਹੁਣ ਕਿ ਆਪਾਂ ਫੇਜ਼ 2 ਦੇ ਵਿੱਚ ਆ ਜਾਈਏ ਤੇ ਆਪਾਂ ਨੂੰ ਸੰਭਲ ਜਾਣਾ ਚਾਹੀਦਾ। ਇਹ ਸਾਡੀ ਕਮਜ਼ੋਰੀ ਨੂੰ ਭਾਜੀ ਸਮਝਦੇ ਆ। ਇਹਨਾਂ ਨੇ ਪਤਾ ਕਿ ਜਦ ਤੱਕ ਇੱਕ ਸਿੱਖੀ ਨਾਲ ਜੁੜਿਆ ਉਦੋਂ ਤੱਕ ਇਹ ਪਤਾ ਇਸ ਚੀਜ਼ ਨੂੰ ਸਮਝ ਗਏ ਨੇ, ਸਮਝਦੇ ਨੇ ਦੁਸ਼ਮਣ ਕੀ ਸਮਝਦੇ। ਇਹ ਭਾਜੀ ਹੁਣ ਜੁੜ ਕੇ ਇੱਕ ਸਭ ਜਦੋਂ ਸਭ ਕਹਿ ਰਹੇ ਸੀ ਕਿ ਹਾਂ ਇਕੱਠੇ ਬਿਲਕੁਲ ਇਕੱਠੇ ਹੋਈਏ, ਮੈਂ ਸਮਝਦਾ ਇਕੱਠੇ ਹੋ ਵਧੀਆ ਚੱਲ ਰਿਹਾ ਹੈਗਾ। ਬਾਕੀ ਸੈਕਿੰਡ ਕਮੈਂਟਾਂ ਵਿੱਚ ਰੂਪ ਸਾਡੇ ਆਉਂਦੇ ਨੇ, ਮੈਂ ਆਪਣੇ ਬੰਦਿਆਂ ਨੂੰ ਕਹਾਂਗਾ ਸਾਰੀ ਮੈਨੂੰ ਵੀ ਨਾਲ ਅੰਗਰੇਜ਼ੀ ਕਹਾਵਤ ਹੈ, never you just get dirt, take joy,
ਉਹਨਾਂ ਨੂੰ ਮਜ਼ਾ ਆਉਂਦਾ ਭਾਜੀ, ਡਾਂਸ ਕਰਦੇ ਉਹਨਾਂ ਦੇ ਬਾਰੇ ਖੁਸ਼ ਹੁੰਦੇ ਆ, ਤੇ ਲੜਨ ਦਾ ਕੋਈ ਫਾਇਦਾ ਨਹੀਂ ਆਪਣੀ એનર્ਜੀ ਯੂਜ਼ ਕਰਨ ਦਾ, ਆਪਾਂ ਕਨਸੈਂਟਰੇਟ ਕਰਦੇ ਆ। ਥੈਂਕ ਯੂ ਭਾਜੀ, ਬਹੁਤ ਬਹੁਤ ਤੁਹਾਡਾ ਜੀ। ਧੰਨਵਾਦ ਵੀਰ ਜੀ ਤੁਹਾਡਾ, ਬਹੁਤ ਬਹੁਤ ਬੜੀ ਅਹਿਮ ਗੱਲ ਕੀਤੀ ਆ ਵੀਰ ਨੇ। ਕਈ ਵਾਰੀ ਬੰਦਾ ਛੋਟੀਆਂ ਛੋਟੀਆਂ ਲੜਾਈਆਂ ਦੇ ਵਿੱਚ ਆਪਣੀ ਮੇਨ ਮਕਸਦ ਨੂੰ, ਵੱਡੀ ਲੜਾਈ ਨੂੰ ਭੁੱਲ ਜਾਂਦਾ। ਸੋ ਇੱਥੇ ਦੇ ਨਾਲ ਹੀ ਅੱਜ ਦੀ ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਸਮਾਪਤ ਆ। ਸੋ ਇੱਕ ਵਾਰ ਅਸੀਂ ਫਿਰ ਤੁਹਾਡੇ ਨਾਲ ਦੁਬਾਰਾ ਜੋ ਵੋਟਾਂ ਦੀ ਰਜਿਸਟ੍ਰੇਸ਼ਨ ਵਾਸਤੇ ਵੈਬਸਾਈਟ ਪੰਜਾਬ ਦੇ ਵਿੱਚ VPN ਲਾ ਕੇ ਚੱਲੂਗੀ, ਜਿਹੜੀ ਆ punjabfree.ru, ਉਸ ਵੈਬਸਾਈਟ ਤੇ ਆਪਣੀ ਜਾ ਕੇ ਵੋਟ ਬਣਾਓ। ਜੇ ਉਸ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਆ ਕਿ 917 753 3782 ਫੋਨ ਨੰਬਰ ਤੇ ਕਾਲ ਕਰਕੇ ਇਸ ਆਪਣੇ ਉੱਥੋਂ ਤੁਸੀਂ ਫਾਰਮ ਮੰਗਾ ਸਕਦੇ ਹੋ। ਜੇ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਹੈ ਜਾਂ ਕੋਈ ਤੁਹਾਨੂੰ ਮੁਸ਼ਕਲ ਆ ਰਹੀ ਆ ਬਣਾਉਣ ਤੇ ਉੱਥੇ 24 ਘੰਟੇ ਸਾਡੇ ਤੁਹਾਡੀ ਕਾਲ ਲੈਣ ਵਾਸਤੇ ਉਹਨਾਂ ਦੇ ਨਾਲ ਜਿਹੜੀ ਆ ਗੱਲਬਾਤ ਸ਼ੇਅਰ ਕਰੋ। ਯੈਸ ਟੂ ਖਾਲਿਸਤਾਨ, ਯੈਸ ਨੰਬਰ 2 ਖਾਲਿਸਤਾਨ.org ਜਿਹੜਾ ਹੈਗਾ ਆ ਉਹ ਆਪਣੀ ਵੋਟ ਬਾਹਰਲੇ ਦੇਸ਼ਾਂ ਦੇ ਵਿੱਚ, ਭਾਰਤ ਤੋਂ ਬਾਹਰ ਕਿਤੇ ਵੀ ਕਿਸੇ ਟਾਈਮ ਵੀ, ਨਵੰਬਰ ਦੇ ਵਿੱਚ ਇਹ ਵੈਬਸਾਈਟ ਲਾਂਚ ਕੀਤੀ ਗਈ ਸੀ। ਅੱਜ ਵੀ ਬਿਨਾਂ ਕਿਸੇ ਪ੍ਰੋਬਲਮ ਤੋਂ ਵੈਬਸਾਈਟ ਚੱਲ ਰਹੀ ਆ। ਜੇ ਸਾਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਵੈਬਸਾਈਟ ਚਲਾਉਣ ਦੀ, ਤੇ ਉਹ ਭਾਰਤ ਸਰਕਾਰ ਜਿਹੜੀ ਆ, ਜਿਹੜੀਆਂ ਤੁਸੀਂ ਨੀਤੀਆਂ ਆਪਾਂ ਉਹਨਾਂ ਦਾ ਪੜ੍ਹਿਆ ਪਏ, ਉਹ ਪੂਰੇ ਜ਼ੋਰਾਂ ਸ਼ੋਰਾਂ ਨਾਲ ਇਹ ਰੈਫਰੈਂਡਮ ਦਾ ਵਿਰੋਧ ਕਰਨ ਵਾਸਤੇ ਜੁਟੇ ਹੋਏ ਨੇ। ਸੋ ਭਾਰਤ ਦੇ ਵਿੱਚ ਸਾਡੀ ਵੈਬਸਾਈਟ 4-5 ਘੰਟੇ ਤੋਂ ਵੱਧ ਜਿਹੜੀ ਆ ਉਹ ਨਹੀਂ ਚੱਲਦੀ ਤੇ ਮੁੜ ਕੇ ਬਲਾਕ ਕਰ ਦਿੱਤੀ ਜਾਂਦੀ ਆ। ਸੋ ਅੱਜ ਜਿਹੜੀ ਪੰਜਾਬ ਦੇ ਵਿੱਚ ਵੈਬਸਾਈਟ ਚੱਲ ਰਹੀ ਆ ਉਹ ਹੈਗੀ ਆ punjabfree.ru, VPN ਲਾ ਕੇ ਚੱਲੂਗੀ, ਨਹੀਂ ਤਾਂ ਫਾਰਮ ਰਾਹੀਂ ਵੋਟ ਬਣਾਓ। 15 ਅਗਸਤ ਪ੍ਰੋਗਰਾਮ ਯਾਦ ਰੱਖੋ, ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਅਰਦਾਸ ਵਿੱਚ ਸ਼ਾਮਲ ਹੋ, ਚਾਹੇ 15 ਤਰੀਕ ਨੂੰ ਚਾਹੇ 16 ਤਰੀਕ ਨੂੰ, 15 ਜਾਂ 16 ਅਗਸਤ ਨੂੰ ਹਜੂਰ ਤਖਤ ਸ੍ਰੀ ਦਮਦਮਾ ਸਾਹਿਬ ਜਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿੱਥੇ ਵੀ ਤੁਹਾਨੂੰ ਜਿਹੜਾ ਵੀ ਤਖਤ ਨੇੜੇ ਪੈਂਦਾ ਉੱਥੇ ਪਹੁੰਚ ਕੇ ਅਰਦਾਸ ਵਿੱਚ ਸ਼ਾਮਲ ਹੋ। ਤੇ ਇਹਨਾਂ ਦੋਨਾਂ ਦੇ ਵਿੱਚ ਜਿਹੜੇ ਫਾਰਮ ਆ ਵੋਟਿੰਗ ਰਜਿਸਟ੍ਰੇਸ਼ਨ ਦੇ, ਉਹ ਵੀ ਵੰਡੇ ਜਾਣਗੇ। ਸੋ ਅੱਜ ਜਿਹੜੀ ਸਾਨੂੰ ਕੋਈ ਸਾਊਂਡ ਦੀ ਪ੍ਰੋਬਲਮ ਆਈ ਆ ਉਹ ਤੋਂ ਮਾਫੀ ਚਾਹੁੰਦੇ ਆ। ਸੋ ਇੱਥੇ ਹੀ ਸਾਡਾ ਪ੍ਰੋਗਰਾਮ ਦੀ ਸਮਾਪਤੀ ਆ। ਤੇ ਸਾਬੀ ਭਾਈ ਜਾਂ ਬਲਜਿੰਦਰ ਭਾਈ ਅਖੀਰ ਦੇ ਵਿੱਚ ਜੇ ਕੋਈ ਕੰਮ ਕਰਨਾ ਚਾਹੁੰਦੇ ਹੋ ਤੇ ਜੀ ਵੀਰੋ, ਪ੍ਰੋਗਰਾਮ ਤੁਹਾਨੂੰ ਹਮੇਸ਼ਾ ਕੋਈ ਨਾ ਕੋਈ ਪ੍ਰੋਗਰਾਮ ਦਿੰਦੇ ਆ। ਸੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਸੌਰੀ ਤੁਹਾਡੇ ਤੋਂ, ਆਪਣੇ ਵੀਰਾਂ ਤੋਂ ਖਿਮਾ ਤੇ ਜਾ ਚੁੱਕੇ ਹਾਂ, ਕਿਉਂਕਿ ਜਿਹੜਾ ਪ੍ਰੋਗਰਾਮ ਸੀ ਲਗਾਤਾਰ ਅਸੀਂ ਨਹੀਂ ਚਾਲੂ ਰੱਖ ਸਕੇ, ਬਹੁਤ ਕਾਲਾਂ ਵੀ ਮਿਸ ਹੋਈਆਂ, ਆਵਾਜ਼ ਦੇ ਵਿੱਚ ਹਾਲੇ ਵੀ ਪ੍ਰੋਬਲਮ ਹੈ। ਸੋ ਕੋਸ਼ਿਸ਼ ਕਰਾਂਗੇ ਕਿ ਅੱਗੇ ਤੋਂ ਜਿਹੜਾ ਪ੍ਰੋਗਰਾਮ ਲੈ ਕੇ ਆਵਾਂਗੇ ਸਾਰੀਆਂ ਗੱਲਾਂ ਸੋਧ ਕੇ ਲੈ ਕੇ ਆਵਾਂਗੇ। ਸੋ 15 ਅਗਸਤ ਵਾਲਾ ਸੁਨੇਹਾ ਵੀਰੋ ਜ਼ਰੂਰੀ ਹੈ, ਤੇ ਇਸ ਪ੍ਰੋਗਰਾਮ ਵਾਲਾ 15 ਤਰੀਕ ਵਾਲੇ ਦਿਨ ਕੋਈ ਵੀ ਐਮਬੈਸੀ ਜਿਹੜੀ ਤੁਹਾਡੇ ਲਾਗੇ ਪੈਂਦੀ ਹੈ, ਸੋ ਇੱਦਾਂ ਦਾ ਰਿਕਾਰਡ ਤੋੜ ਨੰਬਰ ਬਣਾਈਏ। ਚਲੋ ਸੋਸ਼ਲ ਡਿਸਟੈਂਸਿੰਗ ਰੱਖ ਕੇ ਸ਼ਾਇਦ ਥੋੜੇ ਬੰਦੇ ਵੀ ਆਉਣ, ਪਰ ਐਮਬੈਸੀ ਕੋਈ ਨਾ ਛੱਡੀਏ। ਸੋ ਸਾਨੂੰ ਪਤਾ ਲੱਗ ਜਾਵੇ ਕਿ ਕੋਈ ਵੀ ਐਮਬੈਸੀ ਸਾਡੇ ਲਾਗੇ ਅਸੀਂ ਉੱਥੇ ਪਹੁੰਚੀਏ, ਤਾਂ ਕਿ ਅਸੀਂ ਸਰਕਾਰ ਨੂੰ ਕੰਨ ਹੋ ਸਕਣ। ਸੋ ਇਹ ਸਾਡੇ ਵੈਰੀ ਨੂੰ ਕੰਨ ਹੋ ਸਕਣ ਕਿ ਸਿੱਖ ਹੁਣ ਜਾਗ ਗਿਆ, ਉਹ ਆਪਣੀ ਆਜ਼ਾਦੀ ਤੋਂ ਬਿਨਾਂ ਨਹੀਂ ਰੁਕੂਗਾ। ਇਹ ਬੇਨਤੀਆਂ ਖਾਸ ਕਰਕੇ ਸਾਡੇ ਲੋਕਲ ਸੱਜਣਾਂ ਨੂੰ। ਸੈਨ ਫਰਾਂਸਿਸਕੋ ਵਾਲੀ ਐਮਬੈਸੀ ਦੇ ਵਿੱਚ 10 ਵਜੇ ਅਸੀਂ ਲਾਗੇ, ਬਿਲਕੁਲ ਨਾਲ ਉਹਦੇ ਪਾਰਕ ਪੈਂਦੀ ਹੈ, ਤੁਸੀਂ ਸਾਰੇ ਜਾਣੂ ਉਸੇ ਸਟਰੀਟ ਤੇ, ਉੱਥੋਂ ਇਕੱਠੇ ਹੋ ਕੇ ਆਪਾਂ 10 ਵਜੇ ਪਹੁੰਚਣਾ। ਸੋ ਵੀਰੋ, ਕਿਸੇ ਨੇ ਲੇਟ ਨਹੀਂ ਹੋਣਾ। ਵੱਧ ਤੋਂ ਵੱਧ ਫੈਮਲੀਆਂ ਨੂੰ, ਆਪਣੇ ਵੀਰਾਂ ਨੂੰ, ਭੈਣਾਂ ਨੂੰ ਬੇਨਤੀ ਹੈ ਕਿ ਪਹੁੰਚੋ। ਸੋ ਇੰਨੀਆਂ ਕੁ ਬੇਨਤੀਆਂ। ਇੱਕ ਵਾਰੀ ਫਿਰ ਖਿਮਾ ਦੇ ਜਾ ਚੁੱਕਾ, ਪ੍ਰੋਗਰਾਮ ਵਿੱਚ ਤੁਹਾਡੀਆਂ ਕਾਲਾਂ ਨਹੀਂ ਲੈ ਸਕੇ ਟੈਕਨੀਕਲ ਖਰਾਬੀ ਹੋਣ ਕਰਕੇ। ਬਹੁਤ ਬਹੁਤ ਧੰਨਵਾਦ ਵੀਰਾਂ ਦਾ, ਤੇ ਆਪਣੇ ਸ਼ਹੀਦਾਂ ਨੂੰ ਅਸੀਂ ਸਲੂਟ ਕਰਦੇ ਹਾਂ ਜਿਨ੍ਹਾਂ ਦਿਨ ਤੇ ਅੱਜ ਇਕੱਠੇ ਹੋਏ। ਭਾਈ ਸੁਖਦੇਵ ਸਿੰਘ ਬੱਬਰ ਜੀ ਦੇ ਦਿਨ ਤੇ ਜਿਹੜੇ ਇਕੱਠੇ ਹੋਏ ਆ, ਉਹਨਾਂ ਨੂੰ ਅਸੀਂ ਆਪਣੇ ਤਹਿ ਦਿਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਜੀ। ਹਾਂਜੀ ਭਾਈ ਬਲਜਿੰਦਰ ਸਿੰਘ ਜੀ, ਕੋਈ ਤੁਹਾਡੇ? ਹਾਂਜੀ ਭਾਈ ਸਾਹਿਬ ਜੀ, ਸਾਰਾ ਜਿੰਨਾ ਵੀ ਡਿਟੇਲ ਸੀ ਉਹ ਭਾਈ ਸਾਬੀ ਸਾਹਿਬ ਨੇ ਆਪਣਾ ਦੱਸਤੀ ਆ ਜੀ, ਤੇ ਫੋਲੋ ਕਰੋ ਉਹਨਾਂ ਨੂੰ। ਜਿਹੜੇ ਵੀ ਸਿੰਘਾਂ ਨੂੰ ਕੋਈ ਜੇ ਇਨਫੋਰਮੇਸ਼ਨ ਚਾਹੀਦੀ ਹੈ ਸਾਡੇ ਕੈਲੀਫੋਰਨੀਆ ਵਾਲੇ ਸਿੰਘਾਂ ਦੇ ਫੋਨ ਕਰ ਸਕਦੇ ਆ। ਬਾਕੀ ਥੋੜੀ ਜਿਹੀ ਆਵਾਜ਼ ਦੀ ਬਹੁਤ ਖਰਾਬ ਆ ਰਹੀ ਹੈ, ਇਸ ਕਰਕੇ ਮੇਰੇ ਖਿਆਲ ਪ੍ਰੋਗਰਾਮ ਦਾ ਆਪਾਂ ਐਂਡ ਹੀ ਕਰ ਸਕਦੇ ਹਾਂ। ਇਸ ਦੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਤੇ ਮੇਰੇ ਨਾਲ ਜੁੜੇ ਸਿੱਧਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ। ਆਜ਼ਾਦੀ ਦੇ ਲਈ ਜੂਝ ਰਹੀ ਕਿਸੇ ਕੌਮ ਦੇ ਲਈ ਪੱਤਰਕਾਰੀ ਕਰਨਾ ਸੌਖਾ ਕਾਰਜ ਨਹੀਂ ਹੁੰਦਾ। ਬਿਲਕੁਲ ਐਵੇਂ ਹੀ ਹੁੰਦਾ ਜਿਵੇਂ ਤੁਸੀਂ ਇਨਸਾਫ ਪ੍ਰਾਪਤ ਕਰਨ ਦੇ ਲਈ ਕਿਸੇ ਭੀੜ ਦਾ ਹਿੱਸਾ ਹੋ ਤੇ ਗੋਲੀਆਂ ਦੀ ਵਾਛੜ ਤੁਹਾਡੇ ਉੱਤੇ ਹੋਣ ਵਾਲੀ ਹੈ। ਇਹੋ ਜਿਹੀਆਂ ਘਟਨਾਵਾਂ ਬਾਰੇ ਅਤੇ ਪੰਜਾਬ ਦੇ ਹੋਰ ਭਖਦੇ ਮਸਲਿਆਂ ਬਾਰੇ ਸਿੱਧੀ ਜਾਣਕਾਰੀ ਮੈਂ ਆਪਣੇ ਟਾਕਿੰਗ ਪੰਜਾਬ ਸ਼ੋਅ ਦੇ ਵਿੱਚ ਲੈ ਕੇ ਹਾਜ਼ਰ ਹਾਂ, ਸਿਰਫ ਖਬਰਦਾਰ ਪੰਜਾਬ ਟੀਵੀ ਦੇ ਉੱਤੇ। ਦੇਖਣਾ ਨਾ ਭੁੱਲਿਓ, ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ।